और यूनानी मेडिसिन, चाइनीज़ हो गई, होम्योपैथी आ गई 250-300 साल पहला आते रहे, पर इन्हों पिछले 100 साल दबाया गया। कई बार इंज होंदा कि कोई कैंसर वर्गी कोई इदां दी बीमारी हो जाती है, तुहाडे अंदरों चेंज हो जाती है, सो तुहानू इहो जिहा कोई रोग घेर लैंदा हैगा ते फिर की करना चाहिए? तो जी मेरा सिस्टम अंदरों सही है, भाई सही चीज़ा खाना, सेहत मेरी ठीक हैगी है, तो एपोप्टोसिस ने ऑटोमैटिक ट्रिगर हो जाना। जब किसी डॉक्टर ने MD ने उन्होंने एंटीबायोटिक लिखती 7 दिन या 10 दिन खानी है, तो जिन्ना भी चलो उन्होंने कहता जिन्ने मर्जी बंदे जी ठीक हो जाओ, उन्होंने बंद ना करो। हर चीज़ में रॉ फॉर्म खाने की ट्राई करो, दाल दूल भुननी पैंती तड़के भी पर बाहर खाना घटा दिओ, प्रिजर्वेटिव पाने बंद कर दिओ, बेही चीज़ां लियानियां बंद कर दिओ। ईवन बलिंदर जी मैं भी सोचा भी 2 साल तो लगी हाँ भी अपने ग्रोसरी स्टोर से आम दाल चाहो तो ऑर्गेनिक मिलने लगी। वाई नॉट टेक दैट? जो गुड़ भी किसी ने खाना, मैं गुड़ के बरखलाफ हाँ। जो GMO ने देखो सब तो ज़्यादा GMO मक्की वाले प्रोडक्ट या मक्की का तेल और सोयाबीन सब तो ज़्यादा ने, होर भी ने। सो GMO स्टैंड्स फॉर जेनेटिकली मॉडिफाइड ऑर्गेनिज्म, यानी कि वह हाईब्रिड करके तो DNA चेंज करता और साड़ी बॉडी जो पेट से जाती है वो चीज़ को समझने तो मुनकर होंगी, उन्हें पता नहीं लगता, वो ताई सारा सिस्टम अपने तहस नहस करना। बहुत सारे रोग GMO खाने वाले पैदा होंगे। ਸਾਂਝਾ TV देख रहे सारे ही परिवारों ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ बुधवार के टॉक शो ਦੇ ਵਿੱਚ ਤੇ ਅੱਜ ਦਾ टॉक शो ਜਿਹੜਾ ਆ ਇੱਕ ਖਾਸ टॉक शो ਹੈ ਜਿਸ ਦੇ ਵਿੱਚ ਖਾਸ ਮੁਲਾਕਾਤ ਹੋਵੇਗੀ। ਸਾਡੇ ਨਾਲ ਡਾਕਟਰ ਗੁਰਪ੍ਰੀਤ ਮੰਗਟ ਆਏ ਨੇ ਜਿਨ੍ਹਾਂ ਨੂੰ ਤੁਸੀਂ ਡਾਕਟਰ ਗੈਰੀ ਦੇ ਨਾਂ ਨਾਲ ਜਾਣਦੇ ਹੋ। ਸੋ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਸਾਨੂੰ ਫੋਨ ਦੇ ਰਾਹੀਂ ਪੁੱਛ ਸਕਦੇ ਹੋ, ਸਾਡੇ ਸਕਰੀਨ ਤੇ ਨੰਬਰ ਆ ਰਹੇ ਨੇ, ਸੋ ਲਾਈਵ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਅੱਜ ਜ਼ਰੂਰੀ ਗੱਲਾਂ ਅਸੀਂ ਡਾਕਟਰ ਸਾਹਿਬ ਨੂੰ ਪੁੱਛਾਂਗੇ। ਤੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਡੇ ਸਾਰੇ ਹੀ ਸਪਾਂਸਰਸ ਦਾ ਜਿਨ੍ਹਾਂ ਦੇ ਕਰਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ। ਸੋ ਥੈਂਕ ਯੂ ਵੈਰੀ ਮੱਚ। ਤੇ ਜਿਹੜੇ ਨਵੇਂ ਜੁੜੇ ਆ ਸਪਾਂਸਰਸ ਉਹਨਾਂ ਨੂੰ ਵੀ ਜੀ ਆਇਆਂ ਨੂੰ। ਤੇ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਵੀ ਸਾਂਝਾ TV ਦੇ ਪਰਿਵਾਰ ਦਾ ਹਿੱਸਾ ਬਣਨਾ ਤੇ ਮੋਰ ਦੈਨ ਵੈਲਕਮ, ਸਕਰੀਨ ਤੋਂ ਨੰਬਰ ਲੈ ਕੇ ਸਾਡੇ ਨਾਲ ਤੁਸੀਂ ਸਾਡੀ ਸੇਲਸ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸੋ ਆਓ ਜੀ ਆਇਆਂ ਕਰਦੇ ਅੱਜ ਸਾਡੇ ਨਾਲ ਖਾਸ ਤੌਰ ਦੇ ਉੱਤੇ ਡਾਕਟਰ ਗੁਰਪ੍ਰੀਤ ਮੰਗਟ ਜੀ ਆਏ ਹੋਏ ਨੇ। ਸੋ ਡਾਕਟਰ ਸਾਹਿਬ ਜੀ ਆਇਆਂ ਨੂੰ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। सत श्री अकाल बलजिंदर जी, बहुत मेहरबानी सब तो पहला और उस तो बाद साझा TV ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘਾ ਸਵਾਗਤ ਹੈ ਜੀ। ਡਾਕਟਰ ਸਾਹਿਬ ਥੋੜਾ ਜਿਹਾ ਤੁਹਾਡੇ ਬਾਰੇ ਜਾਣਾਂਗੇ ਪਹਿਲਾਂ ਥੋੜਾ ਜਿਹਾ, ਕਿਉਂਕਿ ਹਰ ਆਈ ਵਾਰ ਤੁਹਾਨੂੰ ਪਰਿਵਾਰ ਜਾਣਦੇ ਤੇ ਹੈ ਤੁਹਾਡੇ ਬਾਰੇ ਔਰ ਸਾਰੀ ਇਨਫੋਰਮੇਸ਼ਨ ਵੀ ਹੁੰਦੀ ਹੈ, ਪਰ ਕਈ ਵਾਰ ਸਾਡੇ ਨਾਲ ਨਵੇਂ ਜੁੜਦੇ ਨੇ ਪਰਿਵਾਰ, ਨਵੇਂ ਜਿਹੜੇ ਸਾਡੇ ਦਰਸ਼ਕ ਜੁੜਦੇ ਨੇ, ਸੋ ਥੋੜਾ ਜਿਹਾ ਉਹਨਾਂ ਨੂੰ ਆਪਣੇ ਬਾਰੇ ਦੱਸੋ ਜੀ। ਦੇਖੋ ਪਹਿਲੀ ਗੱਲ ਤਾਂ ਮੈਨੂੰ 43 ਈਅਰ ਹੋ ਗਏ ਕੈਨੇਡਾ ਆਇਆ ਨੂੰ ਜੀ। ਮੈਂ ਉੱਥੋਂ MA ਇਕਨੋਮਿਕਸ ਵੀ ਕੀਤੀ ਸੀ, ਹੋਮਿਓਪੈਥੀ ਕਰਕੇ ਆਇਆ ਸੀ ਨਾਲ ਜੀ। ਪਰ ਆ ਕੇ ਪ੍ਰੋਬਲਮ ਇਹ ਸੀ, ਪਹਿਲਾਂ ਮਨ 'ਚ ਤਾਂ ਇਹੀ ਸੀ ਵੀ ਇੱਥੇ ਡਾਕਟਰੀ ਉਹ ਕਰਾਂਗੇ। ਪਹਿਲਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ ਜ਼ਿਆਦਾ ਹੋਮਿਓਪੈਥੀ ਦੀ ਅਹਿਮੀਅਤ ਇੱਥੇ ਲੋਕ ਗਿਣਦੇ ਨਹੀਂ ਸੀ, ਪੜ੍ਹੇ ਲਿਖੇ ਲੋਕ, ਇੰਟਰਨੈਟ ਹੈ ਨਹੀਂ ਸੀ ਜੀ, ਇਸ ਕਰਕੇ। ਸੋ ਉਹਦੇ 'ਚ ਮੈਂ ਉਹਨੂੰ ਜਾਰੀ ਤਾਂ ਰੱਖਿਆ, ਪਰ ਔਨ ਐਂਡ ਆਫ ਮੈਨੂੰ ਕਈ ਕੰਮ ਕਰਨੇ ਪਏ, ਜਿਵੇਂ ਕਿ ਰਿਲਟਰ ਵੀ ਬਣਿਆ, ਅਪਲਾਇੰਸ ਟੈਕਨੀਸ਼ੀਅਨ ਵੀ ਬਣਿਆ, ਮੌਰਗੇਜ ਬ੍ਰੋਕਰ ਵੀ ਬਣਿਆ, ਲਾਈਫ ਇੰਸ਼ੋਰੈਂਸ ਵੀ ਕੀਤੀ, ਹੋਰ ਪ੍ਰਾਪਰਟੀਆਂ ਲੈ ਕੇ ਵੇਚੀਆਂ ਮਾੜੀ ਮੋਟੀਆਂ, ਸੋ ਕੁਛ ਨਾ ਕੁਛ ਕਰਦੇ ਰਹੇ। ਪਰ ਜਦੋਂ ਟਾਈਮ ਮੈਨੂੰ ਮਿਲਿਆ, ਜਦੋਂ ਇਹ ਕੋਰਸਿਸ ਵਗੈਰਾ ਸ਼ੁਰੂ ਹੋਏ ਇੱਥੇ, ਜਿਹੜੇ ਕਿ ਮੈਂ ਚਾਹੁੰਦਾ ਸੀ, ਜਿਹੜੇ ਕਿ ਨੈਚੁਰਲ ਹੋਣ, ਜਿਹੜੇ ਹੈਲਥ ਰਿਲੇਟਡ, ਜਿਵੇਂ ਆਯੁਰਵੇਦਾ, ਹਰਬਲ ਮੈਡੀਸਨ ਆ, ਨੈਚੁਰੋਪੈਥੀ ਆ, ਨਿਊਟ੍ਰੀਸ਼ਨ ਆ, ਇਹ ਉਦੋਂ ਹੁੰਦੇ ਨਹੀਂ ਸੀ। ਜਦੋਂ ਵੀ ਸ਼ੁਰੂ ਹੋਏ ਉਦੋਂ ਫਟਾਫਟ ਮੌਕੇ ਦਾ ਫਾਇਦਾ ਉਠਾ ਕੇ ਉਹਨਾਂ ਵਿੱਚ ਰਜਿਸਟ੍ਰੇਸ਼ਨ ਲੈ ਕੇ ਮੈਂ ਆਪਦੇ ਕੋਰਸ ਕੀਤੇ, ਸਰਟੀਫਾਈਡ ਹੋਇਆ। 19 ਕੋਰਸਿਸ ਇੱਥੇ ਕੀਤੇ ਔਰ ਮੈਂ ਉਹ ਸਾਰੀ ਐਨਾਟਮੀ ਫਿਜ਼ੀਓਲੋਜੀ ਦੁਬਾਰਾ ਫਿਰ ਪੜ੍ਹੀ, ਸਾਈਕੋਲੋਜੀ ਆਫ ਡਿਜ਼ੀਜ਼, ਸਪੋਰਟਸ ਮੈਡੀਸਨ, ਹਾਂਜੀ, ਫਿਰ ਨਿਊਟ੍ਰੀਸ਼ਨਲ ਸਾਇੰਸ ਵਗੈਰਾ ਕੀਤੀ। ਉਸ ਤੋਂ ਬਾਅਦ ਮੈਂ ਐਕੂਪ੍ਰੈਸ਼ਰ ਮਸਾਜ ਵੀ ਸਿੱਖੀ, ਕਿਉਂਕਿ ਇੱਥੇ ਲੋਕਾਂ ਨੂੰ ਲੋੜ ਪਈ ਸੀ। ਸੋ ਸਾਰੀਆਂ ਚੀਜ਼ਾਂ ਵਿੱਚ ਹੋਮਿਓਪੈਥੀ ਐਡ ਕਰਕੇ ਫਿਰ ਮੈਂ ਆਪਣੇ ਆਪ ਨੂੰ ਉਸ ਚੀਜ਼ ਲਾਇਕ ਸਮਝ ਵੀ ਹੁਣ ਮੈਂ ਪ੍ਰੋਪਰ ਤੌਰ 'ਤੇ ਕਰ ਸਕਦਾ। ਇੰਨੇ ਚ ਬਲਜਿੰਦਰ ਜੀ ਲੋਕਾਂ ਨੂੰ ਵੀ ਅਵੇਅਰਨੈਸ ਹੋ ਗਈ, ਇੰਟਰਨੈਟ ਕਰਕੇ ਵੀ ਇਕੱਲਾ ਇਲਾਜ ਐਲੋਪੈਥਿਕ ਦੇ ਪੁਰਾਣੇ ਤਰੀਕੇ ਨਾਲ ਨਹੀਂ ਕਰਨਾ,
ਹੋਰ ਬਹੁਤ ਸਾਰੀਆਂ ਫੂਡ ਅਮੈਂਡਮੈਂਟਸ ਕਰਕੇ ਆਪਣੀ ਖੁਰਾਕ ਨੂੰ ਠੀਕ ਕਰਕੇ ਸੋਧ ਕੇ ਹੋਰ ਐਕਸਰਸਾਈਜ਼ ਕਰਕੇ ਯੋਗਾ ਕਰਕੇ ਇਹ ਚੀਜ਼ਾਂ ਨੇ ਲੋਕ ਪਹਿਲਾਂ ਨਹੀਂ ਸਮਝਦੇ ਸੀ ਲੋਕ ਵੀ ਅਵੇਅਰ ਹੋ ਗਏ ਐਜੂਕੇਟ ਵੀ ਹੋ ਗਏ ਉਹਨਾਂ ਕਰਕੇ ਜਿਹੜੀ ਇਹ ਸਾਡੀ ਫੰਕਸ਼ਨਲ ਮੈਡੀਸਨ ਜਾਂ ਅਲਟਰਨੇਟਿਵ ਮੈਡੀਸਨ ਕਹਿੰਦੇ ਨੇ ਕਿਉਂਕਿ ਐਲੋਪੈਥੀ ਨੂੰ ਆਪਾਂ ਜਨਰਲੀ ਆਰਥੋਡਾਕਸ ਜਾਂ ਉਹਨੂੰ ਐਲੋਪੈਥਿਕ ਜਾਂ ਮਾਡਰਨ ਮੈਡੀਸਨ ਕਹਿ ਦਿੰਦੇ ਹਾਂ ਜਦ ਕਿ ਉਹ ਇਕੱਲੀ ਐਲੋਪੈਥੀ ਨੂੰ ਗਿਣਿਆ ਜਾਂਦਾ ਪਹਿਲਾਂ ਤੋਂ ਉਹਦਾ ਬੋਲਬਾਲਾ ਵੀ ਕਾਫੀ ਸੀ ਕਾਫੀ ਪਿਛਲੇ 100 ਸਾਲ ਤੋਂ ਪਰ ਹੁਣ ਜਦੋਂ ਇੰਟਰਨੈਟ ਆਇਆ ਖਾਸ ਕਰ ਚੱਲਦੀਆਂ ਪਹਿਲਾਂ ਸੀ ਆਯੁਰਵੇਦਾ 10-15 ਸਾਲ ਪੁਰਾਣਾ ਕਲਚਰ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਮੈਡੀਸਨ ਦਾ ਸਿਸਟਮ ਚੱਲਿਆ ਹੋਇਆ ਔਰ ਯੂਨਾਨੀ ਮੈਡੀਸਨ ਚਾਈਨੀਜ਼ ਹੋ ਗਈ ਹੋਮਿਓਪੈਥੀ ਆ ਗਈ 250-300 ਸਾਲ ਪਹਿਲਾਂ ਇਹ ਆਉਂਦੇ ਰਹੇ ਪਰ ਇਹਨਾਂ ਨੂੰ ਪਿਛਲੇ 100 ਸਾਲ ਦਬਾਇਆ ਗਿਆ ਹੁਣ ਇੰਟਰਨੈਟ ਨਾਲ ਇਹ ਚੀਜ਼ਾਂ ਬਾਹਰ ਆ ਗਈਆਂ ਲੋਕ ਇੰਡੀਪੈਂਡੈਂਟ ਤੌਰ ਤੇ ਜਾ ਕੇ ਉਹ ਆਪ ਗੂਗਲ ਕਰਕੇ ਰਿਸਰਚ ਕਰਕੇ ਦੇਖਣ ਲੱਗੇ ਵੀ ਸਿਸਟਮ ਕਿਹੋ ਜਿਹੇ ਨੇ ਔਰ ਉਹਦੇ 'ਚ ਇਹ ਵੀ ਅੱਜ ਕੱਲ੍ਹ ਮੈਡੀਕਲ ਕਮਿਊਨਿਟੀ ਇਸ ਚੀਜ਼ ਨੂੰ ਮੰਨਦੀ ਆ ਇਹ ਪੜੂਗਾ ਰਿਸਰਚ ਕਰੀਏ ਵੀ ਜਿਹੜੀ ਫੰਕਸ਼ਨਲ ਮੈਡੀਸਨ ਆ ਇਹ ਅਲੱਗ ਗੱਲ ਆ ਵੀ ਜੇ ਕਿਸੇ ਨੂੰ ਕੋਈ ਐਸਾ ਰੋਗ ਹੋ ਗਿਆ ਜਿਹੜੀ ਬਿਮਾਰੀ ਕਿਸੇ ਕੀਟਾਣੂ ਜਾਂ ਵਾਇਰਸ ਨਾਲ ਹੋ ਗਈ ਵਾਇਰਸ ਨਾਲ ਤਾਂ ਛੱਡੋ ਕੀਟਾਣੂ ਨਾਲ ਹੋਈ ਜਿਵੇਂ TB ਹੋ ਗਈ ਟਾਈਫਾਇਡ ਹੋ ਗਿਆ ਉੱਥੇ ਸਾਡੇ ਸਿਸਟਮ ਦੀ ਛੇਤੀ ਐਲੋਪੈਥਿਕ ਸਿਸਟਮ ਦੀ ਜਿਹੜੀ ਹੈਗੀ ਆਪਾਂ ਕੋਈ ਵੀ ਐਂਟੀਬਾਇਓਟਿਕ ਨਾਲ ਜਲਦੀ ਆਰਾਮ ਆ ਸਕਦਾ ਸੋ ਆਪਾਂ ਇਹ ਕਿਸੇ ਸਿਸਟਮ ਨੂੰ ਇਹ ਨਹੀਂ ਕਹਿਣਾ ਕੋਈ ਗਲਤ ਆ ਬਹੁਤ ਚੰਗਾ ਪਰ ਸਾਨੂੰ ਮਿਲ ਕੇ ਹੀ ਚੱਲਣਾ ਪੈਣਾ ਪਰ ਉਹਨਾਂ ਨਾਲ ਇਹ ਵੀ ਪਤਾ ਲੱਗਿਆ ਵੀ ਉਹ ਸਿਸਟਮ ਇਕੱਲਾ ਹੀ ਨਹੀਂ ਹੋਰ ਕਈ ਚੀਜ਼ਾਂ ਨੂੰ ਜੋੜ ਲਈਏ ਰਲ ਕੇ ਇੱਕ ਸਿਸਟਮ ਬਣਾਈਏ ਕੋਈ ਵੀ ਸਿਸਟਮ ਸਾਰੇ 5-6 ਚੋਂ ਕੋਈ ਵੀ ਪਰਫੈਕਟ ਨਹੀਂ ਕੋਈ ਵੀ ਆਪਣੇ ਆਪ 'ਚ ਇਹ ਨਹੀਂ ਵੀ ਸਾਰਾ ਪੈਨੇਸ਼ੀਆ ਜਾਂ ਰਾਮਬਾਣ ਸਿਸਟਮ ਨੂੰ ਵਰਤਣਾ ਪੈਣਾ ਹਰ ਚੀਜ਼ ਨੂੰ ਵਾਰੀ ਜਿਹਦੀ ਲੋੜ ਆ ਉਸ ਚੀਜ਼ 'ਤੇ ਡਿਸਕਸ ਆਪਾਂ ਕਰਾਂਗੇ ਜੀ ਤੇ ਡਾਕਟਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਹਾਂ ਬਿਮਾਰੀਆਂ ਤੇ ਇਨਸਾਨ ਨੂੰ ਬਹੁਤ ਲੱਗਦੀਆਂ ਪਰ ਮੈਂ ਸ਼ੁਰੂਆਤ ਇੱਥੋਂ ਕਰੂੰਗੀ ਕਿ ਜਦੋਂ ਬੰਦਾ ਬਿਮਾਰ ਹੁੰਦਾ ਆ ਤੇ ਉਹ ਕਿੱਥੋਂ ਉਹਨੂੰ ਕਿਵੇਂ ਪਤਾ ਲੱਗਦਾ ਵੀ ਕਿੱਥੋਂ ਉਹ ਇਲਾਜ ਕਰਾਵੇ ਕੀ ਉਹਨੂੰ ਪਹਿਲਾ ਸਟੈਪ ਕੀ ਲੈਣਾ ਚਾਹੀਦਾ ਦੇਖੋ ਜੀ ਪਹਿਲਾ ਸਟੈਪ ਤਾਂ ਹੈ ਵੀ ਜਦੋਂ ਕੋਈ ਤੁਹਾਨੂੰ ਏਲਮੈਂਟ ਐਸੀ ਆਉਂਦੀ ਆ ਕੋਈ ਤੁਹਾਨੂੰ ਤੰਗ ਕਰ ਰਹੀ ਆ ਔਰ ਪਤਾ ਲੱਗ ਨਹੀਂ ਰਿਹਾ ਤਾਂ ਪਹਿਲਾ ਕੰਮ ਆਪਦੇ ਤੁਸੀਂ ਫੈਮਿਲੀ ਡਾਕਟਰ ਕੋਲ ਜਾਓ ਸਭ ਤੋਂ ਪਹਿਲਾ ਸਟੈਪ ਹੈ ਵੀ ਬਣਦਾ ਵੀ ਆ ਕਿਉਂਕਿ ਉਹ ਪੜ੍ਹੇ ਲਿਖੇ ਬੰਦੇ ਨੇ ਦੇ ਆਰ ਨੌਲੇਜਬਲ ਪੀਪਲ ਉਹਨਾਂ ਨੂੰ ਆਪਦੇ ਕੰਮ ਦਾ ਪਤਾ ਉਹ ਤੁਹਾਨੂੰ ਜਾਂ ਤਾਂ ਆਪ ਡਾਇਗਨੋਸ ਕਰਨਗੇ ਜਾਂ ਫਿਰ ਤੁਹਾਨੂੰ ਕਿਸੇ ਸਪੈਸ਼ਲਿਸਟ ਕੋਲ ਭੇਜਣਗੇ ਜਾਂ ਤੁਹਾਨੂੰ ਕੋਈ ਟੈਸਟ ਲਾਉਣਗੇ ਸੋ ਪਹਿਲਾ ਸਟੈਪ ਇਹ ਆ ਵੀ ਉਹਨਾਂ ਨੂੰ ਪੁੱਛੋ ਆਪਣੇ ਫੈਮਿਲੀ ਡਾਕਟਰ ਤੋਂ ਹਾਂਜੀ ਤੇ ਕਈ ਵਾਰੀ ਇੰਜ ਹੁੰਦਾ ਕਿ ਕੋਈ ਕੈਂਸਰ ਵਰਗੀ ਕੋਈ ਇਦਾਂ ਦੀ ਬਿਮਾਰੀ ਹੋ ਜਾਂਦੀ ਆ ਤੁਹਾਡੇ ਅੰਦਰੋਂ ਚੇਂਜ ਹੋ ਜਾਂਦੀ ਆ ਸੋ ਤੁਹਾਨੂੰ ਇਹੋ ਜਿਹਾ ਕੋਈ ਰੋਗ ਘੇਰ ਲੈਂਦਾ ਹੈਗਾ ਤੇ ਫਿਰ ਕੀ ਕਰਨਾ ਚਾਹੀਦਾ ਹੈਗਾ ਹਾਂਜੀ ਅਗੇਨ ਜਾਣਾ ਤਾਂ ਡਾਕਟਰ ਕੋਲ ਹੀ ਪੈਣਾ ਜਾਓ ਵੀ ਸਾਰਾ ਪਤਾ ਲਵੋ ਜੇ ਸ਼ੱਕ ਵੀ ਹੈ 1-2-3 ਡਾਕਟਰਾਂ ਦੀ ਸਲਾਹ ਲੈ ਲਓ ਇਹ 'ਚ ਨਹੀਂ ਪਰ ਆਪਾਂ ਮਨਿੰਦਰ ਇੱਕ ਥੋੜ੍ਹੀ ਜਿਹੀ ਚੀਜ਼ ਨੂੰ ਅੱਡ ਕਰਕੇ ਦੇਖਾਂਗੇ ਵੀ ਜਿੰਨੇ ਕੈਂਸਰ ਜਾਂ ਜਿੰਨੇ ਵੀ ਆਟੋਇਮਿਊਨ ਡਿਜ਼ੀਜ਼ ਆ ਮੋਸਟਲੀ ਐਸੇ ਰੋਗ ਨੇ ਜਿਹੜੇ ਉਹ ਇੱਕ ਮੈਡੀਕਲ ਟਰਮ ਆ ਐਪੋਪਟੋਸਿਸ APOPTOSIS ਇਹਦਾ ਮਤਲਬ ਹੈ ਕਿ ਪ੍ਰੋਗਰਾਮਡ ਡੈਥ ਆਫ ਸੈਲਸ ਵੀ ਜਾਣੀ ਕਿ ਸਿਸਟਮ ਦੇ ਵਿੱਚ ਮੰਨ ਲਓ ਅੱਜ ਮੇਰੇ ਇੱਥੇ ਕਿਸੇ ਕੈਂਸਰ ਹੋ ਗਿਆ ਤਾਂ ਜੇ ਮੇਰਾ ਸਿਸਟਮ ਅੰਦਰੋਂ ਸਹੀ ਆ ਮੈਂ ਸਹੀ ਚੀਜ਼ਾਂ ਖਾਣਾ ਸਿਹਤ ਮੇਰੀ ਠੀਕ ਹੈਗੀ ਆ ਤਾਂ ਐਪੋਪਟੋਸਿਸ ਨੇ ਆਟੋਮੈਟਿਕ ਟ੍ਰਿਗਰ ਹੋ ਜਾਣਾ ਉਹ ਕੀ ਹੈ ਵੀ ਤੁਹਾਡੇ ਅੰਦਰ ਮੋਲੀਕੂਲਰ ਸਟੈਪਸ ਐਸੇ ਕੈਮੀਕਲ ਸਟੈਪ ਆਉਣਗੇ ਵੀ ਉਹਨਾਂ ਨੇ ਉਹ ਸਿਸਟਮ ਨੂੰ ਉਹ ਮਾੜੇ ਸੈੱਲਾਂ ਨੂੰ ਮਾਰਨਾ ਸ਼ੁਰੂ ਕਰ ਦੇਣਾ ਤੇ ਜੇ ਆਪਾਂ ਇਹ ਦੇਖੀਏ ਵੀ ਐਪੋਪਟੋਸਿਸ ਉਹ ਵੀ ਦੋ ਕਿਸਮ ਦਾ ਜੀ ਇੱਕ ਇੰਟ੍ਰਿੰਸਿਕ ਇੱਕ ਐਕਸਟ੍ਰਿੰਸਿਕ ਇੰਟ੍ਰਿੰਸਿਕ ਉਹ ਹੈਗਾ ਵੀ ਜਦੋਂ ਮੰਨ ਲਓ ਇੱਥੇ ਕੈਂਸਰ ਹੋ ਗਿਆ ਤਾਂ ਇਹ ਸੈੱਲ ਜਿਹੜੇ ਬੈਠੇ ਨੇ ਇਹਨੂੰ ਤਕਲੀਫ ਹੋ ਗਈ ਉਹਨਾਂ ਨੇ ਆਪਣੇ ਆਪ ਫੈਸਲਾ ਕਰਨਾ ਵੀ ਸੁਸਾਈਡ ਕਰ ਲਓ ਵੀ ਮਰ ਜਾਓ ਉਹ ਸੈੱਲੇ ਮਰ ਜਾਣ ਆਪ ਫੈਸਲਾ ਕਰ ਕਿਉਂਕਿ ਉਹਨਾਂ ਦਾ DNA ਚੇਂਜ ਹੋਣਾ ਸ਼ੁਰੂ ਹੋ ਜਾਣਾ ਤੇ ਬਾਡੀ ਨੂੰ ਅਲਰਟ ਮਿਲ ਜਾਣਾ ਇੱਕ ਸਿਗਨਲ ਮਿਲ ਜਾਣਾ ਅੰਦਰੋਂ ਇੰਟਰਨਲੀ ਦਿਮਾਗ ਤੋਂ ਵੀ ਅੰਦਰੋਂ ਹੀ ਤਾਂ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲੈਣਾ ਜੋ ਕਰ ਲਏ ਤਾਂ ਵੀ ਹਟ ਗਿਆ ਜਾਂ ਫਿਰ ਜਿਹੜੇ ਐਕਸਟ੍ਰਿੰਸਿਕ ਆ ਉਹ ਇਹ ਆ ਵੀ ਤੁਹਾਨੂੰ ਬਾਕੀ ਦੇ ਨਾਲ ਦੇ ਸੈੱਲ ਦੂਰ ਵਾਲੇ ਵੀ ਸੰਕੇਤ ਭੇਜਣ ਲੱਗ ਗਏ ਕੈਮੀਕਲ ਸੰਕੇਤ ਭੇਜਣ ਲੱਗੇ ਵੀ ਤੁਸੀਂ ਭਾਈ ਗੋ ਕਮਿਟ ਸੁਸਾਈਡ ਔਰ ਮੋਸਟਲੀ ਉਹ ਕਰ ਜਾਂਦੇ ਨੇ ਜਦੋਂ ਬਲਜਿੰਦਰ ਜੀ ਉਹ ਹੋਣ ਲੱਗ ਗਿਆ ਸਿਸਟਮ ਜੇ ਤੁਹਾਡਾ ਐਪੋਪਟੋਸਿਸ ਚੱਲ ਰਿਹਾ ਤੇ ਆਪਾਂ ਬਾਅਦ 'ਚ ਗੱਲ ਵੀ ਕਿਵੇਂ ਚੱਲਦਾ ਇਹ ਨਹੀਂ ਜੇ ਚੱਲ ਰਿਹਾ ਤਾਂ ਹਰ ਬੰਦੇ ਦੇ ਅੰਦਰ ਮੇਰੇ ਹਿਸਾਬ ਨਾਲ ਕੈਂਸਰ ਰੋਜ਼ ਉਪਜਦਾ ਤੇ ਰੋਜ਼ ਮਰਦਾ ਕਿਵੇਂ ਹੁੰਦਾ ਫ੍ਰੀ ਰੈਡੀਕਲਸ ਨਾਲ ਟੌਕਸਿਨ ਬਾਹਰ ਲਿਆ ਨਾਲ ਪੈਸਟੀਸਾਈਡ ਹਰਬੀਸਾਈਡ ਇਨਸੈਕਟੀਸਾਈਡ ਹੋਰ ਕਈ ਕਿਸਮ ਦੇ ਰੇਡੀਏਸ਼ਨ
बहुत चीज़ां ने जिहड़ी कर सकदे और करदियां, पर सानूं ये चीज़ बचाई बैठी आ। और नाल दी बलजिंदर ये भी आ भी अपनी बॉडी जे आपां रेडिएशन की गल भी करिए, क्योंकि आपां कंटीन्यूअस एवोल्यूशन दे विच चल रहे हैं। आप बंदर तो बंदे बन गए, हुण आपां कहते बंदे तो बाद कौन बनू, बंदे तो बाद सुपरमैन बनू, जिहड़े बन रहे लोग। दिमाग इन्ना शातर दिमाग हो जू भी आम बंदे नूं छड्ड के उपर चले जाणगे, सारे नहीं हौली हौली स्टैप चलणगे, पता नहीं कई 100 साल लगणगे। पर वो चीज़ आपां जे आपां सोचीए तां वो सिस्टम दे नाल वो सिस्टम जे चल पिया तुसीं ठीक हो गए। पर जे तुसीं गलत आदतां अपनाइयां, गलत खाने हो, एक्सरसाइज नहीं करते, चटपटा खाई जाते हो, बहुत सारियां दवाइयां या कैमिकल या नशे या सिगरटां या शराब, कोई भी डूंगा नशा, एक्सरसाइज नहीं करनी, प्रोसैस्ड फूड खा लेनियां, मिठाइयां मिठा ये खानियां, तो सिस्टम ने कर लिया गलत, फिर अपोप्टोसिस होना ही नहीं। फिर थोड़ी कैंसर सैल ने अपोप्टोसिस नूं डॉज कर लेना, क्योंकि इन्ना वो स्ट्रोंग है ही नहीं, तो फिर वो रोग फिर होणगे जी। तो कई बार इंज हुंदा कोई लंबी बीमारी लगी हैगी, मान लो कैंसर है जां कोई होर बीमारी है, तो कई बार थोड़े समय बाद जिहड़ा बीमार आदमी है वो सोचदा कि हुण मैं डॉक्टर चेंज कर ਲਾਂ, सैकेंड ओपीनियन तो लिया जा सकता भी किसी होर डॉक्टर की सलाह लै ली, पर चल रहे इलाज दे विचों डॉक्टर होर चेंज कर लेना, पहले डॉक्टर नूं तां पता तुहाडी कंडीशन की है, सो दूजे ने नवें सिरों फिर सारा कुछ शुरू करना, ये सेफ या करना चाहिए इंज? नहीं जी, जिहड़ा तुहाडा फैमिली डॉक्टर आ स्टिक करो ਉਹਨੂੰ ही, सिर्फ सलाह लैण जाओ भी देखो जी मैं ਇਹਦੇ ਬਾਰੇ ਥੋਤੋਂ भी सलाह ਲੈਣੀ ਹੈ, ਇਹ ਨਹੀਂ ਵੀ ਫਾਈਲ ਚੱਕ ਕੇ ਤੁਸੀਂ ਭੱਜੋ ਦੂਜੇ ਪਾਸੇ, ਕਿਉਂਕਿ ਤੁਹਾਡਾ ਇੱਕ ਰਿਲੇਸ਼ਨ ਬਣਿਆ, ਤੁਹਾਡਾ जीपी ਤੁਹਾਨੂੰ ਜਾਣਦਾ ਚੰਗੀ ਤਰ੍ਹਾਂ, ਤੁਹਾਡੀ ਸਾਰੀ ਚੀਜ਼, ਮੈਂ ਉਹ ਕਦੇ ਨਹੀਂ ਕਹਿੰਦਾ, ਬਹੁਤ ਵਧੀਆ ਵਧੀਆ ਡਾਕਟਰ ਆਪਣੇ ਸਰੀਰ 'ਚ ਬੈਠੇ ਨੇ, ਉਹ ਸਪੈਸ਼ਲਿਸਟ ਬੈਠੇ ਨੇ ਵੱਡੇ ਵੱਡੇ, ਪੁੱਛੋ ਉਹਨਾਂ ਨੂੰ। ਪਰ ਤੁਸੀਂ ਇੱਕ ਤਾਂ ਇਹ ਚੀਜ਼ ਆ ਵੀ ਸਲਾਹ ਲੈ ਲਓ, ਸੈਕੰਡ ਓਪੀਨੀਅਨ ਲੈ ਲਓ, ਥਰਡ ਲੈ ਲਓ, नो प्रॉब्लम, टैसट कोई करवाने होर करवा लो, कोई नवा डॉक्टर खबर तुम कोई ऐसा टैसट दस दे जो पहला डॉक्टर जानबूझ के नहीं भुल के रह गया हो, वो पूरा हो जाए। दूसरी गल जी चीज़ मैं बलजिंदर जी सूरत नाल शेयर करनी चाहना, मान लो जी कैंसर हो गया, मैनू हो गया कैंसर, तो एक पासे चलो इलाज करवाना, मान लो करवाना पै गया, और पहली जी मॉडर्न मैडिसन की प्रोटोकॉल आ, मैं किसी चीज़ में जिंदा नहीं आया इत्थे, मैं सिर्फ अपना मशवरा जो मैं सीखिया वो देना है। हर स्रोते ने हर बंदे ने आपकी सलाह नहीं है, डिस्कलेमर है, मैं इतने किसी का सोचने का जरिया या रस्ता नहीं उन्होंने छेड़न आया या उन्होंने रोकन आया या टोकन आया। मैं सिर्फ ऑनेस्ट होके जो मैं अपने एक्सपीरियंस इन्नी मैडिकल रिसर्च मैं करदा जी 3-4 घंटे डेली, ये मेरा पैशन आ, शौक है, मेरा काम आ, वो आधार पर मैं तुहानूं जिहड़ियां पूरियां तर्क दी गल्लां दलील दियां दस के जाऊँगा। वो ये ने भी मान लो कैंसर हो गया, पर जी इतों का सिस्टम आ वर्ल्ड का एलोपैथिक मेडिसिन वो ठीक भी है, मैं नहीं फिर अगे नहीं कहता, पर वो प्रोटोकॉल सेम एक ही, कट बर्न एंड पॉइजन, जिथे कैंसर जब हो गया उन्होंने ऑपरेशन करके कटो, फिर बर्न करो रेडिएशन नाल, फिर तुसीं उन्होंने कीमोथेरेपी नाल पॉइजन करो। हुण ये कट करन दा तां समझ आउंदी है, किते दूजी भी कर, मैं उस चीज़ में किसी भी लटका के कोई आपदा ओपीनियन नहीं ठोसना चाहता जी, पर चलो करवाना पै गया जिथे तक भी आ। पर आम तौर पर जो देखने च आया कट तो कई बार करना पैंदे ऑपरेशन, पर टू मच बाद रेडिएशन जां कीमोथेरेपी जो मैं देखी आ, लोगों के एक्सपीरियंस सुन के पढ़िया, लोगों के रिव्यूज़, कोई बहुता फायदा बहुती बारी किया नहीं। सो अगेन मैं ये भी नहीं फिर कहता भी मीडिया सुन के मैनू ब्लेम करे भी ये रोकदा, फिर भी करो जो कहते कराओ। पर जी चीज़ मैं जोर देना मैं आ भी थोनू उस चीज़ के नाल मान लो तुसीं तिन्ने चीज़ां ही करा रहे हो, नाल जिहड़ा नुक्स अपने सिस्टम च मैडिकल सिस्टम मेन स्ट्रीम दे विच वो खुराक ते जोर कोई नहीं दिंदा। मैं आप मेरे 60 बजे मैं हॉस्पिटल रह गया पहली बारी पिछले साल नवंबर 8 दिन, पता नहीं कितना खर्चा गवर्नमेंट का मेरे तो धन्यवाद, मेरा ऑपरेशन किए, दंद टुट के गल्लां ठीक कीतियां, बहुत बड़ी सर्जरी की, तां मैं बोल नहीं सकता अज भी स्मार के कोई सर्जरी बाकी आ, पर वो चीज़ वधिया सी, उसदा कोई मुल्ल नहीं सांभिया भी इन्ना। पर जी खुराक मैनू या लोगों को मिलती सी मेरे हिसाब नाल खाण वाली नहीं होंदी। तुसीं ये सोचो बलजिंदर जी बई जे आपां आम आपां कहने 10 तो 12 हज़ार डॉलर एक दिन का 24 घंटे का खर्चा हॉस्पिटल का जे MSP ना हो, और सब नूं पता, पर की वो 100 या 50 डॉलर की कोई चंगी खुराक नहीं मिल सकती, वो तो $5 लेनी भी माड़ी है। वो सानूं क्यों वो बंदा राजी किवें हो, राजी होना जी किसी ने मैं चलो हफ्ते बाद आ गया घरे, लोग सालों बदी महीने बंदी बैठे रहते हैं, जो उन्होंने टुटी फुटी खुराक वही गारबेज, वही सूप तत्ता करके वही सड़िया जा समान देना, मिठा जो जैलो जी देती, कदे कुछ टुटी जी कॉफ़ी देती, पी भी नहीं होंगी, वो बंदा राजी किवें हो। खास कर
ਹਸਪੀਟਲ 'ਚ ਰਹਿ ਕੇ ਇੱਕ ਪਾਸੇ ਤੁਸੀਂ 12 ਸਰ ਖਰਚ ਦਿਓ, ਆਧੁਨਿਕ ਤਰੀਕੇ ਨਾਲ ਬਹੁਤ ਵਧੀਆ ਇਲਾਜ ਕਰ ਰਹੇ ਹੋ, ਦੂਸਰੇ ਪਾਸੇ ਉਸਨੂੰ ਉਹ ਕਰ ਰਹੇ ਆ, ਇੱਕ ਬਹੁਤ ਵੱਡਾ ਨੁਕਸ ਆ ਨਾ। ਫਿਰ ਜਿਹੜੇ ਡਾਕਟਰ ਨੇ MDs ਇੰਨਾ ਪੜ੍ਹ ਕੇ ਬਣਦੇ ਨੇ, ਮੈਨੂੰ ਕਿਸੇ ਦੀ ਪੜ੍ਹਾਈ ਤੇ ਨੌਲੇਜ ਤੇ ਬਿਲਕੁਲ ਸ਼ੱਕ ਨਹੀਂ, ਪਰ ਉਹਨਾਂ ਨੂੰ ਜਿਹੜਾ ਇੱਕ ਸਬਜੈਕਟ ਹੈ ਨਿਊਟ੍ਰੀਸ਼ਨ ਦਾ, ਜਿਹੜਾ ਕਿ ਬਹੁਤ ਛੋਟਾ ਬਹੁਤ ਵੱਡਾ ਨਹੀਂ, ਜੇ ਮੈਂ ਕੀਤੀ ਮੈਂ ਨਹੀਂ ਕਹਿੰਦਾ ਵੀ ਮੈਂ ਹੀ ਕੀਤੀ ਆ, ਕੋਈ ਵੀ ਡਾਕਟਰ ਜਿਹੜਾ MD ਕਰ ਸਕਦਾ ਉਹ ਉਹਨੂੰ ਵੀ ਕਰ ਸਕਦਾ। ਉੱਧਰ ਉਹਨੂੰ ਇਲੈਕਟਿਵ ਸਬਜੈਕਟ ਗਿਣਿਆ ਹੀ ਨਹੀਂ ਗਿਆ, ਉਹ ਕਿਹਨੇ ਨਹੀਂ ਕੀਤਾ, ਬਿਗ ਫਾਰਮਾ ਮੰਗਦਾ ਹੀ ਨਹੀਂ ਵੀ ਲੋਕ ਇੰਨੇ ਕੁ ਚਤੰਨ ਹੋ ਜਾਣ, ਹੁਸ਼ਿਆਰ ਹੋ ਜਾਣ ਤੇ ਆਪਦਾ ਇਲਾਜ ਆਪ ਅੱਧਾ ਕਰ ਲੈਣ। ਡਾਕਟਰਾਂ ਦੀ ਲੋੜ ਹੈਗੀ, ਪਰ ਆਪਣਾ ਇਲਾਜ ਕੁਛ ਤਾਂ ਕੁਛ ਜੇ ਆਪਣੀ ਖੁਰਾਕ ਹੀ ਵਧੀਆ ਕਰਾਂਗੇ, ਭਾਰ ਘਟਾਵਾਂਗੇ, ਨਸ਼ੇ ਘਟਾਵਾਂਗੇ, ਸੈਰ ਕਰਾਂਗੇ, ਤਾਂ ਅਸੀਂ ਸਾਨੂੰ ਬਹੁਤ ਸਾਰੇ ਲੋਕ ਲੱਗਣੇ ਉਹਦੇ ਬਾਰੇ ਤਾਂ ਕੋਈ ਦੱਸੇ। ਔਰ ਮੈਂ ਮੇਰਾ ਪੇਸ਼ੈਂਟ ਜਿਹੜਾ ਵੀ ਹੁੰਦਾ ਜੀ, ਮੈਂ 1 ਘੰਟਾ ਪਹਿਲੀ ਵਾਰੀ ਉੱਥੇ ਲਾਉਣਾ ਦੱਸਣ ਵੀ ਕੀ ਥੋੜ੍ਹੇ ਜਿਹੇ ਨੁਕਸ ਆ ਕਿੱਥੇ, ਹਾਂ ਜੇ ਕੋਈ ਨੁਕਸ ਵੀ ਆਹ ਟੈਸਟ ਨੇ ਜਿਹੜੇ ਮੈਨੂੰ ਪਤਾ ਵੀ ਡਾਕਟਰ ਨੂੰ, ਉਹ ਵੀ ਜਾ ਕੇ ਆਪਣੀ GP ਤੋਂ ਚੈੱਕ ਕਰਵਾ ਕੇ ਆਓ, ਫਿਰ ਲਿਆਓ ਰਿਪੋਰਟ ਉਹ ਪੜ੍ਹਾਂਗੇ, ਫਿਰ ਵੀ ਉਹਨੇ ਸਲਾਹ ਲਵੋ, ਪਰ ਨਾਲ ਆਹ ਚੀਜ਼ਾਂ ਤੁਸੀਂ ਅੱਜ ਸ਼ੁਰੂ ਕਰ ਦਿਓ ਹੁਣ ਤੋਂ ਹੀ। ਮੈਂ ਨਾਲ ਤੁਹਾਡੀ ਹੈਲਪ ਕਰੂੰ, ਤੁਹਾਨੂੰ ਫੂਡ ਮੈਨਿਊ ਦੇਊਂ, ਤੁਹਾਨੂੰ ਨੈਚੁਰੋਪੈਥਿਕ ਦਵਾਈ ਦੀ ਲੋੜ ਉਹ ਦੇਊਂ, ਹੋਮਿਓਪੈਥੀ ਕਿਸੇ ਨੂੰ ਮਸਾਜ ਦੀ ਲੋੜ ਉਹ ਕਰੂੰ, ਉਹ ਸਾਰੀ ਚੀਜ਼ ਉਹਦੇ ਹਿਸਾਬ ਦੇ ਨਾਲ, ਤਾਂ ਕਿ ਰਲ ਕੇ ਚੱਲੋ ਸਿਸਟਮ ਨੂੰ। ਐਲੋਪੈਥੀ ਵੀ ਯੂਜ਼ ਕਰੀਓ, ਮੈਂ ਨਹੀਂ ਕਹਿੰਦਾ ਵੀ ਕੋਲੈਸਟਰੋਲ ਵਧੀਆ ਦਵਾਈਆਂ ਛੱਡ ਕੇ ਮੇਰੇ ਕੋਲ ਹੀ ਆ ਜਾਓ, ਆਪਾਂ ਕਿਸੇ ਨੂੰ ਰਿਸਕ ਹੀ ਨਹੀਂ ਪਾਉਣਾ, ਆਪਾਂ ਬਰਾਬਰ ਚੱਲਣਾ। ਜੇ ਮੇਰੀ ਦਵਾਈ ਨਾਲ ਆਰਾਮ ਆਉਣ ਲੱਗਿਆ, ਡਾਕਟਰੀ ਦਵਾਈ ਖਾਂਦਿਆਂ ਤੋਂ ਬਲੱਡ ਪ੍ਰੈਸ਼ਰ ਡਾਕਟਰ ਵਾਲੀ ਵੀ ਖਾ ਰਹੇ ਨੇ, ਮੇਰੀ ਵੀ ਖਾਣ ਲੱਗੇ, ਸਿਹਤ ਬਾਰੇ ਵੀ ਆਪਾਂ ਐਕਸਰਸਾਈਜ਼ ਕਰਨ ਲੱਗੇ, ਚੀਜ਼ਾਂ ਵੀ ਚੇਂਜ ਕਰ ਲਈਆਂ ਔਰ ਆਰਾਮ ਆਉਣ ਲੱਗ ਗਿਆ, ਬਲੱਡ ਪ੍ਰੈਸ਼ਰ 140 ਤੋਂ 120 ਤੇ ਆ ਗਿਆ, ਫਿਰ ਤੁਸੀਂ ਉਹ ਦਵਾਈ ਡਾਕਟਰ ਨੂੰ ਪੁੱਛ ਕੇ ਆਪਦੇ ਨੂੰ, ਫਿਰ ਨਹੀਂ ਮੈਂ ਕਹਿੰਦਾ ਮੈਨੂੰ ਪੁੱਛੋ, ਕਿਉਂਕਿ MD ਦੀ ਦਵਾਈ ਦੇ ਉੱਤੇ ਸਾਡਾ ਕੋਈ ਅਧਿਕਾਰ ਨਹੀਂ, ਕਿਉਂਕਿ ਉਹਨਾਂ ਨੂੰ ਲੀਗਲੀ ਕਿਹਾ ਵੀ ਇਹ ਉਹੀ ਫੈਸਲਾ ਕਰ ਸਕਦੇ ਕਿਸੇ ਦੀ ਫੇਟ ਦਾ। ਅਸੀਂ ਇਹਦੇ ਨਾਲ ਕੰਟਰੀਬਿਊਟਰੀ ਨਾਲ ਹੈਲਪ ਕਰਨ ਵਾਲੇ ਹੈਲਥ ਕੇਅਰ ਪ੍ਰੋਵਾਈਡਰ ਹਾਂ। ਮੈਂ ਆਪਦੇ ਆਪਣੇ MD ਨਹੀਂ ਕਹਿੰਦਾ, ਜਦ ਕਿ ਮੇਰੇ ਸਬਜੈਕਟ ਬਹੁਤ ਪੜ੍ਹੇ ਹੋਏ ਨੇ, ਉਹਦੇ ਕਾਫੀ ਨੌਲੇਜ ਆ ਉਸ, ਹਾਂਜੀ, ਪਰ ਉਹਦੇ ਨਾਲੋਂ ਚੱਲੋ। ਜਦੋਂ ਉਹ ਚੱਲਾਂਗੇ ਆਪਾਂ ਤਾਂ ਆਰਾਮ ਵੀ ਜਲਦੀ ਹੋ ਤੇ ਆਪਾਂ ਨੂੰ ਰੋਗਾਂ ਤੋਂ ਛੁਟਕਾਰਾ ਵੀ ਜਲਦੀ ਹੋ। ਹਾਂਜੀ, ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕ੍ਰੋਨਿਕ ਰੋਗ ਕੋਈ ਹੋ ਗਿਆ ਸਿਹਤ ਦੇ ਵਿੱਚ, ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਅਪੋਪਟੋਸਿਸ ਜਿਹੜੇ ਹੁੰਦੇ ਆ, ਉਹ ਦੱਸੋ ਕਿ ਉਹ ਕਿਵੇਂ ਹੁੰਦੇ ਤੇ ਉਹ ਹੈ ਕੀ ਆ, ਥੋੜਾ ਜਿਹਾ ਉਹਦੇ ਤੇ ਹੋਰ ਡੀਟੇਲ ਦੇ ਵਿੱਚ ਦੱਸੋ। ਹਾਂਜੀ, ਪਹਿਲਾਂ ਅਪੋਪਟੋਸਿਸ ਅਗੇਨ ਮੈਂ ਦੱਸਿਆ ਵੀ ਪ੍ਰੋਗਰਾਮਡ ਡੈਥ ਆਫ ਸੈਲਸ, ਵੀ ਜਿਹੜੀ ਕੋਈ ਨੁਕਸ ਪੈ ਜਾਵੇ ਤਾਂ ਬੋਡੀ ਤੁਹਾਡੇ ਸੈੱਲਾਂ ਨੂੰ ਹੁਕਮ ਦਿੰਦੀ ਆ ਮਰਨ ਦਾ। ਉਹ ਅਪੋਪਟੋਸਿਸ ਦੇ ਨਾਲ ਵੀ ਇਹ 2 ਟਰਮਾਂ ਨੇ ਜੀ, ਜਾਣੀ ਜਦੋਂ ਸੈੱਲ ਡੈਥ 3 ਕਿਸਮ ਦੀ ਆ। ਇੱਕ ਤਾਂ ਆਪਣੇ ਸੈੱਲ ਵੇਅਰ ਐਂਡ ਟੇਅਰ ਹੁੰਦੇ ਆ, ਕਈ ਸੈੱਲ ਐਸੇ ਨੇ ਜਿਹੜੇ ਰੋਜ਼ ਬਣਦੇ ਆ, ਕਈ ਮੈਮਰੀ ਸੈੱਲ ਕਈ ਸਾਲਾਂ ਬਾਅਦ ਬਣਦੇ ਨੇ, ਬਹੁਤ ਕਿਸਮਾਂ ਦੇ ਸੈੱਲ, ਆਪਾਂ ਉਹ ਡਿਟੇਲ 'ਚ ਨਹੀਂ ਜਾਣਾ। ਪਰ ਜਦੋਂ ਪ੍ਰੋਬਲਮ ਨਾਲ ਸੈੱਲ ਮਰ ਜਾਂਦਾ ਇਮੈਚਿਓਰਲੀ, ਉਹ 2 ਕਿਸਮ ਦਾ ਜੀ, ਜਾਂ ਅਪੋਪਟੋਸਿਸ ਨਾਲ ਮਰਦੇ ਨੇ ਜਾਂ ਨੈਕਰੋਸਿਸ ਨਾਲ ਮਰਦੇ ਆ। ਅਪੋਪਟੋਸਿਸ ਜਦੋਂ ਅੰਦਰੂਨੀ ਤੌਰ ਤੇ ਜਦੋਂ ਉਹ ਸੈੱਲ ਜਾਂ ਗਰੁੱਪ ਆਫ ਸੈੱਲ ਫੈਸਲਾ ਕਰਦਾ ਵੀ ਅਸੀਂ ਗਲਤ ਹੋ ਗਏ ਹੁਣ ਮਰਜੀ ਹੈ, ਜਾਂ ਨਾਲ ਦੇ ਉਹਨੂੰ ਆਰਡਰ ਕਰਦੇ ਨੇ ਮਰਨ ਨੂੰ, ਉਹ ਮਰ ਜਾਂਦਾ, ਉਹ ਅਪੋਪਟੋਸਿਸ ਇੰਟ੍ਰਿੰਸਿਕ ਔਰ ਐਕਸਟ੍ਰਿੰਸਿਕ। ਦੂਸਰੀ ਟਰਮ ਹੈਗੀ ਜੀ ਨੈਕਰੋਸਿਸ। ਨੈਕਰੋਸਿਸ ਇੱਦਾਂ ਨਹੀਂ ਹੁੰਦਾ, ਉਹ ਹੁੰਦਾ ਬਾਹਰਲੀ ਇੰਜਰੀ ਨਾਲ। ਹੁਣ ਮੇਰੇ ਇੱਥੇ 60 ਵੱਜੀ ਬਹੁਤ, ਇੱਥੋਂ ਸੈੱਲ ਕ੍ਰਸ਼ ਹੋ ਗਏ, ਕ੍ਰਸ਼ ਹੋ ਕੇ ਤਾਂ ਕਾਲਾ ਜਿਹਾ ਹੋ ਗਿਆ, ਉਹ ਸੈੱਲ ਮਰ ਗਏ। ਉਹ ਐਕਸਟਰਨਲ ਇੰਜਰੀ ਨੇ ਸਾਡੇ ਸੈੱਲਾਂ ਨੂੰ ਨਕਾਰਾ ਕਰਤਾ, ਫਿਰ ਬੋਡੀ ਦੇ ਨਾਲ ਉਹ ਜਿਹੜੀ ਬੋਡੀ ਉਹਨੂੰ ਫੇਰ ਮਾਰਦੀ ਆ, ਉਹ ਨੈਕਰੋਸਿਸ। ਉਹ ਦੋਨੋਂ ਚੀਜ਼ਾਂ ਚੱਲਦੀਆਂ ਨੇ, ਦੋਨਾਂ ਦੀ ਜ਼ਰੂਰਤ ਆ। ਜੇ ਚੱਲਣਗੀਆਂ ਤਾਂ ਫਾਇਦਾ ਹੁੰਦਾ ਚਲਾ ਜਾਊਗਾ ਔਰ ਬੰਦਾ ਬਹੁਤ ਸਾਰੀ ਬਿਮਾਰੀਆਂ ਤੋਂ ਬਚ ਸਕਦਾ। ਆਪਾਂ ਇਹ ਵੀ ਕਰਾਂਗੇ ਵੀ ਕਿਹੜੀ ਕਿਹੜੀ ਚੀਜ਼ਾਂ ਨਾਲ ਇਹ ਚੀਜ਼ ਨੂੰ ਆਪਾਂ ਇਹਨਾਂ ਨੂੰ ਚਾਲੂ ਰੱਖ ਸਕਦੇ ਹਾਂ। ਕੈਮੀਕਲ ਜਿਹੜੀ ਅੰਦਰ ਸਾਡੇ ਸਿਸਟਮ ਦੇ ਵਿੱਚ ਇੱਕ ਘਟਨਾ ਵਾਪਰ ਰਹੀ ਆ, ਉਹਨੂੰ ਅਸੀਂ ਕਿਵੇਂ ਰੱਖਣਾ, ਉਹ ਮੋਸਟ ਇੰਪੋਰਟੈਂਟ ਆ, ਉਸ ਤੇ ਚੱਲਣਾ ਪਾਵਾਂਗੇ ਜੀ। ਕਈ ਵਾਰੀ ਇੰਜ ਹੁੰਦਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਸੈੱਲਾਂ ਦਾ ਮਰ ਜਾਣਾ, ਬਹੁਤੀ ਵਾਰੀ ਅਸੀਂ ਸੁਣਦੇ ਹਾਂ, ਕਈ ਵਾਰੀ ਲੋਕਾਂ ਨੂੰ ਪੂਰੀ ਨੌਲੇਜ ਨਹੀਂ ਹੁੰਦੀ, ਪੂਰਾ ਉਹਨਾਂ ਨੂੰ ਪਤਾ ਨਹੀਂ, ਉਹ ਕਹਿੰਦੇ ਕਿ ਸਾਡੇ ਜੀ ਸੈੱਲ ਘਟਣ ਲੱਗ ਪਏ ਜਾਂ ਮੇਰੇ ਆ ਬਲੱਡ ਦੇ ਸੈੱਲ ਮਰਨ ਲੱਗ ਪਏ ਆ, ਸੋ ਉਹ ਪੂਰੀ ਡੀਟੇਲ ਦੇ ਵਿੱਚ ਨਹੀਂ ਜਾਂਦੇ। ਸੋ ਸੈੱਲ ਘਟਣੇ ਇਹ ਕੀ ਕਾਰਨ ਹੁੰਦਾ ਹੈ? ਦੇਖੋ ਜੀ, ਉਹ ਇੱਕ ਲੰਬੀ ਗੱਲ ਆ, ਉਹ ਸਿੱਧਾ ਆਪਾਂ ਸਾਰਾ ਕੁਝ ਅਪੋਪਟੋਸਿਸ ਨਾਲ ਨਹੀਂ ਜੁੜਿਆ ਹੋਇਆ। ਸੈੱਲ ਘਟਦੇ, ਮੰਨ ਲਓ ਹੀਮੋਗਲੋਬਿਨ ਜਾਂ ਤੁਸੀਂ WBC ਨੇ, RBCs ਨੇ, RBC ਰੈੱਡ ਬਲੱਡ ਕਾਰਪਸਲਸ ਨੇ, ਉਹਦੇ 9 ਹਿੱਸੇ ਨੇ, ਗਾ WBC ਦੇ 4-5 ਉਹਨਾਂ ਦੇ ਨੇ। ਜਾਂ ਆਪਾਂ ਟੈਸਟ ਕਰਾਉਣੇ, ਆਪਾਂ ਬਲੱਡ ਪ੍ਰੋਫਾਈਲ ਕਰਾਉਣੇ ਤਾਂ ਸਾਰੇ ਆਏ ਨੇ ਵੀ ਨਿਊਟ੍ਰੋਸੈਲ ਕਿੰਨੇ ਨੇ, ਜ਼ੀਨੋਫਿਲਸ ਕਿੰਨੇ ਨੇ, ਬੇਸੋਫਿਲਸ ਕਿੰਨੇ ਨੇ, ਐਂਡ ਸੋ ਔਨ। ਫਿਰ ਹੀਮੋਗਲੋਬਿਨ ਕਿੰਨੀ ਆ, ਫੈਰਟਨ ਕਿੰਨੀ ਆ, ਆਇਰਨ ਕਿੰਨਾ। ਉਹ ਉਹਨਾਂ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਨੇ, ਜਾਂ ਕਿਸੇ ਨੂੰ ਬੰਦਾ ਐਨੈਮਿਕ ਆ, ਉਹਦੀ ਹੀਮੋਗਲੋਬਿਨ ਘਟ ਗਈ, ਕਿਵੇਂ ਘਟੀ ਹੈ, ਕਈ ਰੀਜ਼ਨ ਨੇ, ਜਾਂ ਆਇਰਨ ਘਟ ਗਿਆ। ਇਹ ਹੋ ਸਕਦਾ ਆਇਰਨ ਜਾਂ ਤਾਂ ਬੰਦਾ ਖਾਂਦਾ ਹੀ ਘੱਟ ਆ, ਜਾਂ ਉਹ ਗਲਤ ਚੀਜ਼ਾਂ ਖਾ ਕੇ ਉਹਦਾ ਅਬਜ਼ੌਰਬ ਨਹੀਂ ਹੁੰਦਾ, ਜਾਂ ਸਿਸਟਮ 'ਚ ਕੋਈ ਨੁਕਸ ਪੈ ਗਿਆ ਉਹ ਘਟ ਗਿਆ। ਜਾਂ ਜਿਵੇਂ ਆਪਾਂ ਕਈ ਵਾਰੀ ਜਦੋਂ ਜੀ ਆਮ ਆਪਣੀ ਗੱਲ ਹੁੰਦੀ ਹੈ ਵੀ B12 ਘਟਿਆ ਹੋਇਆ, ਮੇਰੇ ਕੋਲ ਵੀ ਆਉਂਦੇ ਰਹਿੰਦੇ ਤਾਂ ਪੇਸ਼ੈਂਟ B12 ਹੈ ਨਹੀਂ ਜੀ, ਮੈਂ ਟੀਕੇ ਲਵਾਏ,
ਹਜੇ ਆਪਾਂ ਟੀਕੇ ਗੋਲੀਆਂ ਦੀ ਵੀ ਗੱਲ ਕਰੀਏ, ਨੈਚੁਰੋਪੈਥੀ 'ਚ ਵੀ ਦਵਾਈਆਂ ਨੇ, ਜਿਵੇਂ B12 ਦੀ ਸਿੱਧੀ ਖਾਣ ਵਾਲੀਆਂ ਜਾਂ ਸਬਲਿੰਗੁਅਲ ਵਿੱਚ ਵੀ ਥੱਲੇ ਰੱਖਣ ਵਾਲੀਆਂ, ਡਾਕਟਰ ਵੀ ਪ੍ਰਿਸਕ੍ਰਾਈਬ ਕਰਦੇ ਨੇ, MDs ਵੀ ਕਰਦੇ ਆ, ਜਾਂ ਟੀਕਾ ਲਾਉਂਦੇ ਨੇ। ਟੀਕਾ ਲਾਉਣ ਦਾ ਮਤਲਬ ਇਹ ਆ ਵੀ ਜੇ ਕਿਸੇ ਘਟਿਆ ਹੋਵੇ ਤਾਂ ਟੀਕਾ ਜਿਹੜਾ ਇੰਟਰਾਮਸਕੂਲਰ ਖਾਸ ਕਰ ਲਾਉਣਾ ਉਹ ਜਲਦੀ ਅਸਰ ਕਰਦਾ ਦੂਸਰੀ ਗੋਲੀਆਂ ਨਾਲੋਂ। ਪਰ ਜੇ ਆਪਾਂ ਦੇਖੀਏ ਬਈ B12 ਕਿਉਂ ਘਟਿਆ ਜੀ, ਇੱਕ ਫੈਮਿਲੀ 'ਚ ਆਪਾਂ ਹੈਗੇ ਆ, ਇੱਕੋ ਜਿਹੀ ਦਵਾਈ ਖਾਂਦੇ ਆ, ਇੱਕ ਠੀਕ ਆ ਬੰਦਾ, ਹਸਬੈਂਡ ਵਾਈਫ ਦੋ ਭੈਣ ਭਰਾ, ਇੱਕ ਨੂੰ ਕਿਉਂ ਘਟਿਆ? ਉਹਦੇ ਪਿੱਛੇ ਬਲਜਿੰਦਰ ਇਹ ਹੈ, ਇੱਕ ਮੈਦੇ ਦੇ ਵਿੱਚ ਇੱਕ ਫੈਕਟਰ ਹੈ ਕਹਿੰਦੇ ਨੇ ਉਹਨੂੰ, ਉਹਦਾ ਨਾਂ ਹੈਗਾ ਇੰਟ੍ਰਿੰਸਿਕ ਫੈਕਟਰ। ਇੰਟ੍ਰਿੰਸਿਕ ਫੈਕਟਰ ਇੱਕ ਸਬਸਟੈਂਸ ਆ, ਉਹ ਜਦੋਂ ਨਿਕਲਦਾ ਤਾਂ ਖੂਨ ਦੇ ਵਿੱਚੋਂ ਮੈਦੇ 'ਚ ਪਹਿਲਾਂ ਬਾਹਰ ਆਉਂਦਾ, ਜਦੋਂ ਆਪਣੀ ਖੁਰਾਕ ਆਪਾਂ ਪਚਾ ਰਹੇ ਹੁੰਦੇ ਹਾਂ ਉਹਦੇ ਵਿੱਚੋਂ ਆਇਰਨ ਨੂੰ ਜਿਹੜਾ ਫੂਡ 'ਚੋਂ ਆਇਆ, ਜਿਵੇਂ ਆਪਾਂ ਪਾਲਕ ਖਾਧੀ ਆ, ਬਰੋਕਲੀ, ਨਟਸ ਖਾਧੇ ਆ, ਕਿਤੋਂ ਵੀ ਜਦ ਮੀਟ 'ਚੋਂ ਆਇਰਨ ਮਿਲਿਆ ਉਹਨੂੰ ਅਬਜ਼ੋਰਬ ਕਰਨਾ, ਜੋ ਜਾਣੀ ਕਿ ਇੰਟ੍ਰਿੰਸਿਕ ਫੈਕਟਰ ਥੋੜ੍ਹਾ ਜਿਹਾ ਘਟ ਗਿਆ ਜੀ, ਫਿਰ ਤੁਹਾਨੂੰ ਉਹ ਖਾਧਾ ਹੋਇਆ ਪੂਰਾ B12 ਵੀ ਨਹੀਂ ਲੱਗਣਾ। ਸੋ ਮੇਰੇ ਹਿਸਾਬ ਨਾਲ ਜਦੋਂ ਡਾਕਟਰ ਵੀ ਆਪਣੇ ਫੈਮਿਲੀ ਡਾਕਟਰ ਵੀ ਸਿੱਧਾ ਕਹਿੰਦੇ ਦਵਾਈ ਖਾ ਲਓ, ਜੇ ਮੇਰੀ ਚੱਲੇ ਮੈਂ ਕੋਈ ਇੰਟ੍ਰਿੰਸਿਕ ਫੈਕਟਰ ਕਿਉਂ ਨਹੀਂ ਚੈੱਕ ਕੀਤਾ ਜਾਂਦਾ ਜੀ? ਉਹਨੂੰ ਤਰੀਕੇ ਦੱਸੋ ਵੀ ਤੈਨੂੰ ਸਦਾ ਨਾ ਖਾਣਾ ਪਵੇ ਆਇਰਨ ਦੀਆਂ ਗੋਲੀਆਂ ਜਾਂ ਉਹਦਾ ਆਇਰਨ ਦੇ ਜਿੰਨੀਆਂ ਵੀ ਕਿਸੇ ਦੀ ਮੈਡੀਕੇਸ਼ਨ ਹੈਗੀ ਜਾਂ ਟੀਕੇ, ਤੁਸੀਂ ਆਹ ਚੀਜ਼ ਨਾਲ ਸਿਸਟਮ ਨੂੰ ਸੈੱਟ ਕਰੋ। ਉਹਦੇ ਵਿੱਚ ਆਪਾਂ ਸਿਰਫ ਚੰਗੀਆਂ ਫੂਡਸ ਐਡ ਕਰਕੇ, ਮਾੜੀਆਂ ਕੱਢ ਕੇ ਚੰਗੀਆਂ ਪਾ ਕੇ ਉਹਨੂੰ ਬੜੀ ਈਜ਼ੀਲੀ ਕਰ ਸਕਦੇ ਆ ਬਿਨਾਂ ਬਹੁਤ ਡੂੰਘੀ ਦਵਾਈ ਖਾਣ ਤੋਂ। ਤੇ ਇੱਕ ਜਿੱਦਾਂ ਤੁਸੀਂ B12 ਦੀ ਗੱਲ ਕੀਤੀ ਸੀ, ਤੇ ਕਈ ਵਾਰੀ ਕਹਿੰਦੇ ਕੈਲਸ਼ੀਅਮ ਦੀ ਘਾਟ ਆ ਜਾਂ ਕੁਛ ਨਾ ਕੁਛ ਇਹੋ ਜਿਹੀਆਂ ਰੈਗੂਲਰਲੀ ਜਾਣਾ ਪੈਂਦਾ, ਹਰ 2 ਵੀਕ ਬਾਅਦ ਇੰਜੈਕਸ਼ਨ ਲੈਣ ਜਾਣਾ ਪੈਂਦਾ, B12 ਦੇ ਵੀ ਲੈਣੇ ਪੈਂਦੇ ਹੈਗੇ ਆ। ਸੋ ਇਹਨੂੰ ਜੇ ਅਸੀਂ ਹੋਮੋਪੈਥੀ ਦੀ ਦਵਾਈ ਦੇ ਨਾਲ, ਹੋਮੋਪੈਥਿਕ ਕੋਈ ਮੈਡੀਸਨ ਦੇ ਨਾਲ ਇਹਨੂੰ ਕਰਨਾ ਹੋਵੇ ਤੇ ਵਧੀਆ ਆਪਣੀ ਡਾਈਟ ਨਾਲ ਕਰਨਾ ਹੋਵੇ ਤੇ ਕਿਉਰੇਬਲ ਆ, ਜ਼ਿਆਦਾ ਬੈਟਰ ਰਹੂਗਾ ਤੁਹਾਡੇ ਖਿਆਲ 'ਚ? ਬਿਲਕੁਲ ਜੀ। ਉਹ ਹੁਣ ਜਦੋਂ ਆਪਾਂ ਇਸ ਗੱਲ 'ਤੇ ਕਰਦੇ ਹਾਂ, ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੀ ਬਿਮਾਰੀ ਵੀ ਹੈ ਜੀ, ਉਹ ਮੋਸਟਲੀ ਆਪਾਂ ਮੇਨ ਆਪਾਂ 2 ਹਿੱਸਿਆਂ 'ਚ ਵੰਡੀਏ। ਇੱਕ ਤਾਂ ਹੈਗੀ ਜਿਹੜੀ ਕਿਸੇ ਬੈਕਟੀਰੀਆ ਨਾਲ ਇੰਡਿਊਸ ਹੋ ਗਈ ਹੋਈ ਹੈ, ਕੀਟਾਣੂ ਆ ਗਿਆ ਬਾਹਰੋਂ, ਉਹ 'ਚ ਵਾਇਰਸ ਵੀ ਨਹੀਂ ਰਹਿੰਦੇ, ਕੋਈ ਵਾਇਰਸ 'ਤੇ ਵੀ ਐਂਟੀਬਾਇਓਟਿਕ ਅਸਰ ਨਹੀਂ ਕਰਦਾ, ਜਿਵੇਂ ਕੋਵਿਡ 'ਤੇ ਨਹੀਂ ਕਰਦਾ, ਫਲੂ 'ਤੇ ਨਹੀਂ ਕਰਦਾ। ਉੱਥੇ ਐਲੋਪੈਥਿਕ ਦਵਾਈ ਲੈ ਕੇ ਫਟਾਫਟ ਆਰਾਮ, ਜਾਂ ਕਿਸੇ ਨੂੰ ਗਨੋਰੀਆ ਹੋ ਗਈ, ਵੈਨਲ ਡਿਜ਼ੀਜ਼ ਹੋ ਗਈ, ਟਾਈਫਾਈਡ ਹੋ ਗਿਆ, TB ਹੋ ਗਈ, ਜਿਹਨੂੰ ਸਿੱਧਾ ਬੈਕਟੀਰੀਆ ਆ ਗਿਆ, ਉੱਥੇ ਚੁੱਪ ਕਰਕੇ ਜਾਓ, ਇਲਾਜ ਕਰਾਓ, ਕੋਰਸ ਲਓ ਜੋ ਡਾਕਟਰ ਕਹਿੰਦੇ ਨੇ। ਹਾਂ, ਨਾਲੇ ਮੈਂ MD ਨਹੀਂ ਪਰ ਇੱਕ ਸਲਾਹ ਦੇਣ ਲੱਗਿਆ, ਜਦ ਕਿਸੇ ਡਾਕਟਰ ਨੇ MD ਨੇ ਤੁਹਾਨੂੰ ਐਂਟੀਬਾਇਓਟਿਕ ਲਿਖਤੀ ਵੀ 7 ਦਿਨ ਜਾਂ 10 ਦਿਨ ਖਾਣੀ ਆ, ਜਾਂ ਜਿੰਨਾ ਵੀ ਚਿਰ ਉਹਨਾਂ ਨੇ ਕਹਿਤਾ ਜਿੰਨੇ ਮਰਜ਼ੀ ਬੰਦੇ ਦੀ ਠੀਕ ਹੋ ਜਾਓ, ਉਹਨੂੰ ਬੰਦ ਨਾ ਕਰੋ। ਜੇ ਤੁਸੀਂ ਵਿਚਾਲੇ ਬੰਦ ਕਰਤੀ, ਡਾਕਟਰ ਨੇ ਕਿਹਾ 10 ਦਿਨ, ਤੁਹਾਨੂੰ ਆਰਾਮ ਆ ਗਿਆ 5 ਦਿਨ ਬਾਅਦ ਤੁਸੀਂ ਛੱਡਤੀ, ਯੂ ਵਿਲ ਬਿਗ ਟਰਬਲ, ਕਿਉਂਕਿ ਕੁਛ ਕੀਟਾਣੂ ਜੇ ਬਚ ਕੇ ਬਰੀਕ ਹੋ ਗਏ, ਉਹਨਾਂ ਨੇ ਐਸਾ ਸੁਪਰ ਬਗ ਬਣਨਾ, ਉਹ ਡਾਕਟਰ ਤੋਂ ਵੀ ਠੀਕ ਨਹੀਂ ਹੋਣਾ, ਦਵਾਈ ਤੋਂ ਵੀ ਨਹੀਂ ਹੋਣਾ। ਸੋ ਜਦੋਂ ਉਹ ਵੀ ਖਾਂਦੇ, ਮੇਰੇ ਕੋਲ ਵੀ ਆਉਂਦੇ ਨੇ ਬੰਦੇ, ਆਹ ਦਵਾਈ ਖਾਂਦੇ ਜੀ ਆਰਾਮ ਵੀ ਆ, ਮੈਂ ਕਹਿੰਦਾ ਵੀ ਇਹ ਡਾਕਟਰ ਦੀ ਦਵਾਈ ਪੂਰੀ ਮੁਕਾਈ ਬਿਨਾਂ ਮੈਂ ਤੁਹਾਨੂੰ ਦਵਾਈ ਨਹੀਂ ਦੇਣੀ। ਔਰ ਜਦ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਦੂਸਰਾ, ਮੰਨ ਲਓ ਕੈਲਸ਼ੀਅਮ ਘਟਿਆ ਜਾਂ ਆਇਰਨ ਘਟਿਆ, ਮੇਰੇ ਕੋਲ ਜੋ ਲੋਕ ਆਉਂਦੇ ਨੇ, ਮੈਂ ਪਹਿਲਾਂ ਤਾਂ ਖੁਰਾਕ ਦੀ ਚੇਂਜ ਕਰਦਾ, ਕੁਛ ਨੈਚੁਰੋਪੈਥਿਕ ਚੀਜ਼ਾਂ ਨਾਲ ਦਿੰਦਾ, ਉਹ ਬੋਡੀ ਨੂੰ, ਸੈੱਲਾਂ ਨੂੰ ਸਟਰੋਂਗ ਕਰਨ ਨੂੰ, ਪੇਟ ਠੀਕ ਕਰਨ ਨੂੰ ਵਗੈਰਾ ਵਗੈਰਾ, ਕੁਛ ਆਯੁਰਵੈਦਿਕ ਜੜੀਆਂ ਬੂਟੀਆਂ ਜਾਂ ਹਰਬਲ ਮੈਡੀਸਨ ਨਾਲ ਹੋਮਿਓਪੈਥੀ ਐਜ਼ ਏ ਮੈਡੀਸਨ। ਜਿਵੇਂ ਫੋਰ ਐਗਜ਼ਾਮਪਲ ਸਾਡੀ ਇੱਕ ਦਵਾਈ, ਮੈਂ ਨਾਂ ਵੀ ਲੈ ਦਿੰਦਾ, ਉਹਦਾ ਨਾਂ ਹੈਗਾ ਫੈਰਮਫੋਸ। ਫੈਰਮਫੋਸ ਦਾ ਮਤਲਬ ਹੈ ਆਇਰਨ ਫੋਸਫੇਟ। ਉਹ ਆਮ ਬੰਦੇ ਨੂੰ ਜੇ ਦੇ ਦਈਏ, ਕੁਝ ਚੀਜ਼ਾਂ ਹੋਰ ਵੀ ਦੇਖਣੀ ਪੈਣਗੀਆਂ, ਆਮ ਹੀ ਘਟਿਆ ਹੋਇਆ ਆਇਰਨ, ਤਾਂ ਉਹ ਆਮ ਵੀ ਬੰਦਾ ਲੈ ਲਵੇ ਤਾਂ ਉਹ 80% ਬੰਦਿਆਂ ਦਾ ਉਹਨੇ ਆਇਰਨ ਠੀਕ ਕਰ ਦੇਣਾ। ਜਿਵੇਂ ਕੈਲਸ਼ੀਅਮ ਆ, ਤੁਸੀਂ ਸਾਡੀ ਇੱਕ ਦਵਾਈ ਹੈਗੀ ਹੋਮਿਓਪੈਥੀ ਦੀ, ਬਾਇਓਕੈਮਿਕ ਚਾਹੁੰਦੀ ਆ, ਉਹਨੂੰ ਆਪਾਂ ਕਹਿੰਦੇ ਕੈਲਕੇਰੀਆ ਫਾਸਫੋਰਿਕਮ ਜਾਂ ਕੈਲਕੇਰੀਆ ਫਾਸ, ਉਹ ਵੀ ਲੈ ਲਈ ਤਾਂ ਕੈਲਸ਼ੀਅਮ ਨੂੰ ਕਾਫੀ ਹੱਦ ਤੱਕ ਉਹਨੇ ਠੀਕ ਕਰ ਦੇਣਾ। ਉਹਦੇ ਉਲਟ ਜੇ ਤਾਂ ਡਾਕਟਰ ਦੀ ਸਲਾਹ ਦੀ ਕੈਲਸ਼ੀਅਮ ਦੀਆਂ ਗੋਲੀਆਂ ਖਾਧੀਆਂ ਜੀ, ਆਪਣੇ ਜਨਰਲ ਪ੍ਰੈਕਟੀਸ਼ਨਰ ਜਿਹੜੇ ਤੁਹਾਡੇ ਜਾਂ ਆਪਣੇ ਫੈਮਿਲੀ ਡਾਕਟਰ, ਫਿਰ ਤਾਂ ਉਹਨਾਂ ਨੂੰ ਪਤਾ, ਜੇ ਤੁਸੀਂ ਆਵਾਗਮਨ ਚੱਕ ਕੇ ਉਹੀ ਕੈਲਸ਼ੀਅਮ ਖਾਣ ਲੱਗ ਵੀ ਚਲੋ ਉਹੀ ਖਾਂਦੇ ਆ, ਔਰ ਲੰਡਨ ਡਾਕਟਰ ਤੋਂ ਲਈ ਕਿਤੋਂ ਵੀ ਖਾ ਲਈ, ਉਹਦੇ ਨਾਲ ਟੂ ਮੱਚ ਖਾਣ ਨਾਲ ਜਿੱਦਾਂ ਜੀ ਤੁਹਾਡੇ ਅੰਦਰ ਪੱਥਰੀਆਂ ਹੋ ਸਕਦੀਆਂ ਨੇ, ਗੈਲ ਬਲੈਡਰ 'ਚ ਵੀ, ਲਿਵਰ 'ਚ, ਅਤੇ ਆਪਣੇ ਯੂਰੀਨਰੀ ਬਲੈਡਰ ਦੇ ਵਿੱਚ ਵੀ, ਉਹ ਟੂ ਮੱਚ, ਹੋਰ ਵੀ ਕਈ ਨੁਕਸ। ਸੋ ਐਵੇਂ ਕੋਈ ਵੀ ਚੀਜ਼, ਚਾਹੇ ਉਹ ਸਪਲੀਮੈਂਟ ਵੀ ਆ, ਉਹਨੂੰ ਤੁਸੀਂ ਧੱਕੇ ਨਾਲ ਆਪਣੀ ਮਰਜ਼ੀ ਤੋਂ ਬਿਨਾਂ ਖਾਓ। ਜੇ ਸਪਲੀਮੈਂਟ ਖਾਣੇ ਆ, ਸਾਡੇ ਵਰਗੇ ਕੋਲ ਆਓ ਜਿਹੜੇ ਨਿਊਟ੍ਰੀਸ਼ਨਿਸਟ ਨੇ, ਉਹਨੂੰ ਪਤਾ। ਤੁਸੀਂ ਦੂਜੀ ਕੋਈ ਸਕੈਜੂਲ ਲੈ ਲਿਆ, ਡਰੱਗ ਖਾਣੀ ਹੈ ਜਿਹੜੀ ਪ੍ਰੋਹਿਬਿਟਡ ਆ, ਉਹ ਆਪਣੇ MD ਦੀ ਸਲਾਹ ਤੋਂ ਬਿਨਾਂ ਛੱਡੋ ਨਾ। ਜਿਵੇਂ ਚੱਲਦੇ ਨੇ ਉਹਦੇ ਨਾਲ ਚੱਲੋ, ਨੀਮ ਹਕੀਮ ਖਤਰਾ ਹੈ ਜਾਨ, ਆਪਦੇ ਡਾਕਟਰ ਆਪ ਨਾ ਬਣੋ, ਆਪ ਨੂੰ ਸਿਹਤ ਦਾ ਖਿਆਲ ਰੱਖਣ ਨੂੰ ਉਹ ਬਣ ਜਾਓ ਵੀ ਮੈਂ ਇੰਨੀ ਕੁ ਐਕਸਰਸਾਈਜ਼ ਕਰਨੀ ਆ, ਮੈਂ ਚੰਗੀ ਚੀਜ਼ ਖਾਣੀ ਆ,
ਮੈਂ ਮਾੜੀਆਂ ਤੋਂ ਪਰੇ ਰਹਿਣਾ, ਮੈਂ ਲਾਈਫ ਸਟਾਈਲ ਵਧੀਆ ਰੱਖਣਾ। ਔਰ ਜਿਹੜੇ ਮੈਂ 3 ਚੀਜ਼ਾਂ ਬਲਜਿੰਦਰ ਜੀ ਮੈਂ ਲੋਕਾਂ ਨੂੰ ਸਿਖਾਉਂਦਾ ਹੁੰਦਾ ਵੀ 3 W's ਬਾਰੇ ਤਾਂ ਸਾਰੀ ਦੁਨੀਆ ਜਾਣਦੀ ਵੀ ਵਰਕ ਵੈਦਰ ਤੇ ਵਰਕ ਵੂਮਨ ਕਹਿੰਦੇ ਸੀ, ਉਹਦਾ ਅੱਜ ਕੱਲ੍ਹ ਵੂਮਨ ਕੋਲ ਪਰਸਨ ਕਹਿ ਲਓ ਕਿਉਂਕਿ ਫਰਕ ਹੀ ਨਹੀਂ ਰਿਹਾ। ਉਹ ਪਤਾ ਨਹੀਂ ਕਿਹਨੇ ਬਣਾਈਆਂ ਪਰ ਚੱਲਦੀਆਂ ਨੇ ਵੀ ਪਤਾ ਨਹੀਂ ਵੀ ਜੋਬ ਦਾ ਨਹੀਂ ਪਤਾ, ਵੂਮਨ ਦਾ ਨਹੀਂ ਪਤਾ ਵੀ ਕੱਲ੍ਹ ਨੂੰ ਡਿਵੋਰਸ ਹੋ ਜਾਏ, ਬੰਦਿਆਂ ਦਾ ਵੀ ਨਹੀਂ ਐਕਚੁਅਲੀ ਪਤਾ, ਅਤੇ ਵਰਕ ਦਾ ਨਹੀਂ ਪਤਾ, ਵੈਦਰ ਵੀ ਚੇਂਜ ਹੋ ਜਾਵੇ। ਜਿਹੜੀ ਕਿ ਮੈਂ ਆਪਦੀ ਕਹਿ ਲਓ ਮੇਰੀ ਖਾਦ ਡਿਸਕਵਰੀ ਕਹਿ ਲਓ, ਉਹ ਮੈਂ ਕਹਿ ਰਿਹਾ ਪੂਰਾ ਟੀ ਵੀ 'ਤੇ ਵੀ ਮੈਂ ਉਹ ਕਿਤੇ ਪੜ੍ਹੀਆਂ ਨਹੀਂ, ਉਹ ਇੱਕ ਟਰਮ ਮੈਂ ਆਪਦੀ ਕੋਇਨ ਕੀਤੀ ਆ ਵੀ ਭਾਈ ਬਚਣ ਲਈ ਸਿਹਤ ਲਈ 3S ਦੇ ਉੱਤੇ ਪਹਿਰਾ ਦਿਓ, ਉਹਨਾਂ ਨੂੰ ਮੋਡੀਫਾਈ ਕਰੋ, ਉਹਨੂੰ ਚੇਂਜ ਕਰੋ। ਸੋ ਕਿਹੜੀਆਂ 3S ਆ? SSS ਸੋ ਕਿਹੜੀ ਹੈ ਇਹ ਦੱਸੋ। ਸਭ ਤੋਂ ਵੱਡਾ ਕਿਲਰ ਜਿਹੜੀ ਐਸ ਹੈਗੀ ਹੈ ਸਟ੍ਰੈਸ। ਸਟ੍ਰੈਸ ਸਾਨੂੰ ਮਾਰਦਾ ਸਭ ਤੋਂ ਜ਼ਿਆਦਾ, ਕੋਈ ਗੋਲੀ ਦਾ ਮਾਰ ਦੂ ਵੱਜੀ ਹੋਈ ਜਲਦੀ, ਪਰ ਸਟ੍ਰੈਸ ਇੱਕ ਵੱਡਾ ਕਰਨਾ। ਈਵਨ ਜਿਹੜੇ ਲੋਕਾਂ ਨੂੰ ਕਰੋਨਿਕ ਬਿਮਾਰੀਆਂ, ਈਵਨ ਕੈਂਸਰ ਵੀ ਹੋ ਜਾਂਦਾ, ਜਦ ਮਰਜ਼ੀ ਦੇਖ ਲਓ ਉਹਦੇ ਪਿੱਛੇ ਕੋਈ ਗਰੀਬ ਸਟ੍ਰੈਸ ਲੰਬਾ ਚੱਲਿਆ ਹੁੰਦਾ। ਉਹ ਕਿਸੇ ਡਾਕਟਰ ਨੂੰ ਪੁੱਛ ਲਿਓ, ਮੇਰੀ ਸਲਾਹ ਤੁਸੀਂ ਰਿਸਰਚ ਕਰ ਲਿਓ, ਮੇਰੀ ਕੀਤੀ ਹੋਈ ਆ। ਮੈਜੋਰਟੀ ਐਦਾ ਰੇਡੀਏਸ਼ਨ ਨਾਲ ਸਿੱਧੀ ਨਾਲ ਇੱਕਦਮ ਵੀ ਹੋ ਸਕਦਾ ਕੈਂਸਰ, ਕਿਸੇ ਬੰਬ ਚੱਲਣ ਨਾਲ, ਜਾਂ ਰਸ਼ੀਆ ਵਾਲੇ ਨੂੰ ਆਤਾ ਕੋਈ ਨੂੰ ਕੋਈ ਦੇ ਦਿੰਦੇ ਨੇ ਕੋਈ ਚੀਜ਼ ਐਸਾ, ਕੋਈ ਜਰਮ ਜਾਂ ਕੋਈ ਐਸਾ, ਉਹ ਇੰਨੀ ਵੱਡੀ ਗੱਲ ਆ। ਪਰ ਉਹ ਹੈਗਾ ਇਹ ਉਹਨੂੰ ਆਪਾਂ ਸਟ੍ਰੈਸ ਨੂੰ ਕਿਵੇਂ ਹਟਾਉਣਾ, ਉਹ ਗਾਂ ਦਾ ਨਾਲ ਚੀਜ਼ ਹੈ। ਸਟ੍ਰੈਸ ਤੋਂ ਬਚਣ ਨੂੰ ਤੁਸੀਂ ਦੂਜੀ ਇਸ ਵਰਤ ਨੂੰ ਮੋਡੀਫਾਈ ਕਰਕੇ ਸਰੀਨ ਹੋ ਜਾਓ, SERENE, ਇਨ ਵੇ ਵੀ ਤੁਸੀਂ ਸ਼ਾਂਤ ਹੋ ਜਾਓ। ਹੁਣ ਸ਼ਾਂਤ ਕਿਵੇਂ ਹੋਣਾ? ਸਟ੍ਰੈਸ ਸਾਨੂੰ ਡਿਸਅਪੋਇੰਟ ਕਰਦਾ, ਨਿਰਾਸ਼ ਹੁੰਦੇ ਆ। ਮੰਨ ਲਓ ਤੁਸੀਂ ਆਪਦੇ ਕਿਸੇ ਬੱਚੇ ਨੂੰ ਕਿਹਾ ਵੀ ਆਉਂਦਾ ਦੁੱਧ ਲੈ ਵੀ ਚਾਹ ਨਹੀਂ ਬਣਾਉਣੀ ਆ, ਉਹ ਭੁੱਲਿਆ, ਹੁਣ ਤੁਹਾਨੂੰ ਸਟ੍ਰੈਸ ਹੋ ਵੀ ਹੁਣ ਚਾਹ ਕਾਹਦੇ ਨਾਲ ਪੀਣੀ ਆ। ਇੱਕ ਤਾਂ ਗੁੱਸੇ ਹੋ ਜਾਓ, ਉਸ ਵਿੱਚ ਹੀ ਲੜ ਪਓ, ਅਕਸਰ ਆਪਣੀ ਘਰਾਂ 'ਚ ਹੁੰਦੀ ਰਹਿੰਦੀ ਆ ਬਹਿਸ ਜਾਂ ਲੜਾਈ। ਦੂਸਰੇ ਪਾਸੇ ਉਹ ਸਟ੍ਰੈਸ ਨੂੰ ਤੋੜਨ ਲਈ ਜਿਹੜਾ ਵਰਡ ਆਪਾਂ ਸਟ੍ਰੈਸ ਨੇ ਆਪਾਂ ਨੂੰ ਡਿਸਅਪੋਇੰਟ ਕੀਤਾ, ਡਿਸਅਪੋਇੰਟ ਨਾਲ ਗੁੱਸਾ ਆਇਆ, ਉਹ ਜੇ ਪੰਜਾਬੀ 'ਚ ਡਿਸਅਪੋਇੰਟ ਨੂੰ ਆਪਾਂ ਕਹਾਂਗੇ ਨਿਰਾਸ਼। ਨੰਨੂ ਸ਼ਹਿਰੀ ਰਾਲੇ ਨੂੰ ਕਹਿੰਦਾ ਸੱਸੇ ਪੈਰ 'ਚ ਬਿੰਦੀ, ਉਹਨਾਂ ਨੂੰ ਤੋੜ ਦਿਓ, ਸੱਸੇ 'ਚ ਪੈਰ 'ਚ ਬਿੰਦੀ ਵੀ ਖੜ ਦਿਓ। ਨਿਰਾਸ, ਨੋ ਐਕਸਪੈਕਟੇਸ਼ਨ। ਤੁਸੀਂ ਹਸਬੈਂਡ ਨੂੰ ਕਿਹਾ ਸੀ ਆ ਗੋਭੀ ਲਿਆਓ, ਨਹੀਂ ਲੈਂਦੀ, ਚਲੋ ਕੋਈ ਨਾ ਆਪਾਂ ਦਾਲ ਨਾਲ ਖਾ ਲਾਂਗੇ ਜਾਂ ਚਾਰ ਨਾਲ ਖਾ ਲਾਂਗੇ, ਸ਼ਾਂਤ ਹੋ ਗਏ। ਕੋਰਟ 'ਚ ਵੀ ਜਾਂਦੇ ਆਪਾਂ ਲੜਾਈ ਕਰਕੇ, ਕਤਲ ਕਰਕੇ ਵੀ, ਉੱਥੋਂ ਸ਼ਾਂਤ ਹੋ ਗਈ, ਜੱਜ ਗੋਲੀ ਮਾਰ ਕੇ ਤਾਂ ਨਹੀਂ ਤੋੜਦਾ, ਸੌਰੀ ਕਰਕੇ ਤੋੜਦਾ। ਦੂਸਰੀ ਐਸਾ ਹੈਗੀ ਜੀ ਸਾਲਟ। ਹੁਣ ਜਦੋਂ ਸਾਲਟ ਤੋਂ ਆਮ ਡਾਕਟਰ ਵੀ ਰੋਕਦੇ ਜੀ ਸਾਲਟ ਘੱਟ ਖਾਓ, ਮੈਂ ਸਾਲਟ 'ਤੇ ਫਿਰ ਬਹੁਤ ਜ਼ੋਰ ਦੇਵਾਂ ਅੱਜ। ਸਾਲਟ ਇੰਨਾ ਬਲੱਡ ਪ੍ਰੈਸ਼ਰ ਨਹੀਂ ਕਰਦਾ ਜਿੰਨਾ ਉਹਦੇ ਬਾਰੇ ਰੌਲਾ ਪੈਂਦਾ, ਪਰ ਜਿਹੜੇ ਡਾਕਟਰ ਕਹਿੰਦੇ ਨੇ ਉਹ ਸੱਚੇ ਵੀ ਨੇ। ਸਾਲਟ ਖਾਂਦੇ ਹੋ ਤੁਸੀਂ ਗਲਤ ਖਾਂਦੇ ਹੋ। ਮੈਂ ਸਾਲਟ ਕਹਿੰਦਾ ਵੀ ਟੇਬਲ ਸਾਲਟ ਨਹੀਂ ਖਾਣਾ, ਬਿਲਕੁਲ ਨਾ ਖਾਓ, ਤੁਸੀਂ ਹਿਮਾਲੀਅਨ ਸਾਲਟ ਖਾਓ। ਇੰਨਾ ਫਰਕ ਹੈ ਜੀ। ਦੋਨੋਂ ਹੀ ਸੋਡੀਅਮ ਕਲੋਰਾਈਡ ਨੇ ਫॉर श्योर, ਉਹਨਾਂ ਦਾ ਜਿਹੜਾ 95% ਪਾਰਟ ਆ ਉਹਦੀ ਸਾਨੂੰ ਲੋੜ ਆ, ਪਰ ਜਿਹੜਾ ਟੇਬਲ ਸਾਲਟ ਆ, ਅੱਜ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਕਰਦਾ ਵੀ ਮੇਰਾ ਅੱਜ ਦਾ ਕਾਰਿਕ੍ਰਮ ਮੁੱਕਣ ਤੋਂ ਬਾਅਦ ਗੂਗਲ ਕਰਕੇ ਇੱਕ ਚੀਜ਼ ਦੇਖਿਓ ਵੀ ਹਾਊ ਟੇਬਲ ਸਾਲਟ ਇਜ਼ ਮੈਨੂਫੈਕਚਰਡ ਕਮਰਸ਼ਲੀ। ਤੁਹਾਨੂੰ ਆਪੇ ਜਵਾਬ ਆ ਜਾਊ ਬਈ ਲੂਣ ਦਾ ਜਦੋਂ ਬਣਦਾ ਸਮੁੰਦਰ ਦੇ ਪਾਣੀ ਨੂੰ ਐਵੈਪੋਰੇਟ ਕਰਕੇ ਇੰਡੀਆ ਤੋਂ ਡਲੇ ਚਮੜਦਾ ਹੀ ਹਾਲੇ ਉਹ ਚੰਗਾ, ਪਰ ਉਹਨੂੰ ਕਮਰਸ਼ਲਾਈਜ਼ ਕਰਨ ਨੂੰ ਪਹਿਲਾਂ 1200 ਡਿਗਰੀ 'ਤੇ ਕਿਲਨ ਦੇ ਵਿੱਚ ਪਾ ਕੇ ਸਟੀਲ ਦੀ ਉਹਨੂੰ ਗਰਮ ਕਰਕੇ ਉਹਨੂੰ ਭੁਰਭੁਰਾ ਬਰੀਕ ਕਰ ਦਿੰਦੇ ਵੀ ਡਲੇ ਹਟ ਜਾਣ, ਫਿਰ ਉਹਦਾ ਰੰਗ ਭੁਰਭੁਰਾ ਹੁੰਦਾ, ਉਹਨੂੰ ਬਲੀਚ ਕਰਦੇ ਨੇ। ਪਤਾ ਕਿਹੜੀ ਚੀਜ਼ ਸਾਡੇ ਨਾਲ ਡਾਕਟਰ ਸਾਹਿਬ ਇੱਕ ਕਾਲਰ ਹੈ ਜੀ, ਮਾਫੀ ਚਾਹੁੰਦੀ ਹਾਂ, ਅਸੀਂ ਸਾਲਟ ਦੀ ਗੱਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੀ ਮੰਮੀ ਬਾਰੇ ਪੁੱਛਣਾ ਸੀਗਾ। ਹਾਂਜੀ, ਉਹਨਾਂ ਦੇ ਨਾ ਗੋਡੇ ਬਹੁਤ ਦੁਖਦੇ ਨੇ ਤੇ ਲੱਕ ਵੀ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਜਦੋਂ ਤੁਰਦੇ ਫਿਰਦੇ ਨੇ ਉਦੋਂ ਤਾਂ ਜ਼ਿਆਦਾ ਦੁਖਦਾ, ਅਗਰ ਬਹਿ ਜਾਂਦੇ ਨੇ ਤਾਂ ਥੋੜਾ ਜਿਹਾ ਗੋਡਿਆਂ ਨੂੰ ਆਰਾਮ ਮਿਲਦਾ ਜੀ। ਬਿਲਕੁਲ ਜੀ, ਡਾਕਟਰ ਸਾਹਿਬ ਉਹਨਾਂ ਨੇ ਤੁਹਾਡੀ ਗੱਲ ਸੁਣ ਲਈ ਹੈ ਤੇ ਜ਼ਰੂਰ ਜਵਾਬ ਦੇਣਗੇ ਜੀ ਤੁਹਾਨੂੰ। ਥੈਂਕ ਯੂ ਸਾਨੂੰ ਫੋਨ ਕਰਨ ਦੇ ਲਈ, ਥੈਂਕ ਯੂ ਜੀ। ਸੋ ਬਿਲਕੁਲ ਜੀ, ਇਹਦੇ ਤੇ ਵੀ ਅਸੀਂ ਜ਼ਰੂਰ ਆਵਾਂਗੇ। ਇਹ ਵੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਸਾਡੀ ਕਮਿਊਨਿਟੀ 'ਚ। ਪਰ ਪਹਿਲਾਂ ਅਸੀਂ ਲੂਣ ਦੀ ਗੱਲ ਕਰਦੇ ਸੀ, ਪਰ ਇੱਕ ਮੇਰਾ ਤੁਹਾਡੇ ਐਕਸਪਲੇਨ ਕਰਨ ਤੋਂ ਪਹਿਲਾਂ ਮੇਰਾ ਤੁਹਾਨੂੰ ਇੱਕ ਸਵਾਲ ਆ ਕਿ ਕਈ ਲੋਕ ਕਹਿੰਦੇ ਕਿ ਪਿੰਕ ਸਾਲਟ ਖਾ ਲਓ, ਇੱਕ ਗੁਲਾਬੀ ਜਿਹਾ ਰੰਗ ਦਾ ਲੂਣ ਆ, ਕਹਿੰਦੇ ਉਹ ਖਾ ਲਓ ਤੇ ਉਹ ਇੰਨਾ ਜ਼ਿਆਦਾ ਡੇਂਜਰਸ ਨਹੀਂ ਹੁੰਦਾ, ਵੀ ਉਹ ਵਧੀਆ ਆ, ਉਹ ਲੂਣ ਇੰਨਾ ਮਾੜਾ ਨਹੀਂ ਗਾ। ਸੋ ਕੀ ਉਹਦੇ ਬਾਰੇ ਕੀ ਤੁਹਾਡੀ ਸਲਾਹ ਹੈ? ਬਿਲਕੁਲ ਸਹੀ ਹੈ ਜੀ, ਮੈਂ ਇਹੀ ਕਹਿਣ ਲੱਗਿਆ ਸੀ ਬਈ ਸਾਰੇ ਬੰਦੇ ਸਵਿਚ ਕਰਕੇ ਆਮ ਟੇਬਲ ਸਾਲਟ ਤੋਂ ਹਿਮਾਲੀਅਨ ਪਿੰਕ ਸਾਲਟ 'ਤੇ ਆ ਜਾਓ, ਜਿਹਨੂੰ ਆਪਾਂ ਪਾਕਿਸਤਾਨੀ ਲੂਣ ਵੀ ਕਹਿ ਦਿੰਦੇ ਹਾਂ। ਉਹ ਸੋਡੀਅਮ ਕਲੋਰਾਈਡ ਤੋਂ ਬਿਨਾਂ ਤਕਰੀਬਨ ਓਵਰ 90 ਟ੍ਰੇਸ ਮਿਨਰਲਸ ਹੁੰਦੇ ਆ, ਜਿਹੜੇ ਕਿ ਇਹਦੇ 'ਚ ਵੀ ਇੱਕ ਨਹੀਂ ਹੈਗਾ। ਜਿਹੜਾ
ਟੇਬਲ ਸਾਲਟ ਆ ਉਹਨੂੰ ਬਲੀਚ ਵੀ ਕੀਤਾ ਜਾਂਦਾ, ਮੇਰੀ ਗੱਲ ਵਿੱਚ ਰਹੇਗੀ ਸੀ ਚਿੱਟਾ ਕਰਨ ਨੂੰ। ਉਹ 'ਚ ਐਂਟੀ ਕੇਕਿੰਗ ਏਜੰਟ ਵੀ ਪਾਇਆ ਜਾਂਦਾ ਵੀ ਉਹ ਜੁੜੇ ਨਾ। ਫਿਰ ਥੋੜ੍ਹੀ ਆਇਓਡਾਈਨ, ਪਾਣੀ ਨੂੰ ਆਇਓਡੀਨ ਕਹਿੰਦੇ, ਆਇਓਡਾਈਨ, ਤਾਂ ਕਿ ਤੁਹਾਡੀ ਜਿਹੜੀ ਹੈਗੀ ਨਾ ਬਟਰਫਲਾਈ ਜਿਹਨੂੰ ਥਾਇਰੋਇਡ ਕਹਿੰਦੇ ਆ, ਇਹ ਸਟਕ ਨਾ ਹੋ ਜਾਵੇ। ਜਦ ਕਿ ਦੂਸਰੇ ਦੇ ਵਿੱਚ ਆਇਓਡਾਈਨ ਵੀ ਹੈਗੀ, ਹੋਰ 90 ਤੋਂ ਵੱਧ ਮਿਨਰਲ ਨੇ ਜਿਨ੍ਹਾਂ ਬਿਨਾਂ ਸਾਡੀ ਬੋਡੀ ਚੱਲ ਨਹੀਂ ਸਕਦੀ। ਜੀ ਸਾਡੇ ਨਾਲ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਨੂੰ ਸਵਾਲ ਪੁੱਛਣਾ ਸੀ ਨਾ, ਮੇਰੇ ਨਾ ਤੇਜ਼ਾਬ ਬਹੁਤ ਜ਼ਿਆਦਾ ਬਣਦਾ ਵਾ ਜੀ, ਤੇ ਮੈਂ ਉਹਨਾਂ ਬਾਰੇ ਪੁੱਛਣਾ ਸੀ ਕੋਈ ਪੱਕਾ ਇਲਾਜ ਹੈਗਾ ਵਾ? ਐਕਚੁਅਲੀ ਮੈਡੀਸਨ ਬਹੁਤ ਜ਼ਿਆਦਾ ਲੈ ਚੁੱਕੀ ਹਾਂ ਪਰ ਬਿਲਕੁਲ ਜੀ, ਅਸੀਂ ਤੁਹਾਡਾ ਸਵਾਲ ਮੈਂ ਲਿਖ ਲੈਂਦੀ ਹੈਗੀ ਆ ਤੇ ਜ਼ਰੂਰ ਅਸੀਂ ਡਾਕਟਰ ਸਾਹਿਬ ਨੂੰ ਪੁੱਛਦੇ ਹਾਂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬਿਲਕੁਲ ਡਾਕਟਰ ਸਾਹਿਬ, ਪਹਿਲਾਂ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਾਤਾ ਜੀ ਦੇ ਗੋਡਿਆਂ 'ਚ ਦਰਦ ਹੁੰਦਾ ਰਹਿੰਦਾ ਜਦੋਂ ਤੁਰਦੇ ਫਿਰਦੇ ਆ, ਤੇ ਦੂਜੇ ਕਹਿੰਦੇ ਹੈਗੇ ਕਿ ਤੇਜ਼ਾਬ ਬਹੁਤ ਬਣਦਾ ਹੈਗਾ ਤੇ ਇਹਦਾ ਕੋਈ ਇਲਾਜ ਹੈਗਾ ਆ? ਸੋ ਇਹਨਾਂ ਦੋਨਾਂ ਗੱਲਾਂ ਨੂੰ ਤੁਸੀਂ ਪਹਿਲਾਂ ਜਵਾਬ ਦੇ ਦਿਓ। ਹਾਂਜੀ, ਪਹਿਲਾਂ ਤਾਂ ਬਰੀਫਲੀ ਆਪਾਂ ਪਹਿਲੇ ਕਾਲਰ ਦਾ ਜਵਾਬ ਦਿੰਦੇ ਆ ਜੀ, ਬਈ ਇਹਨਾਂ ਦੇ ਮਾਤਾ ਜੀ ਦੇ ਗੋਡਿਆਂ 'ਚ ਜਾਂ ਜੋੜਾਂ 'ਚ ਦਰਦ ਰਹਿੰਦਾ। ਸਿੰਪਲ ਟਰਮ 'ਚ ਆਪਾਂ ਇਹਨੂੰ ਆਰਥਰਾਈਟਿਸ ਕਹਿੰਦੇ ਆ। ਆਰਥਰਾਈਟਿਸ ਮੈਨੇ ਜੋੜਾਂ ਦਾ ਦਰਦ। ਉਹ ਹੁਣ ਕਈ ਕਿਸਮ ਦਾ ਜੀ, ਉਹ ਜਿਵੇਂ ਕਿ ਆਰਥੋ ਆਰਥਰਾਈਟਿਸ ਵੀ ਹੈਗਾ। ਉਹਦੇ ਮਤਲਬ ਕੀ ਆ? ਆਰਥੋ ਦਾ ਮਤਲਬ ਵੀ ਜਿਹੜਾ ਉਹ ਤੁਹਾਨੂੰ ਵੇਅਰ ਐਂਡ ਟੇਅਰ ਨਾਲ, ਉਮਰ ਨਾਲ ਹੋਇਆ। ਪਰ ਉਹ ਜੇ ਉਮਰ ਦੀ ਵੀ ਗੱਲ ਕਰੀਏ, ਉਮਰ ਇੱਕ ਬਹਾਨਾ ਬਣ ਜਾਂਦੀ ਮੇਰੇ ਹਿਸਾਬ ਜੋ ਮੈਂ ਸੋਚਦਾ, ਕਿਉਂਕਿ ਮੇਰੀ ਉਮਰ ਵੀ 60 ਤੋਂ ਉੱਪਰ ਆ। ਉਹ ਵੇਟ 'ਤੇ ਪਹਿਲਾਂ ਵੇਟ ਵਧਾ ਲੈਂਦੇ ਆਪਾਂ ਲੋੜ ਤੋਂ, ਉਹ ਖਰਾਬ ਕਰਦਾ, ਕੋਈ ਜੋੜਾਂ 'ਤੇ ਭਾਰ ਪੈਣਾ। ਦੂਸਰੀ ਆਪਾਂ ਖਾਂਦੇ ਕੀ ਆ, ਔਰ ਫਿਰ ਆਪਾਂ ਕਈ ਚੀਜ਼ਾਂ ਐਸੀਆਂ ਖਾਂਦੇ ਆ ਜਿਹੜੀ ਹੁਣ ਤੀਜੀ ਨਾਲ ਮੈਂ ਜੋੜਨ ਲੱਗਿਆ, ਲੂਣ ਦੇ ਨਾਲ, ਜਿਹੜੀ ਹਰ ਇਨਫਲੇਮੇਸ਼ਨ ਨੂੰ, ਜੋੜਾਂ ਦੇ ਦਰਦ ਨੂੰ, ਪੇਟ ਦੀ ਇਹਨਾਂ ਦੀ, ਜਿਵੇਂ ਦੂਸਰੇ ਕਾਲਰ ਨੇ ਕਿਹਾ ਸੀ ਐਸਿਡਿਟੀ ਨੂੰ, ਜਾਂ ਹੋਰ ਜਿਹੜੇ ਰੋਗਾਂ ਦੇ ਵਿੱਚ ਇਨਫਲੇਮੇਸ਼ਨ ਆ। ਔਰ ਮੈਂ ਫਿਰ ਲੋਕਾਂ ਨੂੰ ਇਹ ਦੱਸਦਾ, ਸੁਣਨ ਵਾਲਿਆਂ ਨੂੰ, ਵੀ ਜਿਹੜਾ ਟਰਮ ਹੈਗੀ ਆ ਆਈਟਸ, ITIS, ਜਿਵੇਂ ਆਰਥਰਾਈਟਸ, ਪੈਨਕ੍ਰੀਆਟਿਸ, ਕੋਲਾਈਟਸ, ਬਹੁਤ ਸਾਰੀ ਆਈਟਸ ਨੇ। ਆਈਟਸ, ITIS ਨੂੰ ਗੂਗਲ ਕਰੋ, ਇਹਦਾ ਮਤਲਬ ਇਨਫਲੇਮੇਸ਼ਨ, ਸੋਜਿਸ਼। ਸੋ ਇਹ ਰੋਗ ਨੇ, ਚਾਹੇ ਉਹ ਜੋੜਾਂ ਦਾ, ਚਾਹੇ ਉਹ ਤੇਜ਼ਾਬ ਵਧਿਆ ਹੋਇਆ, ਇਹ ਆਈਟਸ ਨੇ। ਇਨਫਲੇਮੇਸ਼ਨ ਹੋਈ ਆ, ਸੋਜਿਸ਼ ਆਈ ਹੋਈ ਆ, ਉਹਦਾ ਸਭ ਤੋਂ ਇਲਾਜ ਪਹਿਲਾਂ ਤੁਸੀਂ ਘਰੋਂ ਜਿਹੜਾ ਕਰਨਾ, ਜਿਹੜੀ ਮੈਂ ਤੀਜੀ ਚੀਜ਼ ਕਹਿਣ ਲੱਗਿਆ, ਉਹ ਛੱਡ ਦਿਓ, ਲਾਈਫ 'ਚੋਂ ਕੱਢ ਦਿਓ, ਉਹ ਹੈਗੀ ਸ਼ੂਗਰ। ਸ਼ੂਗਰ ਸਭ ਤੋਂ ਵੱਡਾ ਕਲਪਰੇਟ ਆ। ਸ਼ੂਗਰ ਦਾ ਮਤਲਬ ਇਹ ਨਹੀਂ ਵੀ ਸਾਡਾ, ਕੋਈ ਡਾਕਟਰ ਵੀ ਸੁਣਨਗੇ ਮੈਨੂੰ ਕਹਿਣਗੇ ਵੀ ਇੰਨੀ ਉਹ ਇਕੱਲੀ ਗੱਲ ਸੁਣ ਵੀ ਤੂੰ ਤਾਂ ਭਾਈ ਗਲਤ ਬੋਲਦਾ, ਸਾਡੇ ਦਿਮਾਗ ਦੀ ਖੁਰਾਕ ਸ਼ੂਗਰ ਆ, ਉਹ ਗਲੂਕੋਜ਼ ਆ। ਉਹ ਗਲੂਕੋਜ਼ ਉਹ ਆ ਜਿਹੜਾ ਲਿਵਰ 'ਚ ਬਣਦਾ, ਜਿਹੜਾ ਲਿਵਰ ਪ੍ਰੋਡਿਊਸ ਕਰਕੇ ਦਿੰਦਾ, ਉਹਦੀ ਖੁਰਾਕ ਬਣਦੀ ਹੈ, ਆਪਣੀ ਖੁਰਾਕ 'ਚੋਂ ਲੈ ਕੇ, ਨਾ ਕਿ ਤੁਸੀਂ ਫਾਰਮੇਸੀ 'ਚੋਂ ਗਲੂਕੋਜ਼ ਜਾਂ ਕੋਈ ਖੰਡ ਪੀ ਲਵੋ ਲੈ ਕੇ। ਉਹਦੇ 'ਚ ਫਿਰ ਇਹ ਦੇਖਣਾ ਵੀ ਖੰਡ ਦੀ ਲੋੜ ਹੈਗੀ ਸਾਨੂੰ, ਔਰ ਜਿਹੜੀ ਸ਼ੂਗਰ ਆ ਉਹ ਸਾਨੂੰ ਰੱਬ ਨੇ ਸਾਨੂੰ ਖਾਣ ਦੇ 2 ਸੋਰਸਿਸ ਦਿੱਤੇ ਹੋਏ ਨੇ, ਜਿੱਥੋਂ ਸਾਨੂੰ ਤਾਕਤ ਮਿਲਦੀ ਆ। ਉਹ ਨੇ 2 ਕਿੰਗਡਮ ਕਹਿ ਲਓ ਜੇ, 2 ਸੋਰਸ। ਇੱਕ ਹੈਗੀ ਪਲਾਂਟ ਕਿੰਗਡਮ, ਇੱਕ ਹੈਗੀ ਐਨੀਮਲ ਕਿੰਗਡਮ। ਪਲਾਂਟ ਕਿੰਗਡਮ ਤੋਂ ਆਪਾਂ ਨੂੰ ਸਬਜ਼ੀਆਂ, ਫਲ ਮਿਲਦੇ ਨੇ। ਐਨੀਮਲ ਕਿੰਗਡਮ ਤੋਂ ਆਪਾਂ ਨੂੰ ਮੀਟ, ਮੱਛੀ, ਅੰਡਾ, ਦੁੱਧ, ਘਿਓ, ਡੇਅਰੀ ਮਿਲਦੀ ਹੈ। ਹੁਣ ਬਲਜਿੰਦਰ ਗੱਲ ਇਹ ਜਿਹੜੀ ਸ਼ੂਗਰ ਆ, ਸ਼ੂਗਰ ਸਿਰਫ ਇੱਕੋ ਸੋਰਸ ਤੋਂ ਮਿਲਦੀ ਆ, ਉਹ ਹੈਗੀ ਆ ਪਲਾਂਟ ਕਿੰਗਡਮ। ਪਲਾਂਟ ਦੇ ਵਿੱਚੋਂ ਹੀ, ਚਾਹੇ ਕੋਈ ਫਰੂਟ ਖਾ ਲਓ, ਜਿੰਨਾ ਕੋਈ ਅੰਗੂਰ ਖਾ ਲਓ, ਜ਼ਿਆਦਾ ਮਿੱਠਾ ਪਪੀਤਾ, ਅੰਬ ਖਾ ਲਓ, ਜ਼ਿਆਦਾ ਮਿੱਠੇ ਨੇ, ਕੋਈ ਘੱਟ ਮਿੱਠੇ ਨੇ, ਜਾਂ ਈਵਨ ਚਾਹੇ ਕੈਬੇਜ, ਸਲਾਦ ਵੀ ਖਾਈਏ, ਗਾਜਰ, ਉਹ 'ਚ ਵੀ ਮਿੱਠਾ, ਜਾਂ ਕੇਲਾ ਖਾ ਲਓ, ਉਹ 'ਚ ਮਿੱਠਾ। ਪਰ ਉਹ ਮਿੱਠੇ ਵਾਲੇ ਉਨੇ ਮਾੜੇ ਨਹੀਂ, ਕਿਉਂਕਿ ਫਰੂਕਟੋਜ਼ ਆ। ਫਰੂਕਟੋਜ਼ ਹੈ ਜਿਹੜੀ ਕੁਦਰਤੀ ਰੱਬ ਵੱਲੋਂ ਚਾਹੀ ਹੋਈ ਆ। ਉਹ ਬਹੁਤ ਕਿਸੇ ਨੂੰ ਸ਼ੂਗਰ ਵਗੈਰਾ ਹੋਈ ਆ, ਡਾਇਬੀਟਿਸ ਮਾੜੀ ਹੈ ਕਿ ਉਹਨੂੰ ਘਟਾਉਣੀ ਪੈਣੀ ਆ, ਪਰ ਜੋ ਖਾ ਲੈਣ ਉਹਨੇ ਇੰਨਾ ਡੈਮੇਜ ਨਹੀਂ ਕਰਨਾ। ਜਿਹਦੀ ਕਿ ਸਿੱਧੀ ਗੁੜ ਦੀ ਤੋਂ ਬਣਾਈ ਹੋਈ ਖੰਡ, ਸਿੱਧੀ ਬਣਾਈ, ਜਾਂ ਬਾਹਰ ਦੀ ਆਪਾਂ ਖਾਂਦੇ ਜਿਹੜੀ ਕਮਰਸ਼ੀਅਲ ਖੰਡ ਆ, ਜਾਂ ਮਠਿਆਈਆਂ ਖਾ ਲੈਂਦੀਆਂ, ਕੈਂਡੀਆਂ, ਚਾਕਲੇਟ, ਜੂਸ, ਕੋਕ, ਬਨੋਟੀ, ਜਿਹੜੀ ਉਹਨਾਂ 'ਚ ਹੁੰਦੀ ਆ, ਉਹ ਸਭ ਤੋਂ ਵੱਧ ਉਹ ਖਰਾਬ ਕਰਦੀ ਆ। ਸੋ ਉਹਨੂੰ ਆਪਾਂ ਮੋਡੀਫਾਈ ਕਰਨਾ ਕੀ, ਯਾਨੀ ਪਹਿਲੀ ਹੈ ਸਟ੍ਰੈਸ ਤੋਂ ਸਰੀਨ ਸ਼ਾਂਤ, ਨਿਰਾਸ਼ ਹੋਣ ਤੋਂ ਬਚਣ ਤੋਂ ਨਿਰਾਸ਼। ਦੂਸਰਾ ਸਾਲਟ ਨੂੰ ਛੱਡ ਕੇ ਆਪਾਂ ਬਣਨਾ ਇੱਧਰ ਦੂਸਰੇ 'ਤੇ ਹਿਮਾਲੀਅਨ ਸਾਲਟ, ਪਿੰਕ ਸਾਲਟ ਦੇ। ਤੀਸਰੇ ਆਪਾਂ ਜਿਹੜੀ ਸ਼ੂਗਰ ਆ ਉਹਨੂੰ ਚੇਂਜ ਕਰਕੇ ਸੈਲਡ ਵੱਲ ਲੈ ਜਾਓ, ਲੋਟਸ ਆਫ ਸੈਲਡ ਖਾਓ, ਕੱਚੀਆਂ ਸਬਜ਼ੀਆਂ ਖਾਓ, ਹਰ ਚੀਜ਼ ਨੂੰ ਰॉ ਫਾਰਮ 'ਚ ਖਾਣ ਦੀ ਟਰਾਈ ਕਰੋ। ਦਾਲ ਦੂਲ ਭੁੰਨਣੀ ਪੈਂਦੀ ਹੈ, ਤੜਕੇ ਵੀ, ਪਰ ਬਾਹਰ ਖਾਣਾ ਘਟਾ ਦਿਓ, ਪ੍ਰੀਜ਼ਰਵੇਟਿਵ ਪਾਉਣੇ ਬੰਦ ਕਰ ਦਿਓ, ਬੇਹੀ ਚੀਜ਼ਾਂ ਲਿਆਉਣੀਆਂ ਬੰਦ ਕਰ ਦਿਓ। ਈਵਨ ਜੀ ਮੈਂ ਵੀ ਸੋਚਿਆ ਵੀ 2 ਸਾਲ 'ਚ ਆਪਾਂ ਲੱਕੀ ਹਾਂ ਵੀ ਆਪਣੇ ਗਰੋਸਰੀ ਸਟੋਰਾਂ 'ਤੇ ਆਮ ਦਾਲਾਂ ਜੇ ਚਾਹੋ
ਤਾਂ ਆਰਗੈਨਿਕ ਮਿਲਣ ਲੱਗੀ। ਵਾਈ ਨੋਟ ਟੇਕ ਦੈਟ। ਜੇ ਗੁੜ ਵੀ ਕਿਸੇ ਨੇ ਖਾਣਾ, ਮੈਂ ਗੁੜ ਦੇ ਬਰਖਲਾਫ ਹਾਂ ਜਿਹੜਾ ਕਮਰਸ਼ੀਅਲ ਮਿਲ ਰਿਹਾ, ਚਾਹੇ ਇੰਡੀਆ ਦਾ ਵੀ ਹੋਵੇ। ਹਾਂ, ਮੈਂ ਆਪ ਗੁੜ ਵੀ ਲੈ ਆਉਣਾ ਕਦੇ ਕਦੇ। ਹੁਣ ਕਿਤੇ ਕਿਤੇ ਅਮਨ ਸਟੋਰ 'ਚ ਐਤਕੀ ਮੈਂ ਦੇਖਿਆ ਮਿਲਿਆ 1-2 ਥਾਵਾਂ ਤੋਂ ਜਿਹੜਾ ਪਿਓਰ ਸਰਟੀਫਾਈਡ ਆਰਗੈਨਿਕ, ਜਿੱਥੇ ਕੈਨੇਡਾ ਅਤੇ ਅਮਰੀਕਾ ਦੇ USDA ਦੀਆਂ ਸਟੈਂਪਾਂ ਨੇ। ਉਹ ਜੇ ਮਾੜੀ ਮੋਟੀ ਕੋਈ ਰੋੜੀ ਖਾ ਲਵੇ, ਚਾਹ 'ਚ ਵੀ ਪਾ ਲਵੇ, ਕਿਉਂਕਿ ਉਹ 'ਚ ਵੀ ਬੜੇ ਗੁਣ ਨੇ। ਉਹ 'ਚ ਪੋਟਾਸੀਅਮ ਵੀ ਆ, ਸਲਫਰ ਵੀ ਆ, ਆਇਰਨ ਵੀ ਆ, ਸਲੀਨੀਅਮ ਵੀ ਆ, ਬਹੁਤ ਸਾਰੇ ਤੱਤ ਨੇ, ਆਇਰਨ ਵੀ ਆ, ਉਹ ਹੈਗੇ ਨੇ, ਉਹ ਖਾ ਲੈਣ। ਸੋ ਉਹ ਮਿੱਠੇ ਨੂੰ ਉੱਦਾਂ ਤਾਂ ਵਰਤ ਸਕਦੇ ਹੋ। ਪਰ ਆਮ ਲੋਕਾਂ ਨੇ ਜੇ ਤੇਜ਼ਾਬ ਜਾਂ ਗੋਡੇ ਹਟਾਉਣੇ ਨੇ, 3-4 ਗੱਲਾਂ ਮੇਰੀ ਧਿਆਨ ਨਾਲ ਸੁਣ ਲਓ। ਇੱਕ ਤਾਂ ਭਾਰ ਘਟਾਓ, ਇੱਕ ਸੈਰ ਵਗੈਰਾ ਕਰੋ। ਐ ਨਹੀਂ ਵੀ ਤੁਸੀਂ ਪਹਿਲਾਂ ਭਾਰ ਵਧਾ ਲਿਆ ਫਿਰ ਸੈਰ ਨਹੀਂ ਕੀਤੀ, ਫਿਰ ਗੋਡੇ ਉਹੀ ਰਹਿ ਗਏ। ਫਿਰ ਜੇ ਮੇਰੇ ਕੋਲ ਵੀ ਤੁਹਾਡੇ ਗੋਡੇ ਸੁੱਜੇ ਪਏ ਨੇ, ਫਿਰ ਤਾਂ ਡਾਕਟਰ ਕੋਲ ਜਾਓ, ਸਟੀਲ ਦੇ ਪਾਉਣੇ, ਜੋ ਵੀ ਕਰਨਾ ਉਹ ਕਰਨਾ ਹੀ ਪੈਣਾ। ਆਈ ਕੈਂਟ ਹੈਲਪ ਦੇਅਰ। ਉਦੋਂ ਪਹਿਲਾਂ ਮੈਂ ਮਾਲਸ਼ਾਂ ਵਾਲੇ ਤੇਲ ਵੀ ਦਿੰਦਾ ਆਯੁਰਵੈਦਿਕ ਬਣਾ ਕੇ, ਮੈਂ ਮਸਾਜ ਵੀ ਕਰਦਾ, ਹੋਮਪੈਥਿਕ ਦਵਾਈਆਂ ਵੀ ਦਿੰਦਾ, ਆਯੁਰਵੈਦਿਕ ਵੀ, ਨੈਚੁਰੋਪੈਥਿਕ ਵੀ, ਜਿਹੜੀ ਉਹਨੂੰ ਲਿਗਾਮੈਂਟਸ ਨੂੰ, ਟੈਂਡਨਸ ਨੂੰ, ਸਿਨੋਵੀਅਲ ਫਲੂਇਡ ਨੂੰ, ਮਸਲਸ ਨੂੰ, ਹੱਡੀਆਂ ਨੂੰ ਸਟਰੋਂਗ ਕਰਨ। ਦੈਟਸ ਦ ਵੇ। ਸੋ ਇਹ ਉਹਨਾਂ ਦਾ ਬਾਕੀ ਗੱਲ ਮੈਨੂੰ ਬਾਅਦ 'ਚ ਕਰ ਸਕਦੇ ਨੇ, ਜਾਂ ਮੇਰੇ ਕੋਲ ਆ ਸਕਦੇ ਨੇ ਅਪਾਇੰਟਮੈਂਟ ਲੈ ਕੇ। ਪਰ ਬੇਸਿਕਲੀ ਬਿਲਕੁਲ ਡਾਕਟਰ ਸਾਹਿਬ, ਅਸੀਂ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇਣੀ ਚਾਹੁੰਦੀ ਹਾਂ। ਸੋ ਡਾਕਟਰ ਗੁਰਪ੍ਰੀਤ ਮੰਗਟ ਹੋਣਾ ਦੇ ਨਾਲ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ। ਸਰੀ ਦੇ ਵਿੱਚ ਹੀ ਇਹ ਪ੍ਰੈਕਟਿਸ ਕਰਦੇ ਨੇ। 6048088769 ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ। ਸਮਾਂ ਹੋ ਗਿਆ ਸਾਡਾ ਛੋਟੀ ਜਿਹੀ ਬ੍ਰੇਕ ਦਾ, ਤੇ ਅਸੀਂ ਇਸ ਬ੍ਰੇਕ ਤੋਂ ਬਾਅਦ ਵਾਪਸ ਫੇਰ ਆਉਂਦੇ ਹਾਂ। ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਵੀ ਸਾਨੂੰ ਸਕਰੀਨ ਤੋਂ ਨੰਬਰ ਲੈ ਕੇ ਫੋਨ ਕਰ ਸਕਦੇ ਹੋ। ਦੇਖਦੇ ਰਹੋ ਤੁਹਾਡਾ ਆਪਣਾ ਸਾਂਝਾ TV। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਤੁਹਾਡਾ ਸਾਡੇ ਲਾਈਵ ਟਾਕ ਸ਼ੋ ਵਿੱਚ, ਤੇ ਖਾਸ ਮੁਲਾਕਾਤ ਅੱਜ ਡਾਕਟਰ ਗੁਰਪ੍ਰੀਤ ਮੰਗਟ ਹੋਣਾ ਦੇ ਨਾਲ ਆ। ਤੇ ਤੁਸੀਂ ਜਾਣਦੇ ਹੋ, ਕਹਿੰਦੇ ਕਿ ਆਪਣੇ ਤਜਰਬੇ ਦੇ ਨਾਲ ਹੀ ਇਨਸਾਨ ਗੱਲ ਕਰਦਾ, ਤੇ ਜਦੋਂ ਡਾਕਟਰ ਸਾਨੂੰ ਕੁਝ ਕਹਿੰਦੇ ਆ ਸਾਨੂੰ ਸਲਾਹ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਕਈ ਵਾਰੀ ਅਸੀਂ ਬਹੁਤ ਜ਼ਿਆਦੀਆਂ ਸਲਾਹਾਂ ਲੈ ਲੈਂਦੇ ਆ। ਤੇ ਡਾਕਟਰ ਸਾਹਿਬ ਇੱਕ ਹੋਰ ਗੱਲ ਆ, ਘਰ ਦੇ ਵਿੱਚ ਹੁਣ ਇੱਕ ਇਨਸਾਨ ਨੂੰ ਫਲੂ ਹੋਇਆ, ਬੁਖਾਰ ਚੜਿਆ, ਤੇ ਵੈਸੇ ਤੇ ਜੇ ਦੇਖਿਆ ਜਾਵੇ ਇੱਥੇ ਜਦੋਂ ਅਸੀਂ ਡਾਕਟਰ ਦੇ ਜਾਂਦੇ ਆ, ਬੁਖਾਰ ਫਲੂ ਆ ਕੁਛ, ਤੇ ਸਭ ਤੋਂ ਪਹਿਲਾਂ ਐਡਵਲ ਜਾਂ ਟਾਈਨੋਲ 4-4 ਘੰਟੇ ਬਾਅਦ ਕਹਿੰਦੇ ਤੁਸੀਂ ਲਈ ਜਾਓ। ਪਰ ਕਈ ਵਾਰੀ ਕੋਈ ਐਂਟੀਬਾਇਓਟਿਕ ਵੀ ਦੇ ਦਿੰਦੇ ਆ ਕਿ ਤੁਸੀਂ ਇਹਦਾ ਕੋਰਸ ਪੂਰਾ ਕਰ ਲਓ। ਪਰ ਬਹੁਤੀ ਵਾਰ ਇੰਜ ਹੁੰਦਾ ਕਿ ਹੁਣ ਖੰਘ ਹੋ ਗਈ, ਮੈਨੂੰ ਖੰਘ ਹੋਈ ਆ, ਤੇ ਮੇਰੇ ਤੋਂ ਬਾਅਦ ਮੇਰੀ ਭੈਣ ਨੂੰ ਖੰਘ ਹੋ ਗਈ ਆ ਘਰ ਦੇ ਵਿੱਚ, ਮੈਂ ਤਾਂ ਆਪਣਾ ਕੋਰਸ ਪੂਰਾ ਕੀਤਾ ਨਹੀਂ, ਮੈਨੂੰ 10 ਦਿਨ ਦਾ ਕੋਰਸ ਐਂਟੀਬਾਇਓਟਿਕ ਕਿਹਾ ਸੀ, ਮੈਂ ਤੁਹਾਡੇ ਕਹਿਣ ਵਾਂਗੂ 5 ਦਿਨਾਂ ਬਾਅਦ ਮੇਰੀ ਖੰਘ ਹਟ ਗਈ, ਤੇ ਮੈਂ ਉਹ ਬਾਕੀ ਜਿਹੜੀ ਬਚੀ ਆ ਦਵਾਈ ਰੱਖਤੀ ਵੀ, ਮੈਂ ਤਾਂ ਹੁਣ ਠੀਕ ਆ। ਤੇ ਹੁਣ ਮੇਰੀ ਭੈਣ ਨੂੰ ਖੰਘ ਲੱਗ ਗਈ ਆ, ਤੇ ਮੈਂ ਚੁੱਕ ਕੇ ਉਹ ਦਵਾਈ ਉਹਨੂੰ ਦੇ ਦਿੱਤੀ ਵੀ ਤੂੰ ਆ ਪੀ ਲਾ। ਸੋ ਬਹੁਤੇ ਸਾਡੇ ਪੰਜਾਬੀ ਪਰਿਵਾਰਾਂ ਦੇ ਵਿੱਚ, ਮਾਫ ਕਰਨਾ, ਜੋ ਸੱਚ ਹੁੰਦਾ ਸੀ ਉਹੀ ਲੈ ਕੇ ਆਉਂਦੇ ਆ। ਸੋ ਬਹੁਤੇ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਘਰੇ ਹੀ ਡਾਕਟਰ ਬਣ ਜਾਈਦਾ, ਅਸੀਂ ਇੱਕ ਦੂਜੇ ਨੂੰ ਦੱਸ ਦੇਈਦਾ ਵੀ ਆਹ ਗੋਲੀ ਜਿਹੜੀ ਆ ਤੂੰ ਖਾ ਲਾ, ਇਹ ਤੈਨੂੰ ਫਾਇਦਾ ਆ ਇਹਦਾ, ਮੈਨੂੰ ਹੋਇਆ ਸੀ ਤੈਨੂੰ ਵੀ ਹੋਊਗਾ। ਹਰ ਇੱਕ ਦੀ ਸਿਹਤ ਦਾ ਵੱਖਰਾ ਵੱਖਰਾ ਕਹਿ ਲਓ ਕੀ ਹੁੰਦਾ ਆ। ਸੋ ਉਹਨਾਂ ਦੀਆਂ ਆਪਣੇ ਤਰੀਕੇ ਹੁੰਦੇ ਖਾਣ ਪੀਣ ਦੇ, ਜਾਂ ਦਵਾਈ ਦੇ, ਜਾਂ ਉਹਨਾਂ ਨੂੰ ਕਿਹੋ ਜਿਹਾ ਉਹਨਾਂ ਦੀ ਬੋਡੀ ਸਿਸਟਮ ਕੀ ਆ। ਸੋ ਇੱਦਾਂ ਦਵਾਈ ਲੈ ਕੇ ਖਾਣੀ ਸੇਫ ਆ? ਪਹਿਲੀ ਗੱਲ ਤਾਂ ਜੇ ਤਾਂ ਦਵਾਈ ਕੈਮੀਕਲ ਹੈ ਜਿਹੜੀ ਤੁਸੀਂ ਆਪਦੇ ਫੈਮਿਲੀ ਡਾਕਟਰ ਤੋਂ ਲਿਆਂਦੀ ਆ, ਜਿਹੜੀ ਕਿ ਪ੍ਰਿਸਕ੍ਰਿਪਸ਼ਨ ਡਰੱਗ ਆ, ਕਦੇ ਵੀ ਨਾ ਖਾਓ। ਉਹਨਾਂ ਦੀ ਪੁੱਛੇ ਬਿਨਾਂ ਚਾਹੇ ਪਈ ਵੀ ਆ, ਤੁਹਾਨੂੰ ਵੀ ਪਤਾ ਇੰਨੀ ਮਾਂ ਖਤਰਾ ਜਾਨ ਹੋ ਗਈ। ਉਹ ਐਕਸਪਰਟ ਨੇ, ਉਹਨਾਂ ਨੂੰ ਪੁੱਛੋ ਵੀ ਕੀ ਮੈਂ ਖਾ ਸਕਦਾ ਜਾਂ ਨਹੀਂ। ਜਿਹੜਾ ਮੇਰੇ ਵਾਲਾ ਪਾਸਾ ਮੇਰੇ ਵਾਲੇ ਚੱਲ ਸਕਦਾ। ਜਿਹੜਾ ਕੋਈ ਮੈਂ ਨਿਊਟ੍ਰੀਸ਼ਨ ਦੀ ਗੱਲ ਕਰਦਾ, ਵੀ ਲਓ ਜੀ ਪਾਣੀ 'ਚ ਅਦਰਕ ਪਾ ਲਓ, ਲੌਂਗ ਇਲਾਇਚੀਆਂ ਪਾ ਲਓ, ਤੁਸੀਂ ਸੌਂਫ ਪਾ ਲਓ, ਐਂ ਪੀ ਲਓ, ਜਾਂ ਨਿੰਬੂ ਪਾ ਕੇ ਪੀ ਲਓ। ਉਹ ਜਦੋਂ ਇੱਕ ਦੂਜੇ ਨੂੰ ਦੱਸ ਦਿਓ, ਕਿਉਂਕਿ ਉਹ ਕੈਮੀਕਲ ਨਹੀਂ, ਉਹਦਾ ਕੋਈ ਸਾਈਡ ਇਫੈਕਟ ਨਹੀਂ ਹੋਣਾ, ਉਹ ਤੁਸੀਂ ਕਰ ਸਕਦੇ ਹੋ, ਨੋ ਪ੍ਰੋਬਲਮ। ਮੈਨੂੰ ਕੋਈ ਕਹਿਣਗੇ ਅਸੀਂ ਵਿਟਾਮਿਨ ਖਾਂਦੇ ਹਾਂ, ਮੈਂ ਖਾ ਲਓ। ਮੇਰੇ ਕੋਲ ਆਉਂਗੇ ਮੈਂ ਮੈਗਾ ਡੋਜ਼ ਦਿਉ, ਕਿਉਂਕਿ ਸਾਡਾ ਫਰਕ ਜਦੋਂ ਮੇਰੇ ਕੋਲ ਆਉਂਦਾ, ਜਿਵੇਂ ਉਹਨੂੰ ਨੈਚੁਰੋਪੈਥੀ ਦੇ ਤੌਰ 'ਤੇ ਡੀਲ ਕਰਦਾ, ਤਾਂ ਫਰਕ ਹੀ ਆ ਵੀ ਬਜਾਏ ਕਿ ਮੈਂ ਉਹਨੂੰ ਸੈਂਟਰਮ ਜਾਂ ਕੋਈ ਉਹ ਆਮ ਕੋਈ ਜਨੈਰਿਕ ਵਿਟਾਮਿਨ ਦੇ ਦੇਵਾਂ ਜਿਹਦੇ ਇੱਕ ਗੋਲੀ 'ਚ 50 ਚੀਜ਼ਾਂ ਲਿਖੀਆਂ ਹੋਣ ਵੀ ਆਹ ਵੀ ਹੈ, ਚਾਹ ਵੀ ਆ, ਉਹ ਨਾਲ ਨਹੀਂ ਸਰਨਾ। ਮੈਂ ਇੱਕ ਮਿਸਾਲ ਆ ਅੱਗੇ ਮੈਂ ਸ਼ਾਇਦ ਦਿੱਤੀ, ਉਹ ਵਿਟਾਮਿਨ C ਆ, ਸਭ ਤੋਂ ਜ਼ਿਆਦਾ ਮੋਸਟ ਸੌਟ ਆਫਟਰ ਔਰ ਰਿਸਰਚਡ ਇਹ ਵਿਟਾਮਿਨ ਗਿਣਿਆ ਗਿਆ, ਬਹੁਤ ਸਾਰੇ ਲੋਕਾਂ 'ਚ ਕੰਮ ਹੁੰਦਾ। ਪਰ 1980 ਤੋਂ ਲੈ ਕੇ ਜਿਹੜੀ ਇਹਦੀ USP ਦੀ, ਯਾਨੀ ਕਿ ਯੂਨਾਈਟਿਡ ਸਟੇਟ ਫਾਰਮਾਕੋਪੀਆ ਜਾਂ ਕੈਨੇਡੀਅਨ ਫਾਰਮਾਕੋਪੀਆ ਦੀ RDA ਆ, RDA ਸਟੈਂਡ ਫॉर ਰਿਕੁਆਇਰਡ ਡੇਲੀ ਅਲਾਊਂਸ, ਵੀ ਕਿੰਨਾ ਕੁ ਲੈਣਾ ਚਾਹੀਦਾ, ਉਹ 500 ਮਿਲੀਗ੍ਰਾਮ ਚੱਲਿਆ ਹੁੰਦਾ ਜੀ। ਮਨਜਿੰਦਰ ਜੀ 500 ਮਿਲੀਗ੍ਰਾਮ ਜੇ ਕਿਸੇ ਨੂੰ ਸਕਰਬੀ ਜਾਂ ਰਿਕਾਈਟਿਸ ਹੋਇਆ ਹੋਵੇ ਨਾ, ਉਹਨੂੰ ਤਾਂ ਸ਼ਾਇਦ ਠੀਕ ਕਰ ਦੇਵੇ, ਦੰਦਾਂ ਦੀ ਖਰਾਬ ਖਰੂਬ ਹੁੰਦੇ ਸੀ, ਬੇਰੀ ਵਗੈਰਾ ਰੋਗ ਹੋ ਜਾਂਦੇ ਸੀ ਪੁਰਾਣੇ ਜ਼ਮਾਨਿਆਂ 'ਚ, ਹੁਣ ਨਹੀਂ ਹੁੰਦੇ ਉਹਨਾਂ ਕੁ।
ਪਰ ਜੇ ਇਹਦੇ ਨਾਲ ਤੁਸੀਂ ਕਿਸੇ ਨੂੰ ਠੀਕ ਕਰਨਾ, ਜਿਹੜਾ ਕਿ ਵਿਟਾਮਿਨ ਸੀ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਦੇ, ਜਿਵੇਂ ਤੁਹਾਡੇ ਮਸਲਾਂ ਨੂੰ ਠੀਕ ਕਰਨ ਨੂੰ ਵੀ, ਤੁਹਾਡੇ ਅੰਦਰ ਕੋਲੇਜਨ ਵੀ ਪੈਦਾ ਕਰਨ ਨੂੰ, ਦੁਬਾਰਾ ਤੁਹਾਡੇ ਐਂਟੀਬਾਇਓਟਿਕ ਦੇ ਤੌਰ 'ਤੇ ਅਸਰ ਕਰਨ ਨੂੰ, ਜਾਂ ਐਂਟੀ ਵਾਇਰਲ ਚੀਜ਼ਾਂ ਜਿਵੇਂ ਫਲੂ ਫਲਾ ਹਟਾਉਣ ਨੂੰ, ਜਾਂ ਤੁਹਾਡੀ ਇਮਿਊਨਿਟੀ ਵਧਾਉਣ ਨੂੰ, ਪੇਟ ਠੀਕ ਕਰਨ ਨੂੰ, ਪਾਚਨ ਪ੍ਰਣਾਲੀ ਨੂੰ ਠੀਕ ਕਰਨ ਨੂੰ, ਬਹੁਤ ਥਾਂ 'ਤੇ ਵਿਟਾਮਿਨ ਸੀ ਕੰਮ ਆਉਂਦਾ। ਪਰ ਜੇ ਆਪਾਂ 500 ਹੀ ਲੈ ਲਈਏ ਤਾਂ ਉਹਨੇ ਕੁਛ ਵੀ ਨਹੀਂ ਕਰਨਾ। ਤਾਂ ਮੇਰੇ ਕੋਲ ਆਉਣਗੇ, ਮੈਂ ਦੇਖ ਕੇ ਕਿਸੇ ਨੂੰ 10,000 ਵੀ ਦੇ ਦੂੰ, 5,000 ਮਿਲੀਗ੍ਰਾਮ ਵੀ, ਫਿਰ ਸੋਰਸ ਕਿਹੜਾ, ਨੈਚੁਰਲ ਸੋਰਸ ਆ, ਆਇਓਨਿਕ ਸੋਰਸ ਆ, ਫਾਰਮਾਸਿਊਟੀਕਲ ਗ੍ਰੇਡ ਆ, ਬਾਕੀ ਮਹਿੰਗਾ ਹੋਈ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਸ ਤਾਂ ਫਲਾਨੀ ਸਟੋਰ ਤੋਂ ਲਿਆਂਦਾ ਸੀ 500 ਮਿਲੀਗ੍ਰਾਮ ਵਾਲਾ, ਉਹ ਤਾਂ 15 ਸੈਂਟ ਦੀ ਸੀ ਦਵਾਈ, ਇਹ ਹੈਗੀ $2 ਦੀ। ਹੁਣ ਇੱਕ ਪਾਸੇ ਤਾਂਬੇ ਦਾ ਪਾਈ ਫਿਰਦੇ ਹੋ ਕੜਾ, ਤੇ ਇੱਕ ਪਾਸੇ ਤੁਸੀਂ ਡਾਇਮੰਡ ਦੀ ਮੁੰਦਰੀ ਪਾਈ ਫਿਰਦੇ ਹੋ 2 ਕੈਰਟ ਦੀ। ਥਿੰਗਸ ਆਰ ਡਿਫਰੈਂਟ। ਸੋ ਉੱਥੇ ਨਾ ਚੱਲੋ। ਹਾਂ, ਘਰ ਦੀਆਂ ਚੀਜ਼ਾਂ ਮੈਂ ਜ਼ਰੂਰ ਕਹਿਣਾ, ਜਿਹੜੇ ਨੁਸਖੇ ਨੇ ਬਾਰ-ਬਾਰ ਮੈਂ ਆਇਆ ਕਰੂੰ ਟੀ ਵੀ 'ਤੇ, ਮੈਂ ਦੱਸੂ, ਮੈਂ ਤਾਂ ਚਾਹੁੰਦਾ ਵੀ ਬੰਦਾ ਬਿਮਾਰ ਹੋ ਹੀ ਨਾ, ਬਿਮਾਰ ਹੋਵੇ ਨਾ। ਸਾਡੀ ਇਹ ਤਮੰਨਾ ਹੋਣੀ ਚਾਹੀਦੀ ਹਰ ਡਾਕਟਰ ਦੀ, ਨਾ ਕਿ ਬਿਮਾਰ ਜ਼ਰੂਰ ਹੋ ਅਤੇ ਭੱਜਿਓ, ਰੱਬ ਤੋਂ ਵੀ ਡਰੋ, ਆਪਾਂ ਵੀ ਬੰਦੇ ਹੀ ਹਾਂ। ਤਾਂ ਰੱਬ ਕਿਸੇ ਨਾ ਕਰੇ, ਆਪਾਂ ਉਹੀ ਚੀਜ਼ 'ਤੇ ਤੁਹਾਡੇ ਕੋਲ ਆ ਕੇ ਮੈਂ ਜ਼ੋਰ ਦੇਣਾ ਜੀ ਵੀ ਆਪਾਂ ਕਿਵੇਂ ਰੋਗਾਂ ਨੂੰ ਮਿਟੀਗੇਟ, ਹੁਣ ਨਹੀਂ ਹਟਣੇ, ਸੱਟਾਂ ਵੀ ਲੱਗਣੀਆਂ ਨੇ, ਰੋਗ ਵੀ ਹੋਣੇ ਨੇ, ਹੋ ਹੀ ਜਾਣੇ ਨੇ। ਜਿੰਨੀਆਂ ਨਵੇਂ ਇਲਾਜ ਸ਼ੁਰੂ ਹੁੰਦੇ ਉਹਨੇ ਰੋਗ ਵੀ ਵਧੀ ਜਾਂਦੇ ਨੇ। ਇਹ ਵੀ ਇੱਕ ਡਾਇਲੇਮਾ, ਹੋਣਾ ਨਹੀਂ ਚਾਹੀਦਾ ਜੀ। ਦਵਾਈਆਂ ਵੱਧ ਬਣ ਗਈਆਂ, ਇਲਾਜ ਵੱਧ ਹੋ ਗਿਆ, ਰੋਗ ਘਟਣੇ ਚਾਹੀਦੇ ਨੇ। ਕਿਉਂ ਨਹੀਂ ਘਟਦੇ? ਕਿਉਂਕਿ ਬਿਗ ਫਾਰਮਾ ਬੈਠੀ ਆ, ਉਹ ਉਹਨੂੰ ਜ਼ੋਰ ਨਹੀਂ ਦੇ ਰਿਹਾ। ਕਈ ਵਾਰੀ ਕਿਹਾ ਵੀ ਜਿਵੇਂ ਕੈਂਸਰ ਫਾਊਂਡੇਸ਼ਨ ਆ, ਉਹਨਾਂ ਨੂੰ ਕਿੰਨੇ ਪੈਸੇ ਬਣਦੇ ਨੇ, ਹਾਰਟ ਐਂਡ ਸਟ੍ਰੋਕ ਵਾਲੇ ਨੇ, ਡਾਇਬੀਟਿਸ ਆ, 100 ਸਾਲ ਪੁਰਾਣੀਆਂ ਡੋਨੇਸ਼ਨ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ, ਅਰਬਾਂ ਡਾਲਰ ਪਏ ਨੇ ਰਿਸਰਚ ਕਰਕੇ। ਉਹ ਕਦੇ ਵੀ ਹਟਾਉਣ ਵਾਲੇ ਪਾਸੇ ਨਹੀਂ ਕਹਿੰਦੇ ਵੀ ਲੋਕਾਂ ਦਾ ਇਹ ਹਟ ਜਾਵੇ, ਕਿਉਂਕਿ ਉਹ ਰਿਸਰਚ ਬਿਗ ਫਾਰਮਾ ਕਰਾਓ ਵੀ ਆਹ ਦਵਾਈ ਦੀ ਰਿਸਰਚ ਕਰੋ ਜੀ, ਪੈਸੇ ਦੇ ਕੇ ਕਰੋੜਾਂ ਰੁਪਈਏ ਲੱਗਦੇ ਨੇ। ਉਹਨਾਂ ਨੇ ਕਿਸੇ ਪੁਦੀਨੇ 'ਤੇ, ਕਿਸੇ ਅਜਵਾਇਣ 'ਤੇ, ਕਿਸੇ ਵਿਟਾਮਿਨ ਸੀ 'ਤੇ ਕਿਸੇ ਨੇ ਪੈਸੇ ਦੇ ਕੇ ਕਰਾਉਣੀ ਰਿਸਰਚ, ਕਿਉਂ ਉਹਨੂੰ ਮਿਲਦਾ ਕੁਛ ਨਹੀਂ। ਕਿਸੇ ਖਾਣ ਵਾਲੀ ਚੀਜ਼ 'ਤੇ ਰਿਸਰਚ ਹੈਗੀ ਆ। ਤਾਂ ਸਾਨੂੰ ਫਿਰ ਜਿਹੜੇ ਫੰਕਸ਼ਨਲ ਮੈਡੀਸਨ ਵਾਲੇ ਲੋਕ ਆ, ਚਾਹੇ ਮੈਂ ਆਯੁਰਵੈਦਿਕ ਦਵਾਈ ਦੇਵਾਂ, ਚਾਹੇ ਮੈਂ ਹੋਮਪੈਥਿਕ ਦੇਵਾਂ, ਚਾਹੇ ਕੋਈ ਆਪਣੇ ਵਿਟਾਮਿਨ ਦੇਵਾਂ, ਉਹ ਕੋਈ ਵੀ ਚੀਜ਼ ਆ, ਉਹ ਇੱਕ ਡਿਸਕਲੇਮਰ ਦੇਣਾ ਪੈਂਦਾ ਸਾਨੂੰ ਵੀ ਵਿਟਾਮਿਨ ਸੀ ਦਾ ਚਾਹ ਤੁਹਾਨੂੰ ਆਰਾਮ ਵੀ ਆ ਗਿਆ ਵੀ ਇਹ ਵਿਟਾਮਿਨ ਸੀ ਕਿਸੇ ਵੀ ਰੋਗ ਨਾਲ ਟ੍ਰੀਟ ਕਰਦਾ, ਨਾ ਇਹ ਇਲਾਜ ਕਰਦਾ, ਉਹ ਫਾਇਦਾ ਕਰ ਸਕਦਾ ਜੀ। ਡਾਕਟਰ ਸਾਹਿਬ ਸਾਨੂੰ ਇੱਕ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਬੜਾ ਵਧੀਆ ਸ਼ੋ। ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਤਾਂ ਅਸੀਂ ਕਿੱਥੇ ਮਿਲ ਸਕਦੇ ਹਾਂ? ਡਾਕਟਰ ਸਾਹਿਬ ਉਹਨਾਂ ਦਾ ਨੰਬਰ ਅਸੀਂ ਰਿਪੀਟ ਕਰ ਦਿੰਦੇ ਆ, ਪਰ ਡਾਕਟਰ ਸਾਹਿਬ ਅਸੀਂ ਜ਼ਰੂਰ ਦੱਸਦੇ ਆ ਜੀ। ਇੱਕ ਕੈਲੀਫੋਰਨੀਆ ਤੋਂ ਦਵਾਈ ਡਿਲੀਵਰ ਕਰ ਸਕਦੇ ਨੇ ਸਾਨੂੰ ਲੋੜ ਪਵੇ? ਬਿਲਕੁਲ ਜੀ, ਡਾਕਟਰ ਸਾਹਿਬ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਦੱਸਦੇ ਆ। ਥੈਂਕ ਯੂ ਜੀ। ਸਾਨੂੰ ਤੁਸੀਂ ਨੰਬਰ ਦੱਸਿਓ ਵੀ ਅਸੀਂ। ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਡਾਕਟਰ ਸਾਹਿਬ ਉਹਨਾਂ ਦਾ ਨੰਬਰ ਤੁਹਾਨੂੰ ਰਿਪੀਟ ਕਰ ਦੇਵਾਂ, 6048088769। ਤੇ ਡਾਕਟਰ ਸਾਹਿਬ ਇਹਨਾਂ ਨੇ ਪੁੱਛਿਆ ਹੈਗਾ ਕਿ ਅਮਰੀਕਾ ਦੇ ਵਿੱਚ ਤੁਸੀਂ ਦਵਾਈ ਜੇ ਇਹਨਾਂ ਨੂੰ ਚਾਹੀਦੀ ਹੋਵੇ ਤੇ ਭੇਜ ਸਕਦੇ ਆ? ਹਾਂਜੀ, ਸ਼ਿਪ ਕਰ ਸਕਦੇ? ਬਿਲਕੁਲ, ਸਾਰੀ ਥਾਂ ਤੇ ਪਾਰਸਲ ਵਰਲਡ 'ਚ ਕਿਤੇ ਵੀ ਅੱਜ ਕੱਲ੍ਹ UPS ਜਾਂ FedEx। ਤੇ ਫਿਰ ਜਦੋਂ ਕੋਈ ਬਾਹਰਲੇ ਟਾਊਨ ਤੋਂ, ਮੰਨ ਲਓ USA ਤੋਂ ਜਾਂ ਟੋਰਾਂਟੋ ਤੋਂ ਜਾਂ ਕਿਸੇ ਹੋਰ ਸਿਟੀ ਤੋਂ ਤੁਹਾਡੇ ਕੋਲੋਂ ਦਵਾਈ ਲੈਣ ਲਈ ਕਹਿੰਦਾ ਹੈਗਾ, ਤੇ ਫਿਰ ਤੁਸੀਂ ਉਹਨਾਂ ਦੇ ਨਾਲ ਫੋਨ ਤੇ ਜਾਂ ਵੀਡੀਓ ਕਾਨਫਰੰਸ ਦੇ ਰਾਹੀਂ ਗੱਲਬਾਤ ਕਰਦੇ ਹੋ? ਹਾਂਜੀ, ਬਹੁਤ ਵਧੀਆ ਕੁਐਸਚਨ ਹੈ ਅੰਦਰ ਜੀ। ਕਈ ਤਰੀਕੇ ਨੇ। ਦੇਖੋ, ਜਦੋਂ ਵੀ ਕੋਈ ਲੋਕ ਪਹਿਲਾਂ ਗੱਲ ਕਰਦੇ, ਮੈਂ ਫ੍ਰੀ ਕੰਸਲਟੇਸ਼ਨ ਕਰ ਦਿੰਦਾ ਬੈਠ ਕੇ। ਇੰਨਾ ਜ਼ਰੂਰ ਵੀ ਦਿਨ ਵੇਲੇ ਮੈਂ ਕਈ ਵਾਰੀ ਕਹਿੰਦਾ ਮੈਂ ਬਿਜ਼ੀ ਹਾਂ, ਤੁਸੀਂ 7 ਵਜੇ ਤੋਂ ਬਾਅਦ ਕਰਿਓ ਜਾਂ 8 ਵਜੇ ਤੋਂ। ਫਿਰ ਮੈਂ ਉਹਨੂੰ ਸਵਾਲ ਇਹ ਪੁੱਛਦਾ ਹੁੰਦਾ ਬਈ ਕਿਹੜਾ ਰੋਗ ਆ, ਕਿੰਨੇ ਚਿਰ ਤੋਂ, ਤੁਸੀਂ ਡਾਕਟਰ ਦੀ ਕੀ ਸਲਾਹ, ਜੇ ਕੋਈ ਟੈਸਟ ਨੇ ਤਾਂ ਕਿਹੜੇ ਕਿਹੜੇ ਹੋਏ ਨੇ ਉਹਨਾਂ ਦੀ ਕਾਪੀ ਮੈਨੂੰ ਭੇਜ ਦਿਓ। ਦੂਸਰੀ ਗੱਲ, ਕਿਹੜੀ ਕਿਹੜੀ ਉਹਦੀ ਅਲਾਮਤਾਂ ਕੀ ਨੇ ਉਹ, ਜਾਂ ਫਿਰ ਮੈਂ TV 'ਤੇ ਜਾ ਕੇ ਤੁਹਾਡੀ ਅੱਖਾਂ ਦਿਖਾਓ, ਜੀਭ ਜਾਂ ਸਨੈਪਸ਼ਾਟ ਭੇਜੋ, ਮੱਗ ਸ਼ਾਟ ਮੂੰਹ ਦਾ ਭੇਜ ਦਿਓ, ਸੈਲਫੀ, ਉਹ ਸਾਰੀਆਂ। ਬਾਕੀ ਕਿਹੜੀ ਕਿਹੜੀਆਂ ਦਵਾਈਆਂ ਉਹ ਖਾਂਦੇ ਨੇ ਤਾਂ ਕਿ ਪਤਾ ਲੱਗੇ ਵੀ ਕਿੰਨੇ ਚਿਰ ਤੋਂ ਕੀ ਇਲਾਜ ਚੱਲਦਾ ਉਹਨਾਂ ਬਾਰੇ। ਮੈਂ ਜੇ ਹੁਣ ਡਾਕਟਰ ਦੀਆਂ ਦਵਾਈਆਂ ਨੇ ਮੈਂ ਕਦੇ ਰੋਕਦਾ ਨਹੀਂ, ਨਾ ਮੈਂ ਲੀਗਲੀ ਰੋਕ ਸਕਦਾ। ਮੈਂ ਕਹਿੰਦਾ ਵੀ ਇਹ ਮੈਂ ਤੁਹਾਨੂੰ ਦਵਾਈ ਦੇਵਾਂ ਇਸ ਤਰੀਕੇ ਜਿਵੇਂ ਜਿਹੜੀ ਖਾਣੀ ਆ ਉਹ ਵੀ ਖਾਈ ਜਾਓ, ਪਰ ਜਿਉਂ ਤੁਹਾਨੂੰ ਆਰਾਮ ਆਓ, ਜੇ ਉਹਦੀ ਡੋਜ਼ ਵੀ ਘਟਾਉਣੀ ਆ ਤੁਸੀਂ ਆਪਦੇ ਫੈਮਿਲੀ ਫਿਜ਼ੀਸ਼ੀਅਨ ਕੋਲ ਜਾਓ, ਉਹੀ ਘਟਾਉਣੀ ਉਹਨਾਂ ਹੀ ਲਾਈਆਂ, ਉਹੀ ਬੰਦ ਕਰਨੀ। ਮੰਨ ਲਓ ਫੋਰ ਐਗਜ਼ਾਮਪਲ ਕਿਸੇ ਨੂੰ ਬਲੱਡ ਪ੍ਰੈਸ਼ਰ ਦਾ 160, 70, 80 ਉੱਪਰਲਾ ਜਿਹੜਾ ਸਿਸਟੋਲਿਕ ਆ, ਡਾਇਸਟੋਲਿਕ 115, 20, 25 ਰਹਿੰਦਾ, ਉਹ ਦਵਾਈ ਖਾਂਦੇ ਨੇ, ਕੋਈ ਵੀ ਜਿਹੜੀ ਖਾਂਦੇ ਨੇ ਦਵਾਈ, ਅਤੇ ਉਹ ਮੇਰੇ ਕੋਲ ਵੀ ਆ ਗਏ। ਉਹ ਦਵਾਈ ਖਾ ਕੇ ਵੀ ਉਹਨਾਂ ਦਾ 200 ਚਲੋ 160 ਆਉਣ ਲੱਗ ਗਿਆ। ਮੇਰੇ ਕੋਲ ਆ ਕੇ ਮੇਰੀ ਦਵਾਈ ਵੀ ਸ਼ੁਰੂ ਕਰਤੀ, ਉਹ ਵੀ ਖਾਂਦੇ ਆ। ਜਾਂ ਮੈਂ ਜਿਹੜੀਆਂ ਅਮੈਂਡਮੈਂਟਸ ਦੱਸੀਆਂ, ਭਾਰ ਘਟਾ ਲਓ, ਆਹ ਖਾ ਲਓ, ਜਾਂ ਵਾਈਟਮਿਨ ਖਾ ਲਓ, ਜਾਂ ਮੈਂ ਦਿਨਾਂ ਸਮਾਨ, ਉਹ ਆ ਗਿਆ 120 'ਤੇ ਆ ਗਿਆ। ਮੰਨ ਲਓ
ਜਿਹੜਾ ਕਿ ਸੇਫ ਲਿਮਟ ਆ। ਫਿਰ ਮੈਂ ਕਹਿੰਦਾ ਵੀ ਤੁਸੀਂ ਐਂ ਕਰੋ, ਆਪਣੇ ਡਾਕਟਰ ਕੋਲ ਜਾਓ, ਉਹਨਾਂ ਨੂੰ ਸਲਾਹ ਪੁੱਛੋ ਵੀ ਮੇਰਾ ਘਟ ਗਿਆ ਜੀ, ਮੈਂ ਇੱਕ ਨੈਚੁਰੋਪੈਥ ਕੋਲੇ ਜਾਂ ਹੋਮਿਓਪੈਥ ਕੋਲੇ ਜਾਂਦਾ, ਅਤੇ ਤੁਸੀਂ ਸਲਾਹ ਦਿਓ ਮੇਰੀ ਦਵਾਈ ਘਟ ਸਕਦੀ ਆ। ਚੰਗੇ ਡਾਕਟਰ ਮੇਰੇ ਹਿਸਾਬ ਨਾਲ ਕਹਿਣਗੇ ਲਓ ਆਪਾਂ ਅੱਧੀ ਦੇ ਦਿੰਦੇ ਹਾਂ ਦਵਾਈ ਪਹਿਲਾਂ ਨਾਲੋਂ, ਜਾਂ ਫਿਰ ਕੁਆਟਰ ਕਰ ਦਿੰਦੇ ਹਾਂ, ਕਰ ਲਓ, ਉਹ ਵੀ ਕਰੋ ਉਹਨੇ ਸਲਾਹ ਨਾਲ। ਫਿਰ ਤੁਹਾਨੂੰ ਹੋਰ ਆਰਾਮ ਆ ਗਿਆ, ਫਿਰ ਪੁੱਛ ਲਓ। ਮੇਰੇ ਹਿਸਾਬ ਨਾਲ ਡਾਕਟਰ ਇੰਨੇ ਇਮਾਨਦਾਰ ਹੈਗੇ ਨੇ, ਔਰ ਮੈਨੂੰ ਪੂਰਾ ਭਰੋਸਾ ਵੀ ਹੈਗੇ ਨੇ, ਉਹ ਕਹਿੰਦੇ ਛੱਡ ਦਿਓ ਹੁਣ ਦਵਾਈ ਦੀ ਲੋੜ ਨਹੀਂ, ਜੇ ਆਰਾਮ ਆ। ਫਿਰ ਤੁਸੀਂ ਬਾਅਦ ਮੈਂ ਤਾਂ ਕਹਿੰਦਾ ਮੇਰੀ ਵੀ ਛੱਡੋ, ਤੁਸੀਂ ਖਾਣ ਵਾਲੀ ਚੀਜ਼ਾਂ 'ਤੇ ਜ਼ੋਰ ਦਿਓ ਜਿਹੜੀ ਮੈਂ ਦੱਸਦੇ ਹੀ ਰਹਿਣਾ, ਔਰ ਨਾਲ ਵੇਟ ਘਟਾਓ। ਜਿਵੇਂ ਫੋਰ ਐਗਜ਼ਾਮਪਲ ਬਲੱਡ ਪ੍ਰੈਸ਼ਰ ਦੀ ਗੱਲ ਕਰਦੇ ਹਾਂ ਜੀ, ਮੈਡੀਕਲ ਟਰਮ ਹਾਈ ਬਲੱਡ ਪ੍ਰੈਸ਼ਰ ਨੂੰ ਉਹ ਲੋ ਵੀ ਹੋ ਸਕਦਾ ਜੀ, ਔਰ ਹਾਈ ਵੀ। ਹਾਈ ਨੂੰ ਆਪਾਂ ਹਾਈਪਰ ਟੈਨਸ਼ਨ ਕਹਿੰਦੇ ਹਾਂ, ਲੋ ਨੂੰ ਆਪਾਂ ਹਾਈਪੋ ਟੈਨਸ਼ਨ ਕਹਿੰਦੇ ਹਾਂ। ਹੁਣ ਮੈਂ ਬਹੁਤ ਲੰਬਾ ਨਹੀਂ ਜਾਣਾ, ਮੈਂ ਸਿੰਪਲ ਇੱਕ ਗੱਲ ਪੰਜਾਬੀ 'ਚ ਦੇਸੀ ਨੁਸਖਾ ਦੱਸਦਾ। ਉਹ ਡਾਕਟਰ ਵੀ ਸੁਣ ਕੇ ਮੈਨੂੰ ਇਹ ਨਾ ਕਹਿਣ ਵੀ ਜਿਵੇਂ ਗਲਤ ਇਨਫੋਰਮੇਸ਼ਨ ਦੇ ਗਿਆ, ਕਿਉਂਕਿ ਪੂਰੀ ਠੀਕ ਨਹੀਂ ਪਰ ਕਾਫੀ ਠੀਕ ਆ। ਹਾਈਪਰ ਟੈਨਸ਼ਨ ਨੂੰ ਆਪਾਂ ਤੋੜ ਕੇ ਮੈਡੀਕਲੀ ਚੀਜ਼ ਨੂੰ ਛੱਡ ਕੇ ਆਪਾਂ ਡਿਕਸ਼ਨਰੀ ਜਾਂ ਗੂਗਲ 'ਚ ਜਾ ਕੇ ਡਿਕਸ਼ਨਰੀ ਦਾ ਮਤਲਬ ਪੁੱਛੋ ਵੀ ਹਾਈਪਰ ਕੀ ਆ ਔਰ ਟੈਨਸ਼ਨ ਕੀ ਆ। ਹਾਈਪਰ ਮੈਨੇ ਅਬਵ ਐਵਰੇਜ, ਲੋੜ ਤੋਂ ਉੱਪਰ ਕੋਈ ਚੀਜ਼ ਚੱਲਦੀ ਹੋਵੇ। ਜੇ ਬੱਚਾ ਬਹੁਤੀ ਗੱਲ ਤਾਂ ਆਪਾਂ ਕਹਿੰਦੇ ਬੱਚਾ ਹਾਈਪਰ ਹੋ ਗਿਆ, ਟੈਨਸ਼ਨ ਵੱਧ ਗਈ। ਸੋ ਹਾਈਪਰ ਟੈਨਸ਼ਨ ਦੇ ਪਿੱਛੇ ਤੁਹਾਡਾ ਵਧਿਆ ਹੋਇਆ ਸਟ੍ਰੈਸ ਆ, ਚਾਹੇ ਉਹ ਕੰਮ ਦਾ, ਚਾਹੇ ਉਹ ਕੋਈ ਗਮ ਹੋ ਗਿਆ, ਕੋਈ ਚਾਹੇ ਕੋਈ ਲੜਾਈ ਝਗੜਾ, ਆਪਾਂ ਇੱਕਦਮ ਗੁੱਸੇ ਵੀ ਆ ਜਾਈਏ, ਆਪਣੇ ਵਾਲ ਖੜੇ ਹੋ ਜਾਂਦੇ ਨੇ, ਕੋਰਟੀਸੋਲ ਵੱਧ ਜਾਂਦੀ ਹੈ ਅੰਦਰ, ਆਪਣਾ ਸਿਸਟਮ ਆਕੜ ਕੇ ਆਪਣੀਆਂ ਨਾੜਾਂ ਕੱਸੀਆਂ ਜਾਂਦੀਆਂ ਨੇ, ਆਰਟਰੀਜ਼ ਵੇਨਸ ਸ਼ਰਿੰਕ ਹੋ ਜਾਂਦੀਆਂ ਨੇ, ਗੁੱਸੇ 'ਚ ਆ ਜਾਂਦੇ, ਉੱਚੀ ਬੋਲਣ ਲੱਗ ਜਾਂਦੇ, ਅੱਖਾਂ ਖੁੱਲ੍ਹ ਜਾਂਦੀਆਂ, ਪੀਪਲਸ ਡਾਇਲੇਟ ਹੋ ਜਾਂਦੇ ਨੇ। ਉਹ ਕੀ ਹੋ ਗਿਆ, ਚੰਗੇ ਭਲੇ ਬੰਦੇ ਨੂੰ ਵੀ 120 ਤੇ 160 70 80 ਹੋ ਜੂ ਟਾਈਮ ਬੀਇੰਗ ਲਈ, ਕਿਉਂਕਿ ਹੁਣ ਟੈਨਸ਼ਨ ਵੱਧ ਗਈ। ਸੋ ਉਹਨੂੰ ਘਟਾਉਣ ਨੂੰ ਬਜਾਏ ਕਿ ਦਵਾਈਆਂ 'ਤੇ ਜ਼ੋਰ ਰੱਖੋ, ਜੇ ਲੋੜ ਪਈ ਡਾਕਟਰ ਕਹਿਣ ਲੈ ਲਓ, ਪਰ ਤੁਸੀਂ ਆਪਦੇ ਦੇਖੋ ਵੀ ਮੈਂ ਕਿਹੜੀ ਚੀਜ਼ ਕਰਕੇ ਸਟ੍ਰੈਸ ਤਾਂ ਘਟਾ ਲਓ, ਵੇਟ ਵਧੇ ਤਾਂ ਘਟਾ ਲਓ, ਨਸ਼ਾ ਬਹੁਤਾ ਕਰਦੇ ਹੋ ਘਟਾ ਲਓ, ਲੂਣ ਮਾੜਾ ਖਾਂਦੇ ਹੋ ਘਟਾ ਲਓ, ਸੈਰ ਨਹੀਂ ਕਰਦੇ ਕਰ ਲਓ, ਪ੍ਰੋਸੈਸ ਚੀਜ਼ਾਂ ਖਾਂਦੇ ਹੋ ਛੱਡ ਦਿਓ, ਉਸ ਚੀਜ਼ ਨਾਲ ਘਟਾਓ। ਹਾਂਜੀ। ਤੇ ਡਾਕਟਰ ਸਾਹਿਬ ਕਈ ਵਾਰੀ ਅਸੀਂ ਇੰਝ ਹੁੰਦਾ ਕਿ ਸਾਡੇ ਜਿਹੜੇ ਪੰਜਾਬੀ ਪਰਿਵਾਰ ਆ, ਅਸੀਂ ਜਿਹੜੀ ਸਾਡੀ ਕੁਕਿੰਗ ਦਾ ਸਟਾਈਲ ਆ, ਉਹਦੇ ਵਿੱਚ ਕਿਤੇ ਨਾ ਕਿਤੇ ਕਈ ਵਾਰੀ ਅਸੀਂ ਕੰਪਰੋਮਾਈਜ਼ ਕਰ ਲੈਂਦੇ ਆ। ਜੇ ਅਸੀਂ ਆਟਾ ਖਰੀਦਣਾ ਤੇ ਕਈ ਵਾਰੀ ਅਸੀਂ ਉਹਦਾ ਮੁੱਲ ਘੱਟ ਦੇਖ ਕੇ ਸਸਤਾ ਖਰੀਦ ਲੈਂਦੇ ਆ। ਕਈ ਵਾਰੀ ਅਸੀਂ ਘੀ ਕੋਈ ਮਾੜਾ ਚੰਗਾ ਖਰੀਦ ਲਿਆ, ਜਾਂ ਤੇਲ ਕੋਈ ਸੇਲ ਤੇ ਲੱਗਾ $2 ਸਸਤਾ ਅਸੀਂ ਉਹ ਖਰੀਦ ਲਿਆ। ਅਸੀਂ ਬਚਤ ਕਰਦੇ ਆ, ਪਰ ਕਿਤੇ ਨਾ ਕਿਤੇ ਅਸੀਂ ਆਪਣੀ ਸਿਹਤ ਨੂੰ ਵੀ ਡੈਮੇਜ ਕਰਦੇ ਆ। ਸੋ ਕੀ ਤੁਹਾਡੇ ਵੱਲੋਂ ਕੀ ਰਾਏ ਹੋਊਗੀ, ਕੀ ਸਲਾਹ ਹੋਊਗੀ ਕਿ ਸਾਨੂੰ ਆਪਣੀਆਂ ਇਹ ਹੈਬਿਟਸ ਕਿਵੇਂ ਚੇਂਜ ਕਰਨੀਆਂ ਚਾਹੀਦੀਆਂ? ਬਹੁਤ ਵਧੀਆ ਸਵਾਲ ਹੈ ਜੀ। ਮੈਂ ਪਰਸਨਲੀ ਪਿਛਲੇ 43 ਸਾਲ ਤੋਂ ਆ ਕੇ ਇੱਥੇ ਜੋ ਦੇਖਿਆ, ਸਰੀ ਚੋਣ ਆਪਣੇ ਮਿਲੀਅਨਰਸ ਦੀ ਅਮੀਰਾਂ ਦੀ ਗਿਣਤੀ ਬਹੁਤ ਵਧ ਗਈ, ਬੜਾ ਚੰਗਾ ਲੱਗਦਾ। ਪਰ ਮੈਂ ਸਾਰਿਆਂ ਨਹੀਂ, ਮੈਂ ਬਹੁਤ ਸਾਰਿਆਂ ਦੇ ਘਰੇ ਜਾ ਕੇ ਵੀ ਦੇਖਿਆ, ਜਾਂ ਉਹਨਾਂ ਨਾਲ ਗੱਲਾਂ ਕਰਕੇ ਦੇਖੀਆਂ, ਉਹ ਬਾਕੀ ਚੀਜ਼ਾਂ 'ਚ ਤਾਂ ਬਿਲੀਵ ਕਰਦੇ ਆ ਵੀ ਵਧੀਆ ਬੰਗਲਾ ਘਰ, ਕਾਰਾਂ, ਸਭ ਪੂਰੀ ਟੌਰ ਸ਼ੌਰ ਹੋਵੇ ਪੂਰੀ, ਪਰ ਜਦ ਖਾਣ ਦੇ ਮਾਮਲੇ 'ਚ ਨਾ ਉਹ ਸੁਣਨ ਨੂੰ ਤਿਆਰ ਨੇ। ਉਹ ਸ਼ਰਾਬ ਵੀ ਵਧੀਆ ਪਿਆ ਦੇਣਗੇ, ਪੀ ਲੈਣਗੇ, ਪਰ ਜਦੋਂ ਖਾਣ 'ਤੇ ਆਉਂਦਾ ਉਹ ਬਹੁਤ ਸਾਰੇ ਨਹੀਂ, ਮੈਂ ਕਹਿੰਦਾ ਸਾਰੇ ਕਿ ਬਹੁਤ ਸਿਆਣੇ ਵੀ ਨੇ, ਸਮਝਦਾਰ ਵੀ ਨੇ, ਕਰਦੇ ਵੀ ਨੇ, ਪਰ ਉਹ ਫਿਰ ਉੱਥੇ ਕਿਰਸ ਵੀ ਕਿਹੜਾ ਦਿਸਣੀ ਹੈ। ਔਰ ਉਹਦੇ 'ਚ ਉਹ ਔਰ ਇਹ ਵੀ ਕਰਦੇ, ਔਰ ਕਈ ਬੰਦੇ ਨਾਈਵ ਜਾਂ ਇਗਨੋਰੈਂਟ ਵੀ ਨੇ ਖਾਣ ਦੇ ਮਾਮਲੇ 'ਚ, ਕਿਉਂਕਿ ਕੋਈ ਡਾਕਟਰ, ਕੋਈ ਸੰਸਥਾ ਉਹਨਾਂ ਨੂੰ ਇਹ ਨਹੀਂ ਦੱਸਣ ਆਉਂਦੀ ਵੀ ਕਿਹੜੀ ਚੀਜ਼ ਮਾੜੀ ਹੈ, ਕਿਹੜੀ ਚੰਗੀ ਹੈ, ਕਿਉਂਕਿ ਉਹ ਦੱਸਣ 'ਚ ਕਿਸੇ ਡਾਕਟਰ ਜਾਂ ਕਿਸੇ ਬਿਗ ਫਾਰਮਾ ਨੂੰ ਕੋਈ ਫਾਇਦਾ, ਮੋਨੀਟਰੀ ਜਾਂ ਪੈਸੇ ਦਾ ਫਾਇਦਾ ਨਹੀਂ ਹੁੰਦਾ। ਲੋਕ ਕਹਿੰਦੇ ਮੁੱਦਾ ਹੀ ਬੋਲੋ, ਟਾਈਮ ਇਜ਼ ਮਨੀ, ਉੱਥੋਂ ਜਿੱਥੋਂ ਮੈਨੂੰ ਪੈਸਾ ਨਹੀਂ ਬਣਦਾ ਕਿਉਂ ਬੋਲਾਂ। ਪਰ ਇੱਕ ਧਾਰਮਿਕ ਜਾਂ ਆਪਣਾ ਹਿਊਮਨ ਫਰਜ਼ ਬਣਦਾ ਵੀ ਕੋਈ ਮੇਰੇ ਕੋਲ ਨਾ ਵੀ ਕੋਈ ਪੇਸ਼ੈਂਟ ਆਵੇ, ਜੇ ਮੇਰੇ ਕਿਸੇ ਦੱਸੇ ਤੇ ਘਰੇ ਬੈਠੇ ਨੂੰ ਵੀ ਆਰਾਮ ਆ ਗਿਆ ਤਾਂ ਮੈਂ ਕੋਈ ਚੰਗਾ ਪੁੰਨ ਦਾ ਕੰਮ ਕਰ ਰਿਹਾ, ਇਹ ਮਨ 'ਚ ਹੋਣੀ ਚਾਹੀਦੀ ਹੈ। ਸੋ ਬੈਕ ਟੂ ਤੁਹਾਡੀ ਪੁਰਾਣੀ ਗੱਲ 'ਤੇ ਬਈ ਤੇਲ ਆ, ਤੇਲ ਪਹਿਲੀ ਗੱਲ ਤਾਂ ਉਹ ਤੇਲਾਂ ਨੂੰ ਆਪਾਂ ਸਮੋਕਿੰਗ ਪੁਆਇੰਟ ਤੋਂ ਚੈੱਕ ਕੀਤਾ ਜਾਂਦਾ ਵੀ ਮਾੜਾ ਕਿ ਚੰਗਾ, ਨਾ ਕਿ ਬੋਇਲਿੰਗ ਪੁਆਇੰਟ ਤੋਂ। ਸੋ ਜਿਹੜਾ ਤੇਲ ਗਰਮ ਕਰਦੇ ਛੇਤੀ ਕਾਲਾ ਧੂੰਆਂ ਕੱਢ ਜਾਵੇ, ਉਹ ਮਾੜੇ ਚਗਣ ਹੁੰਦਾ। ਜਿਵੇਂ ਸਰੋਂ ਤੇਲ ਉਹ ਨਹੀਂ ਮਾੜਾ, ਬੋਡੀ ਨੂੰ ਲੈ ਲਓ, ਅਚਾਰ 'ਚ ਪਾ ਲਓ, ਪਰ ਉਹ ਜਾਂ ਠੰਡਾ ਹੌਲੀ ਹੌਲੀ ਭੁੰਨ ਲਓ। ਜੇ ਤੇਲ ਉਹਨੂੰ ਗਰਮ ਕਰਕੇ ਜਿਵੇਂ ਪਕੌੜੇ ਬਣਾਉਂਦੇ ਆ, ਉਹ ਧੂੰਆਂ ਹੋ ਗਿਆ, ਜਾਂ ਪਰੌਂਠੇ ਬਣਾਉਣ ਨੂੰ ਘਿਓ ਦੇਸੀ ਨਾਲ ਵੀ ਧੂੰਆਂ ਹੋ ਗਿਆ, ਉਹ ਕਾਰਸੀਨੋਜੈਨਿਕ ਹੋ ਜਾਂਦਾ, ਉਹ ਸਿਹਤ ਨੂੰ ਚੰਗਾ ਨਹੀਂ। ਬਾਕੀ ਵੀ ਤੁਸੀਂ ਪਰੌਂਠਾ ਵੀ ਬਣਾਉਣਾ, ਇਕੱਲਾ ਪਰੌਂਠਾ ਬਣਾ ਲਓ, ਤੁਸੀਂ ਉਹ ਤੋਂ ਬਾਅਦ ਚੋਪੜ ਦਿਓ ਘਿਓ ਨਾਲ, ਜਿਹੜੇ ਵੀ ਨਾਲ ਹੋਣਾ, ਤਾਂ ਉਹਨੇ ਧੂੰਆਂ ਨਹੀਂ ਹੋਣਾ, ਉਹਦੀ ਫੂਡ ਵੈਲਿਊ ਵੀ ਵੱਧ ਗਈ, ਔਰ ਕਾਰਸੀਨੋਜੈਨਿਕ ਨਹੀਂ ਹੋਇਆ। ਦੂਸਰੀ ਗੱਲ, ਮੋਸਟਲੀ ਜਿਹੜੇ ਆਪਾਂ ਤੇਲ ਲਿਆਉਂਦੇ ਸਟੋਰਾਂ 'ਚੋਂ, ਕਨੋਲਾ, ਮਜ਼ੋਲਾ, ਕੋਰਨ ਆਇਲ, ਸਨਫਲਾਵਰ, ਸੈਫਲਾਵਰ, ਜਿਹੜੇ ਖਾਸ ਕਰ ਇਹ ਨੇ, ਇਹ ਕਨੋਲਾ ਵੀ ਜੇ ਕਹੀਏ ਸਰੋਂ ਵਰਗਾ ਹੁੰਦਾ ਹੈ,
ਕੈਨੇਡਾ 'ਚ ਬਹੁਤ ਹੁੰਦਾ ਵੈਸੇ, ਪਰ ਇਹਦੇ 'ਚ ਨੁਕਸ ਇਹ ਆ ਵੀ ਇਹ GMO ਆ। ਅਨਲੈਸ ਇਹ ਆਰਗੈਨਿਕ ਹੋਵੇ, ਜਿਹੜਾ ਕਿ ਆਮ ਬਹੁਤ ਘੱਟ ਮਿਲਦਾ। ਮੈਂ ਤਾਂ ਹਾਲੇ ਤੱਕ ਦੇਖਿਆ ਹੀ ਨਹੀਂ ਇੱਥੇ ਵੀ ਕਨੋਲਾ ਹੋ ਸਕਦਾ ਮਿਲਦਾ ਵੀ ਹੋ, ਪਰ ਮੈਂ ਤਾਂ ਨਹੀਂ ਦੇਖਿਆ ਜਿਹੜਾ ਆਰਗੈਨਿਕ ਮਿਲੇ। ਪਰ ਜੇ ਮਿਲ ਗਿਆ ਤਾਂ ਬਹੁਤੇ ਲੋਕਾਂ ਨੇ ਲੈਣਾ ਹੀ ਨਹੀਂ। ਜਿਹੜੀ ਬੋਤਲ ਹੁਣ ਉਹ $4 ਦੀ ਆਉਂਦੀ ਹੈ ਨਾ, ਉਹ 25 ਦੀ ਆਉ ਜਿਹੜਾ ਆਰਗੈਨਿਕ ਹੋਇਆ। ਜਿਹੜੇ GMO ਨੇ, ਦੇਖੋ ਸਭ ਤੋਂ ਜ਼ਿਆਦਾ GMO ਮੱਕੀ ਦਾ ਵਾਲੇ ਪ੍ਰੋਡਕਟ ਜਾਂ ਮੱਕੀ ਦਾ ਤੇਲ ਔਰ ਸੋਇਆਬੀਨ ਸਭ ਤੋਂ ਜ਼ਿਆਦਾ ਨੇ, ਹੋਰ ਵੀ ਨੇ। ਸੋ GMO ਸਟੈਂਡਸ ਫॉर ਜੈਨੇਟਿਕਲੀ ਮੋਡੀਫਾਈਡ ਆਰਗੈਨਿਜ਼ਮ, ਯਾਨੀ ਕਿ ਉਹਦਾ ਹਾਈਬ੍ਰਿਡ ਕਰਕੇ ਉਹਦਾ DNA ਚੇਂਜ ਕਰਤਾ, ਔਰ ਸਾਡੀ ਬੋਡੀ ਜੋ ਪੇਟ 'ਚ ਜਾਂਦੀ ਆ ਉਹ ਚੀਜ਼ ਨੂੰ ਸਮਝਣ ਤੋਂ ਮੁਨਕਰ ਹੁੰਦੀ, ਉਹਨੂੰ ਪਤਾ ਨਹੀਂ ਲੱਗਦਾ। ਉਹ ਤਾਂ ਹੀ ਸਾਰਾ ਸਿਸਟਮ ਨੂੰ ਆਪਣੇ ਨੂੰ ਤਹਿਸ ਨਹਿਸ ਕਰਨ ਦਾ ਬਹੁਤ ਸਾਰੇ ਰੋਗ GMO ਖਾਣ ਨਾਲੇ ਪੈਦਾ ਹੁੰਦੇ ਨੇ। ਤੇ ਅੱਛਾ ਡਾਕਟਰ ਸਾਹਿਬ, ਇੱਕ ਸਮਾਂ ਤਾਂ ਸਾਡਾ ਵੈਸੇ ਹੋ ਗਿਆ, ਪਰ ਇੱਕ ਹੋਰ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦੀ ਹਾਂ। ਖਾਸ ਤੌਰ ਤੇ ਵੀ ਸਾਡੇ ਆਪਣੇ ਪੰਜਾਬੀ ਪਰਿਵਾਰਾਂ 'ਚ ਪਾਇਆ ਜਾਂਦਾ ਆ। ਸੋ ਵੈਸੇ ਤਾਂ ਜਦੋਂ ਅਸੀਂ ਹੋਰ ਕਮਿਊਨਿਟੀ ਦੀ ਗੱਲ ਕਰਦੇ ਹਾਂ, ਉਹ ਤੇ ਫਰੀਜ਼ਰ ਫੂਡ ਜ਼ਿਆਦਾ ਲਿਆ ਕੇ ਫਰੋਜ਼ ਕਰ ਲੈਂਦੇ ਆ, ਕੈਨ ਫੂਡ ਜ਼ਿਆਦਾ ਖਾਂਦੇ ਆ। ਪਰ ਸਾਡੀਆਂ ਫੈਮਲੀਆਂ ਸਾਗ ਵੱਡੇ ਵੱਡੇ ਪਤੀਲੇ ਬਣਾ ਕੇ ਉਹਨਾਂ ਨੂੰ ਫਰੀਜ਼ ਕਰ ਲੈਂਦੇ ਆ। ਉਹ 6-6 ਮਹੀਨੇ ਸਾਲ ਪਿਆ ਰਹਿੰਦਾ ਆ। ਫਿਰ ਉਹ ਵਾਧੂ ਸਬਜ਼ੀਆਂ ਆਰਗੈਨਿਕ ਖੇਤਾਂ 'ਚ ਉਹਨਾਂ ਨੇ ਆਪਣੇ ਘਰੇ ਗਾਰਡਨ ਚਲਾਈਆਂ ਆ, ਉਹ ਹੁਣ ਨਹੀਂ ਵਰਤੋਂ 'ਚ ਆ ਰਹੀਆਂ, ਉਹਨਾਂ ਨੂੰ ਕੱਟ ਕੇ ਉਹਨਾਂ ਨੂੰ ਫਰੀਜ਼ ਕਰ ਲਿਆ ਹੈਗਾ ਆ, ਉਹ ਸਾਲ ਪਈਆਂ। ਇਹ ਜਿਹੜਾ ਕੁੱਕ ਕਰਕੇ ਫਰੀਜ਼ ਕਰ ਲੈਣਾ, ਮੁੜ ਕੇ ਡੀਫਰੋਸਟ ਕਰਕੇ ਇਹਨੂੰ ਖਾਣਾ, ਇਹ ਕਿੰਨਾ ਕੁ ਸੇਫ ਆ ਸਾਡੀ ਸਿਹਤ ਲਈ? ਇਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਦੇਖੋ ਜੀ, ਇਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ 2 ਮਿੰਟ 'ਚ ਵਿਸਥਾਰ 'ਚ ਦੱਸਦਾ ਵੀ ਸਬਜ਼ੀਆਂ ਮੈਂ ਵੀ ਉਗਾਉਣਾ, ਆਮ ਲੋਕ ਉਗਾਉਂਦੇ ਨੇ, ਫਰੀਜ਼ ਵੀ ਕਰਨੀਆਂ ਪੈ ਸਕਦੀਆਂ ਨੇ। ਪਰ ਇੱਕ ਤਾਂ ਫਰੀਜ਼ ਕਰਨ 'ਤੇ ਇਹ ਪ੍ਰੀਕਾਸ਼ਨ ਰੱਖੋ ਵੀ ਜਿਹੜੀ ਚੀਜ਼ ਫਰੀਜ਼ ਕਰਨੀ ਆ ਪ੍ਰੋਪਰ ਫਰੀਜ਼ਰ ਬੈਗ ਹੋਵੇ, ਔਰ ਉਹਨੂੰ ਮਸ਼ੀਨਾਂ ਵੀ ਮਿਲਦੀਆਂ ਜਾਂ ਕਿਸੇ ਤਰੀਕੇ ਨੂੰ ਪੂਰੀ ਉਹ 'ਚ ਜਿੰਨੀ ਉਹਦੀ ਹਵਾ ਪਿਛਲੀ ਉਹ ਸਾਰੀ ਕੱਢ ਦਿਓ, ਕਿਉਂਕਿ ਜੇ ਹਵਾ ਵਿੱਚ ਰਹਿ ਗਈ ਉਹਨੂੰ ਫਰੀਜ਼ਰ ਬਰਨ ਵੀ ਹੋ ਜਾਣਗੇ, ਕਿਉਂਕਿ ਉਹਦੇ ਵਿੱਚ ਜਿਹੜਾ ਅੰਦਰ ਪਾਣੀ ਆ, ਨਵੀਂ ਆ ਹਿਊਮਿਡਿਟੀ, ਉਹਨੇ ਕ੍ਰਿਸਟਲ ਬਣ ਜਾਣੇ ਨੇ। ਜਿਵੇਂ ਆਈਸ ਬਣ ਜਾਂਦੀ ਆਪਾਂ ਦੇਖੀ ਉਹਨੇ, ਫਿਰ ਉਹ ਚੀਜ਼ ਬਾਹਰ ਕੱਢੋ ਕਾਫੀ ਚਿਰ ਵਿੱਚੋਂ ਕ੍ਰਿਸਟਲ ਬਣੇ ਹੁੰਦੇ ਆਈਸ ਦੇ। ਉਹ ਜਦੋਂ ਬਣਦੇ ਨੇ ਫੂਡ ਦੇ ਮੋਲੀਕੂਲ ਨੂੰ ਭੰਨ ਦਿੰਦੇ ਆ, ਤੋੜ ਦਿੰਦੇ ਆ। ਉਹਦੀ ਪਹਿਲਾਂ ਟੈਕਸਚਰ ਵੀ ਖਰਾਬ ਹੋ ਜਾਂਦਾ, ਉਹਦੀ ਫੂਡ ਵੈਲਿਊ ਵੀ ਘੱਟ ਜਾਂਦੀ ਹੈ। ਸੋ ਪਹਿਲੀ ਗੱਲ ਤਾਂ ਕਰੋ ਨਾ ਫਰੈਸ਼ ਖਾਓ, ਪਰ ਜੇ ਕਰਨੀ ਆ ਤਾਂ ਪ੍ਰੋਪਰ ਤਰੀਕੇ ਨਾਲ ਫਰੀਜ਼ ਕਰੋ। ਗੂਗਲ 'ਤੇ ਜਾ ਕੇ ਵੀ ਸਿੱਖ ਲਓ ਵੀ ਹਾਊ ਟੂ ਫਰੀਜ਼ ਪ੍ਰੋਪਰਲੀ, ਉਹਨੂੰ ਪ੍ਰੋਪਰ ਬੈਗ ਹੋਣ, ਪ੍ਰੋਪਰ ਭਾਂਡਾ। ਈਵਨ ਫਰਿੱਜ ਵੀ ਆਪਾਂ ਚੀਜ਼ ਰੱਖਦੇ ਹਾਂ ਠੰਡੀ ਤਾਂ ਉਹ ਪੂਰੀ ਢਕੀ ਚਾਹੀਦੀ ਆ, ਨਹੀਂ ਤਾਂ ਫਰਿੱਜ ਉਹਨੂੰ ਡੀਹਾਈਡਰੇਟ ਕਰਨ ਦਾ ਉਹ ਚੂਈ ਜੀ ਹੋ ਜੂ, ਰਬੜੀ ਜੀ ਹੋ ਜੂ, ਉਹਦਾ ਅਸਰ ਘੱਟ ਜੂ। ਇਹ ਬਚਾ ਵੀ ਰੱਖੋ। ਤੀਸਰੀ ਗੱਲ ਹੈਗੀ ਆ ਵੀ ਜੇ ਫੂਡ ਵੈਲਿਊ ਲੈਣੀ ਕਿਸੇ ਚੀਜ਼ ਤੋਂ, ਜਿੰਨੀ ਜਲਦੀ ਤੋੜ ਕੇ ਫਟਾਫਟ, ਜਿਵੇਂ ਤਾਂ ਹੀ ਘਰ ਦੀ ਸਬਜ਼ੀ 'ਚ ਸਿਫਤ ਆ, ਉਹਦੇ ਐਨਜ਼ਾਈਮਸ ਜਿਹੜੇ ਲਾਈਵ ਐਨਜ਼ਾਈਮ ਨੇ ਉਹਦੇ ਵਿੱਚ, ਉਹ ਉਨੇ ਜਿੰਨੀ ਛੇਤੀ ਖਾ ਲਵੋ। ਈਵਨ ਤੁਸੀਂ ਮੈਨੂੰ ਤੁਸੀਂ ਦੇਖਣਾ, ਆਪਾਂ ਸੇਬ ਵੀ ਲਈ ਜਾਏ ਬਾਹਰੋਂ, ਬੜਾ ਸੋਹਣਾ ਸਾਫ਼ ਲੱਗੂ, ਉਹਨੂੰ ਕੱਟ ਦਿਓ, ਉਹਨੂੰ 5-7 ਮਿੰਟ ਪਿਆ ਰਹਿਣ ਦਿਓ, ਉਹ ਖਾਕੀ ਜਾ ਹੋ ਜਾਊ, ਕਿਉਂਕਿ ਉਹ ਆਕਸੀਡਾਈਜ਼ ਹੋ ਗਿਆ। ਹੁਣ ਆਕਸੀਡਾਈਜ਼ ਹੁਣ ਉਹਦੇ ਜਿਹੜੇ ਅੰਦਰਲੇ ਜਿਹੜੇ ਐਨਜ਼ਾਈਮ ਨੇ ਉਹ ਘਟਣੇ ਸ਼ੁਰੂ ਹੋ ਗਏ। ਸੋ ਉਹ ਚੀਜ਼ ਆਪਾਂ ਲੰਬੀ ਚੀਜ਼ ਫਰੀਜ਼ ਕਰਦੇ ਉਹ ਚੀਜ਼ਾਂ ਘਟਦੀਆਂ ਨੇ ਫੂਡ ਵੈਲਿਊ। ਸੋ ਉਹਨਾਂ ਨੂੰ ਬਚਾਉਣ ਦੀ ਟਰਾਈ ਕਰੋ, ਉਹਨਾਂ ਤੋਂ ਫਰੈਸ਼ ਵੱਲ ਨੂੰ ਹੀ ਜ਼ਿਆਦਾ ਜ਼ੋਰ ਲਾਵੋ ਤਾਂ ਕਿ ਆਪਾਂ ਸਿਹਤ ਨੂੰ ਵਧੀਆ ਰੱਖੀਏ। ਸੋ ਹੈਲਥ ਇਜ਼ ਵੈਲਥ। ਅਮੀਰ ਹੋਣ ਦਾ ਕੋਈ ਫਾਇਦਾ ਨਹੀਂ ਸਾਨੂੰ, ਜੇ ਅਸੀਂ ਉਹਨੂੰ ਹਟਾ ਹੀ ਨਹੀਂ ਸਕਦੇ, ਪਹਿਲੇ ਮਰਨ ਨੂੰ ਤਿਆਰ ਆ। ਤੇ ਡਾਕਟਰ ਸਾਹਿਬ ਤੁਸੀਂ ਇੱਕ ਵਾਰੀ ਜ਼ਰੂਰ ਦੱਸੋ ਸਰੀ ਦੇ ਵਿੱਚ ਤੁਹਾਡਾ ਆਫਿਸ ਕਿੱਥੇ ਆ ਤੇ ਟਾਈਮਿੰਗ ਕੀ ਆ, ਕਿੰਨੇ ਤੋਂ ਕਿੰਨੇ ਵਜੇ ਤੱਕ ਤੁਹਾਨੂੰ ਆ ਕੇ ਮਿਲਿਆ ਜਾ ਸਕਦਾ, ਤੇ ਕਿਹੜੇ ਤੋਂ ਕਿਹੜੇ ਦਿਨ ਤੁਸੀਂ ਆਪਣਾ ਆਫਿਸ ਓਪਨ ਕਰਦੇ ਹੋ, ਕਲੀਨਿਕ ਤੁਹਾਡਾ ਓਪਨ ਕਿਹੜੇ ਟਾਈਮ ਹੁੰਦਾ? ਹਾਂਜੀ, ਵੈਸੇ ਤਾਂ ਮੇਰਾ ਇੱਕ ਪੱਕਾ ਜਿਹਾ ਟਾਈਮ ਦਿਖਾਉਣ ਨੂੰ ਰੱਖਿਆ ਵੀ 10 ਤੋਂ 5। ਸੰਡੇ ਨੂੰ ਮੈਂ ਛੁੱਟੀ ਕਹਿ ਦਿੰਦਾ, ਪਰ ਸੱਚਾਈ ਇਹ ਆ ਨਾ ਮੈਨੂੰ ਛੁੱਟੀ ਮਿਲਦੀ ਹੈ ਨਾ ਮੈਂ ਕਰਦਾ। ਔਰ ਕਈ ਵਾਰੀ ਲੋਕ ਸਵੇਰੇ 7-8 ਵਜੇ ਵੀ ਆ ਜਾਂਦੇ ਆ, ਤੇ ਰਾਤ ਨੂੰ 8-9 ਵਜੇ ਵੀ, ਕਿਉਂਕਿ ਮੈਂ ਘਰੋਂ ਕਰਦਾ। ਮੇਰੇ ਕੋਲ ਤੁਸੀਂ ਦੇਖਿਆ ਫੈਸਿਲਿਟੀ ਵਧੀਆ, ਵੱਡਾ ਘਰ, ਥੱਲੇ ਸਿਸਟਮ ਪੂਰਾ ਡੈਡੀਕੇਟਡ ਆ, ਪੂਰੀ ਪ੍ਰਾਈਵੇਸੀ ਆ, ਫੁੱਲ ਕਲੀਨਿਕ ਬਣਾਇਆ। ਉਹਦੇ ਕਰਕੇ ਮੈਨੂੰ ਥੋੜ੍ਹੀ ਜਿਹੀ ਕਿ ਮੌਜ ਹੈਗੀ ਆ, ਇੱਕ ਲਗਜ਼ਰੀ ਇਹ ਵੀ ਮੈਂ ਕਿਸੇ ਵੀ ਵੇਲੇ ਦੇਖ ਸਕਦਾ। ਸ਼ਾਮ ਨੂੰ ਕਈ ਵਾਰੀ ਹੁੰਦਾ ਕੋਈ ਪਾਰਟੀ ਚੱਲਦੀ ਆ ਤਾਂ ਉਦੋਂ ਮੈਂ ਕਈ ਵਾਰੀ ਰੋਕ ਦੇਣਾ ਵੀ ਰਹਿਣ ਦਿਓ, ਫਿਰ ਆ ਜਾਓ ਕੱਲ੍ਹ ਨੂੰ ਵੀ। ਅਦਰ ਦੈਨ ਦੈਟ ਜੇ ਕਿਸੇ ਨੂੰ ਮਜਬੂਰੀ ਇਹ ਨਹੀਂ, ਮੈਂ ਕਹਿੰਦਾ ਵੀ ਆਦਤੇ ਪਾ ਲਓ ਵੀ ਰੋਜ਼ ਸਵੇਰੇ 7 ਵਜੇ ਉਠਾਓ ਅਤੇ ਮੈਨੂੰ 11 ਵਜੇ ਤੱਕ ਦੱਬੀ ਫਿਰੋ। ਪਰ ਉਹ 7 ਐਤਵਾਰ ਨੂੰ ਵੀ ਲੋੜ ਹੁੰਦੀ ਹੈ, ਮੈਂ ਘੱਟ ਕਰਦਾ, ਪਰ ਮੈਂ ਐਤਵਾਰ ਨੂੰ ਵੀ ਅਪਾਇੰਟਮੈਂਟਸ ਦੇ ਦਿੰਦਾ। ਦੂਜੀ ਗੱਲ ਜਿਹੜੀ ਬਾਹਰ ਦਵਾਈਆਂ ਤੁਹਾਨੂੰ ਦੱਸਿਆ ਵੀ ਉਹ ਕਿਸੇ ਨੂੰ ਲੋੜ ਆ, ਕੋਈ ਸਲਾਹ ਮਸ਼ਵਰਾ ਲੈਣਾ ਟਾਈਮ ਤੋਂ ਬਾਅਦ ਲੈ ਲਓ, ਉਹ ਫ੍ਰੀ ਮਿਲੂ। ਅਤੇ ਉਹ ਉਸ ਤੋਂ ਬਾਅਦ ਜੇ ਲੋੜ ਆ ਜਾਂ ਉਹ ਵੀ ਕਿਸੇ ਚੀਜ਼ ਨੂੰ ਪੁੱਛ ਕੇ ਕਿਸੇ ਦਾ ਫਾਇਦਾ ਹੁੰਦਾ, ਖੁਰਾਕ ਬਣਾਉਣ ਬਾਰੇ, ਕੁਕਿੰਗ ਬਾਰੇ, ਮੈਂ ਆਪ ਕੁੱਕ ਵੀ ਹਾਂ, ਮੇਰੇ ਕੁਕਿੰਗ ਦੇ ਕੋਰਸ ਵੀ ਕੀਤੇ ਆ ਔਰ ਸ਼ੌਕ ਵੀ ਆ, ਔਰ ਉਹਦੇ ਬਾਰੇ ਮੈਨੂੰ ਬਹੁਤ ਨੌਲੇਜ ਆ, ਮਸਾਲੇ ਕਿਵੇਂ ਕੁੱਟਣੇ ਨੇ, ਕਿਵੇਂ ਬਣਾਉਣੇ ਨੇ। ਔਰ ਲਾਸਟ ਚੀਜ਼ ਜਿਹੜੀ ਸੀ ਪਤੀਲਿਆਂ ਦੀ ਗੱਲ ਕੀਤੀ, ਉਹ ਜਾਣ ਤੋਂ ਪਹਿਲਾਂ ਮੋਸਟਲੀ ਆਪਣੇ ਲੋਕ ਭਾਰੇ ਪਤੀਲੇ, ਗ੍ਰੈਂਡਮਾ ਦੇ ਪਤੀਲੇ, ਕਿਸੇ ਨੂੰ ਕਹਿਣਾ ਨਹੀਂ ਚਾਹੀਦਾ, ਉਹ ਯੂਜ਼ ਕਰ ਜਿਹੜੇ ਐਲੂਮੀਨੀਅਮ ਆ। ਐਲੂਮੀਨੀਅਮ ਇੱਕ ਬਹੁਤ ਭਾਰਾ ਮੈਟਲ ਆ, ਹੈਵੀ ਮੈਟਲ ਆ। ਉਹਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਿਮਾਗ ਦੀਆਂ, ਜਿਵੇਂ ਕਿ
ਮੈਮਰੀ ਘੱਟ ਜਾਣੀ, ਯਾਦਾਸ਼ਤ ਜਾਂ ਪਾਰਕਿੰਸਨ, ਕੰਬਣ ਲੱਗ ਜਾਣੀ ਬੋਡੀ, ਜਾਂ ਕਈ ਸਾਰੇ ਐਸੇ ਰੋਗ ਅਲਜ਼ਾਈਮਰ ਵਗੈਰਾ ਹੋ ਜਾਣਾ, ਡਿਮੈਂਸ਼ੀਆ ਹੋਣ ਦਾ ਵੀ ਖਤਰਾ, ਹੋਰ ਬਹੁਤ ਸਾਰੇ ਰੋਗ ਹੋ ਜਾਂਦੇ ਨੇ। ਸੋ ਉਹਦੀ ਥਾਂ 'ਤੇ ਪਲੀਜ਼ ਜਾਂ ਤਾਂ ਸਲੋ ਕੁੱਕਰ 'ਚ ਬਣਾਓ ਚੀਜ਼ਾਂ, ਹੌਲੀ ਹੌਲੀ ਕੁੱਕ ਹੁੰਦੀਆਂ, ਜਾਂ ਤੁਸੀਂ ਸਟੇਨਲੈਸ ਸਟੀਲ ਵਰਤੋ, ਜਾਂ ਟਰਾਈ ਪਲਾਈ ਸਟੇਨਲੈਸ ਸਟੀਲ ਮਿਲ ਜਾਂਦਾ ਆਪਣੇ ਭਾਂਡਿਆਂ ਬਾਰੇ ਕੀ ਖਿਆਲ ਤੁਹਾਡਾ? ਕੱਚ ਵੀ ਗੁੱਡ ਆ, ਖਾਸ ਕਰ ਸਰੈਮਿਕ ਜਾਂ ਕੱਚ ਹੋਵੇ, ਇਹ ਐਲੂਮੀਨੀਅਮ ਨੂੰ ਸਾਰੇ ਚੰਗੇ ਆ, ਉਹਦੇ 'ਚ ਨਾ ਵਰਤੋ, ਉਹ ਤੋਂ ਬਚ ਕੇ ਰਹੋ, ਜ਼ਹਿਰ ਆ, ਉਹਨੂੰ ਬਿਲਕੁਲ ਨਾ ਯੂਜ਼ ਕਰੋ। ਬਿਲਕੁਲ, ਥੈਂਕ ਯੂ ਜੀ, ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਫਿਰ ਉਮੀਦ ਕਰਾਂਗੇ ਅਗਲੀ ਵਾਰ ਅਸੀਂ ਥੋੜਾ ਜਿਹਾ ਕੁਕਿੰਗ ਤੇ ਜ਼ਿਆਦਾ ਜ਼ੋਰ ਦੇਵਾਂਗੇ। ਸੋ ਅਸੀਂ ਇਹਨਾਂ ਗੱਲਾਂ ਤੇ ਜ਼ਿਆਦਾ ਤੁਹਾਡੇ ਜਿਹੜੇ ਕਹਿ ਲਓ ਕਿ ਹਰ ਇੱਕ ਗੱਲ ਦਾ ਤੁਹਾਡੇ ਕੋਲ ਜਵਾਬ ਹੁੰਦਾ, ਸੋ ਤੁਸੀਂ ਕੁੱਕ ਬੜੇ ਵਧੀਆ, ਸੋ ਅਗਲੀ ਵਾਰ ਅਸੀਂ ਕੁਕਿੰਗ ਦਾ ਤੁਹਾਡੇ ਟੈਲੈਂਟ ਨੂੰ ਬਾਹਰ ਲਿਆਵਾਂਗੇ। ਪਰ ਥੈਂਕ ਯੂ ਵੈਰੀ ਮਚ ਡਾਕਟਰ ਗੈਰੀ, ਤੁਸੀਂ ਇੰਨੀ ਵਧੀਆ ਨੌਲੇਜ ਦਿੱਤੀ ਹੈ, ਇੰਨਾ ਐਜੂਕੇਟ ਕੀਤਾ ਪਰਿਵਾਰਾਂ ਨੂੰ। ਸੋ ਬਹੁਤ ਵਧੀਆ ਲੱਗਾ, ਤੁਸੀਂ ਆਪਣਾ ਸਮਾਂ ਕੱਢਿਆ, ਸਾਡੇ ਪਰਿਵਾਰਾਂ ਨਾਲ ਸਾਂਝ ਪਾਈ। ਸੋ ਥੈਂਕ ਯੂ ਜੀ, ਅਗਲੀ ਵਾਰ ਤੱਕ ਅਸੀਂ ਫਿਰ ਉਮੀਦ ਕਰਾਂਗੇ ਤੁਸੀਂ ਇਸੇ ਤਰ੍ਹਾਂ ਵਧੀਆ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵੋਗੇ। ਥੈਂਕ ਯੂ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਤੁਹਾਡਾ ਵੀ, ਸਾਂਝਾ ਟੀਵੀ ਦਾ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਡਾਕਟਰ ਗੁਰਪ੍ਰੀਤ ਮੰਗਟ, ਜਿਨ੍ਹਾਂ ਨੂੰ ਤੁਸੀਂ ਡਾਕਟਰ ਗੈਰੀ ਮੰਗਟ ਦੇ ਨਾਲ ਜਾਣਦੇ ਹੋ। 6048288769 ਇਹਨਾਂ ਦਾ ਫੋਨ ਨੰਬਰ ਹੈ। ਸੋ ਬਿਲਕੁਲ ਜੀ, ਬਿਲਕੁਲ ਪ੍ਰੋਪਰ ਪ੍ਰਾਈਵੇਸੀ ਬਿਲਕੁਲ ਤੁਹਾਡੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ। ਕਲੀਨਿਕ ਇਹਨਾਂ ਦਾ ਬਹੁਤ ਹੀ ਵਧੀਆ ਆਧੁਨਿਕ ਤਰੀਕੇ ਦੇ ਨਾਲ ਬਣਾਇਆ ਗਿਆ ਆ। ਸੋ ਬੜਾ ਡੀਟੇਲ ਦੇ ਵਿੱਚ ਤੁਹਾਡੇ ਨਾਲ ਬੈਠ ਕੇ ਗੱਲ ਕਰਦੇ ਆ, ਕਿਉਂਕਿ ਅਸੀਂ ਜਦੋਂ ਜਾ ਕੇ ਆਉਂਦੇ ਆ, ਅਸੀਂ ਇਹਨਾਂ ਦੇ ਕੋਲ ਖਾਸ ਤੌਰ ਤੇ ਇਹਨਾਂ ਦੇ ਹੱਥ ਦੀ ਬਣੀ ਚਾਹ ਵੀ ਪੀ ਕੇ ਆਏ ਸੀ। ਵਾਕਿਆ ਹੀ ਬੜੇ ਗੁੱਡ ਕੁੱਕ ਹੈਗੇ ਆ। ਸੋ ਅਗਲੀ ਵਾਰ ਫੇਰ ਬਹੁਤ ਸਾਰੀਆਂ ਇਹਨਾਂ ਦੇ ਨਾਲ ਗੱਲਾਂ ਕਰਾਂਗੇ। ਉਮੀਦ ਕਰਦੀ ਹਾਂ ਅੱਜ ਦਾ ਸ਼ੋਅ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ। ਤੇ ਇੱਕ ਗੱਲ ਜਾਂਦੇ ਜਾਂਦੇ ਮੈਂ ਫਿਰ ਕਹਿਣਾ ਚਾਹੁੰਦੀ ਹਾਂ ਕਿ ਜਸ ਸਹੋਤਾ ਗੋ ਫੰਡ ਮੀ ਪੇਜ ਚੱਲ ਰਿਹਾ। ਸੋ 17 ਸਾਲਾਂ ਦਾ ਬੱਚਾ ਆ ਜਸ, ਜਿਸ ਨੂੰ ਇੱਕ ਪਾਵਰ ਵੀਲ ਚੇਅਰ ਚਾਹੀਦੀ ਆ। ਸੋ ਥੋੜੀ ਹੀ ਫੰਡਿੰਗ ਰਹਿੰਦੀ ਹੈ ਇਸ ਬੱਚੇ ਦੀ। ਸੋ ਜੇ ਤੁਸੀਂ ਹਾਲੇ ਤੱਕ ਆਪਣਾ ਦਸਵੰਧ ਨਹੀਂ ਕੱਢਿਆ, ਸੋ ਤੁਸੀਂ ਗੋ ਫੰਡ ਮੀ ਪੇਜ ਤੇ ਜਾ ਕੇ ਜਸ ਸਹੋਤਾ ਦੀ ਹੈਲਪ ਕਰ ਸਕਦੇ ਹੋ। ਬਹੁਤ ਹੀ ਪਿਆਰਾ ਬੱਚਾ ਆ। ਨਵੰਬਰ 24 ਨੂੰ ਇਸ ਬੱਚੇ ਦਾ ਜਨਮ ਦਿਨ ਆ ਰਿਹਾ ਹੈਗਾ ਆ। ਸੋ ਆਓ ਰਲ ਕੇ ਅਸੀਂ ਇਸ ਬੱਚੇ ਨੂੰ ਇਸ ਦੇ ਪੈਰਾਂ ਤੇ ਚੱਲਣ ਦੇ ਕਾਬਲ ਕਰ ਸਕੀਏ, ਇਸ ਨੂੰ ਪਾਵਰ ਵੀਲ ਚੇਅਰ ਲੈ ਕੇ ਦੇ ਸਕੀਏ। ਸਾਡੀ ਆਪਣੀ ਕਮਿਊਨਿਟੀ ਦਾ ਬੱਚਾ ਆ। ਸੋ ਇਸੇ ਤਰ੍ਹਾਂ ਹੀ ਅਸੀਂ ਰਲ ਮਿਲ ਕੇ ਆਪਣੇ ਸਮਾਜ ਨੂੰ, ਆਪਣੀ ਕਮਿਊਨਿਟੀ ਨੂੰ ਇੱਕ ਵਧੀਆ ਸਮਾਜ ਬਣਾ ਸਕੀਏ, ਤਾਂ ਕਿ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਇੱਕ ਵਧੀਆ ਜ਼ਿੰਦਗੀ ਜਿਉ ਸਕਣ। ਸੋ ਸਾਡਾ ਫਰਜ਼ ਬਣਦਾ ਆਪਣੇ ਸਮਾਜ ਨੂੰ ਸਾਫ਼ ਸੁਥਰਾ, ਕਲੀਨ ਰੱਖਣ ਦਾ। ਤੇ ਮੇਰੀ ਸਵੇਰੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਖਬਰਸਾਰ ਦੇ ਵਿੱਚ। ਤੇ ਸਵੇਰੇ ਮੇਰੇ ਨਾਲ ਗੁਰਬਾਜ ਸਿੰਘ ਬਰਾੜ ਆਉਣਗੇ। ਸੋ ਸਵੇਰੇ ਖਬਰਸਾਰ ਦੇਖਣਾ ਨਾ ਭੁੱਲਿਓ। ਤਦ ਤੱਕ ਤੁਸੀਂ ਸਾਰੇ ਰੱਖਿਓ ਖਿਆਲ। ਮੇਰੇ ਵੱਲੋਂ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ ਜੀ।